गली मेरिया मार्ग तरी जय सर्दी जय कान न की जय गगन मामा पर निशान खेत जमांडे सूरमा अब जूझन को दाओ बोलो सतनाम श्री वाहेगुरु जी तेरे जग तो न्यारे चल कश्मीर दे सारे आनंदपुर रल के आए पंडित चल कश्मीर दे सारे आनंदपुर चल के आए लगे विच दरबार दे ना रो हाल सुनाए लगे विच दरबार दे ना रो हाल सुनाए पिता दिल्ली तोरिया नहीं सी खाली मारिया पिता दिल्ली तोरिया नहीं सी खाली मारिया दुखी डिगे आड़ के द्वारे जो जे तेरे जग तो न्यारे
फड़ शमशीर गुरां ने उच्ची आख सुनाया। हथ च फड़ शमशीर गुरां ने उच्ची आख सुनाया। उठे हुण शेर कोई लाया देर कोई, उठे हुण शेर कोई लाना देर कोई, चंडी मार रही चमकारे जोज तेरे जग तो न्यारे। दुखियां ते मजलूमां दे लई सहायता पंथ न्यारा। दुखियां ते मजलूमां दे लई सहायता पंथ न्यारा। पानी बाणा वखरा करता जापे जग तू न्यारा। पानी बाणा वखरा करता जापे जग तो न्यारा। शान शाद तार ने कीते उपकार ने, शान शाद तार ने कीते उपकार ने, जग सारा जावे बलहारे जोज तेरे जग तो न्यारे। कै चिंगियाड़ा कलगी दर्दी सिफ्त लिखी ना जावे। कै चिंगियाड़ा कलगी धरदी सिफ्त लिखी ना जाए। बिक्का मोहन फतेह दाता तेरा ही जस गावे। बिक्का मोहन फतेह दाता तेरा ही जस गावे। चोरे पतवार के गली जाए तार के, चोरे पतवार के गली जाए तार के, फिर भी तू शुक्र गुजारे जोज तेरे जग तो न्यारे। जोज तेरे जग तो न्यारे, जोज तेरे जग तो न्यारे। पंज प्याले पंज पीर छठम पीर बैठा गुर भारी। अर्जन काया पलट कै मूरत हर गोबिंद सवारी। चली पीढ़ी सोडियां रूप दिखावन वारो वारी। दल भंजन गुर सूरमा वड योधा बहो
ਪਰਉਪਕਾਰੀ। ਇੱਕ ਹੁੰਦੀ ਆ ਕਾਰ, ਇੱਕ ਹੁੰਦਾ ਵਾ ਉਪਕਾਰ ਤੇ ਇੱਕ ਹੁੰਦਾ ਵਾ ਪਰ ਉਪਕਾਰ। ਕਾਰ ਸਾਰੇ ਹੀ ਕਰ ਲੈਂਦੇ ਆ। ਕਾਰ ਦਾ ਮਤਲਬ ਆ ਕੰਮ। ਤੁਸੀਂ ਆਪਣੇ ਵਾਸਤੇ ਕਾਰ ਕਰਦੇ ਹੋ, ਆਪਣੇ ਸਰੀਰ ਦੀ ਰੱਖਿਆ ਵੀ ਕਰਦੇ ਹੋ, ਆਪਣੇ ਵਾਸਤੇ ਪੈਸੇ ਵੀ ਕਮਾਉਂਦੇ ਹੋ, ਆਪਣੀ ਸੈਲਫ ਡਿਫੈਂਸ ਵੀ ਕਰਦੇ ਹੋ। ਇਹਨੂੰ ਕਹਿੰਦੇ ਨੇ ਕਾਰ ਕਰਨਾ। ਇੱਕ ਹੁੰਦਾ ਉਪਕਾਰ ਕਰਨਾ। ਉਪਕਾਰ ਕਰੀਦਾ ਆਪਣਿਆਂ ਦੇ ਉੱਤੇ ਜਿਨ੍ਹਾਂ ਦੇ ਨਾਲ ਬਲੱਡ ਰਿਲੇਸ਼ਨ ਹੋਵੇ, ਧੀਆਂ ਦੇ ਉੱਤੇ, ਪੁੱਤਾਂ ਦੇ ਉੱਤੇ, ਮਾਂ-ਬਾਪ ਦੇ ਉੱਤੇ, ਉਹਨਾਂ ਦੀ ਰੱਖਿਆ ਕਰੀਦੀ ਏ। ਇਹਨੂੰ ਕਹਿੰਦੇ ਬੰਦਾ ਉਪਕਾਰੀ ਹੋ ਗਿਆ। ਇੱਕ ਤੀਸਰੀ ਕਿਰਿਆ ਹੁੰਦੀ ਜਿਹਨੂੰ ਕਹਿੰਦੇ ਨੇ ਪਰ ਉਪਕਾਰ। ਪਰ ਉਪਕਾਰ ਉਹਦੇ ਉੱਤੇ ਕਰੀਦਾ ਜਿਹਦੇ ਨਾਲ ਦੂਰ ਦੂਰ ਤੱਕ ਸਾਡਾ ਸਰੀਰ ਦਾ ਜਾਂ ਬਲੱਡ ਦਾ ਜਾਂ ਕੋਈ ਵੀ ਸਾਡੇ ਰਿਸ਼ਤੇਦਾਰੀ ਸਾਕ ਸੰਬੰਧੀ ਨਾ ਹੋਵੇ। ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਨਿੱਜ ਸਵਾਰਥ ਤੋਂ ਦੂਰ ਦੇ ਬੰਦੇ ਦੀ ਮਦਦ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਪਰ ਉਪਕਾਰੀ ਹੋਣਾ। ਜਿਸ ਗੁਰੂ ਦੇ ਦਰਬਾਰ ਅੰਦਰ ਜੁੜ ਕੇ ਬੈਠੇ ਹੋ, ਗੁਰੂ ਕਿੰਨਾ ਪਰਉਪਕਾਰੀ ਹੈ, ਕਿੰਨਾ ਪਰਉਪਕਾਰੀ। ਇੱਕ ਵਿਧਵਾ ਮਾਂ ਚੱਲ ਕੇ ਆਈ, ਕਹਿੰਦੀ ਦਾਤਾ ਆ ਮੇਰਾ ਪੋਤਿਆ, ਮੇਰੇ ਪੁੱਤ ਦੇ ਸਿਰ ਦੇ ਉੱਤੇ ਬਾਪ ਦਾ ਸਾਇਆ ਨਹੀਂ ਹੈਗਾ, ਜਾਨੀ ਕਿ ਮੇਰਾ ਪਤੀ ਦੁਨੀਆ ਤੇ ਨਹੀਂ ਹੈਗਾ। ਕਿਰਪਾ ਕਰਕੇ ਮੇਰੇ ਪੁੱਤ ਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਹਜ਼ੂਰ ਪਾਤਸ਼ਾਹ ਨੇ ਉਸ ਮੁੰਡੇ ਵੱਲ ਨਿਗਾਹ ਭਰ ਕੇ ਵੇਖਿਆ। ਉਸ ਮੁੰਡੇ ਨੂੰ ਕੋਲ ਸੱਦ ਕੇ ਕਹਿੰਦੇ, ਕਾਕਾ ਗੁਰੂ ਨਾਨਕ ਦੇ ਘਰ ਦੀ ਬੜੀ ਵੱਡੀ ਰਹਿਮਤ ਤੇਰੇ ਉੱਤੇ ਹੋਵੇਗੀ, ਪਰ ਸ਼ਰਤ ਇਹ ਆ ਮਨ ਨੀਵਾ ਰੱਖੀ ਹਮੇਸ਼ਾ। ਉਸ ਮੁੰਡੇ ਨੂੰ ਮਹਾਰਾਜ ਨੇ ਹੱਥੀਂ ਪੜਾਇਆ, ਲਿਖਾਇਆ, ਖੁਰਾਕਾਂ ਖਿਲਾਈਆਂ, ਬੜਾ ਤਗੜਾ ਬਲਵਾਨ ਕੀਤਾ ਤੇ ਉਹਦਾ ਨਾਂ ਰੱਖਿਆ ਪੈਂਦੇ ਖਾਂ। ਤੇ ਗੁਰੂ ਨੇ ਜਿੱਦਣ ਉਸ ਮੁੰਡੇ ਨੂੰ ਆਪਣੇ ਕੋਲ ਸੱਦਿਆ ਸੀ, ਨਾਲ ਇੱਕ ਗੱਲ ਕਹੀ ਸੀ, ਗੁਰੂ ਨਾਨਕ ਦੇ ਘਰ ਦੇ ਉੱਤੇ ਭਰੋਸਾ ਜ਼ਰੂਰ ਰੱਖੀ। ਭਲਵਾਨ ਬਣਿਆ ਪੈਂਦੇ ਖਾਂ, ਬੜਾ ਵੱਡਾ ਬਹਾਦਰ ਬਣਿਆ, ਯੋਧਾ ਬਣਿਆ, ਬਲਕਾਰੀ ਬਣਿਆ। ਇੱਕੋ ਇੱਕ ਪੈਂਦੇ ਖਾਂ ਬਹਾਦਰ ਬਣਿਆ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਦਾ ਅਖਾੜੇ ਵਿੱਚ ਜ਼ੋਰ ਕਰਵਾਇਆ ਕਰਦਾ ਸੀ। ਵਰਨਾ ਗੁਰੂ ਹਰਗੋਬਿੰਦ ਮਹਾਰਾਜ ਦਾ ਜ਼ੋਰ ਕਰਾਉਣ ਵਾਸਤੇ ਅਖਾੜੇ 'ਚ ਭਲਵਾਨ ਕੋਈ ਨਹੀਂ ਸੀ ਹੈਗਾ। ਮਹਾਰਾਜ ਦੇ ਨੂੰ ਅਖਾੜੇ ਵਿੱਚ ਘੁਲਣ ਵਾਸਤੇ ਡਾਇਆ ਕਰਨਾ ਵੀ ਘੁਲ। ਇਹਨੇ ਬੜੇ ਬੜੇ ਭਲਵਾਨਾਂ ਦੀਆਂ ਭਵਾਂਟਰੀਆਂ ਲਵਾ ਦਿਆ ਕਰਨੀਆਂ। ਤੇ ਕਦੀ ਕਦੀ ਮਨ 'ਚ ਪੈਂਦੇ ਖਾਂ ਨੇ ਖਲੋਤੇ ਖਲੋਤੇ ਸੋਚਿਆ ਕਰਨਾ, ਅੱਜ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੇ ਨਾਲ ਘੁਲਣ ਤੇ ਮਜ਼ਾ ਹੀ ਆ ਜਾਵੇ। ਦਿਲਾਂ ਦੀਆਂ ਬੁੱਝਣ ਵਾਲੇ ਮੇਰੇ ਪਾਤਸ਼ਾਹ ਗੁਰਦੇਵ ਆਉਂਦੇ ਨੇ ਅਖਾੜੇ ਵਿੱਚ ਤੇ ਆ ਕੇ ਪੈਂਦੇ ਖਾਂ ਨੂੰ ਕਹਿੰਦੇ, ਆ ਪੈਂਦੇ ਖਾਂ ਦੋ ਦੋ ਹੱਥ ਹੋ ਜਾਣ। ਬਹੁਤ ਘੁਲਦਾ ਪੈਂਦੇ ਖਾਂ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ, ਬਹੁਤ ਘੁਲਦਾ। ਘਟਾ ਆਕਾਸ਼ ਨੂੰ ਚੜ ਜਾਂਦਾ। ਆਕਾਸ਼ੇ ਚੜਦਿਆਂ ਚੜਦਿਆਂ ਘਟਾ, ਜਦੋਂ ਘਟਾ ਥੱਲੇ ਬਹਿਣਾ ਤੇ ਲੋਕਾਂ ਨੇ ਕੀ ਵੇਖਣਾ, ਗੁਰੂ ਹਰਗੋਬਿੰਦ ਮਹਾਰਾਜ ਥੱਲੇ ਤੇ ਪੈਂਦੇ ਖਾਂ ਛਾਤੀ ਦੇ ਉੱਤੇ ਚੜਿਆ। ਹੁਣ ਤੁਸੀਂ ਆਖੋਗੇ ਗੱਲ ਮੰਨਣ ਚਾਹੁੰਦੀ ਹੈ ਵੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਕੋਈ ਢਾ ਸਕਦਾ? ਮੇਰੇ ਆਉਂਦੀ ਹੈ। ਤੁਸੀਂ ਸਾਰੇ ਗ੍ਰਸਤੀ ਬੈਠੇ ਹੋ, ਧੀਆਂ ਪੁੱਤਾਂ ਵਾਲੇ ਬੈਠੇ ਹੋ, ਸਾਰੇ ਦਿਨ ਦਾ ਕੰਮਕਾਰ ਕਰਕੇ ਥੱਕੇ ਘਰਾਂ ਨੂੰ ਜਾਇਓ ਤੇ ਤੁਹਾਡੇ ਘਰਾਂ 'ਚ ਪੋਤਰੇ ਦੋਤਰੇ ਹੋਣੇ ਆ, ਨਿੱਕੇ ਨਿੱਕੇ ਬੱਚੇ ਹੋਣੇ ਆ। ਕਦੀ ਆਪਣੇ ਬੱਚੇ ਨੂੰ ਚੁੱਕ ਕੇ ਆਪਣੀ ਛਾਤੀ ਦੇ ਉੱਤੇ ਬਿਠਾ ਕੇ ਆਖਿਓ, ਬੱਲੇ ਬੱਲੇ ਅੱਜ ਮੇਰਾ ਪੁੱਤ ਬੜਾ ਤਗੜਾ ਹੋ ਗਿਆ। ਹੁਣ ਥੱਲੇ ਪਏ ਦਾਦੇ ਵਾਸਤੇ ਤੇ ਪਿਆਰ ਦੀ ਖੇਡ ਆ, ਨਾਨੇ ਵਾਸਤੇ ਤੇ ਪਿਆਰ ਦੀ ਖੇਡ ਆ, ਪਰ ਛਾਤੀ ਦੇ ਉੱਤੇ ਬੈਠਾ ਬੱਚਾ ਵੇਖਿਓ ਕਿੰਨਾ ਜ਼ੋਰ ਲਾਉਂਦਾ, ਉਹਦੇ ਭਾਣੇ ਸੱਚੀ ਲੜਾਈ ਹੋ ਗਈ ਸਾਡੀ। ਮਹਾਰਾਜ ਨੇ ਪੈਂਦੇ ਖਾਂ ਪਾਲਿਆ ਸੀ ਬੱਚਿਆਂ ਵਾਂਗੂ, ਤੇ ਮਹਾਰਾਜ ਨੇ ਥੱਲੇ ਹੋਣਾ ਤੇ ਪੈਂਦੇ ਖਾਂ ਨੇ ਉੱਤੇ ਬੈਠੇ ਸੋਚਿਆ ਕਰਨਾ, ਵਾਕਈ ਅੱਜ ਮੈਂ ਢਾ ਹੀ ਲਿਆ, ਮੈਂ ਤੇ ਬਹੁਤ ਤਗੜਾ ਹੋ ਗਿਆ। ਮਹਾਰਾਜ ਨੇ ਨਾਲ ਹੀ ਸ਼ਾਬਾਸ਼ ਦੇ ਕੇ ਆਖਿਆ ਕਰਨਾ, ਬੱਲੇ ਬੱਲੇ ਪੈਂਦੇ ਖਾਂ, ਅੱਜ ਬਣੀ ਉਹ ਗੱਲ। ਪੈਂਦੇ ਖਾਂ ਨੇ ਨਾਲ ਉੱਠ ਕੇ ਸੋਚਿਆ ਕਰਨਾ, ਅੱਜ ਗੁਰੂ ਮੇਰੇ ਦਾ ਨਹੀਂ ਆਇਆ, ਅੱਜ ਗੁਰੂ ਨੂੰ ਮੈਂ ਹੋਰ ਢਾ ਸਕਦਾ ਸਾਂ। ਮਹਾਰਾਜ ਨੇ ਖੱਬੇ ਹੱਥ ਦੀ ਧੌਲ ਮਾਰਨੀ ਤੇ ਪੈਂਦੇ ਖਾਂ ਦੀਆਂ 3 ਬਾਜ਼ੀਆਂ ਖਾੜੇ ਚੋਂ ਬਾਹਰ ਲੱਗਿਆ ਕਰਨੀਆਂ। ਉਸ ਪੈਂਦੇ ਖਾਂ ਦਾ ਹੰਕਾਰ ਤੋੜਿਆ ਫਿਰ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਦੇ ਅੰਦਰ, ਤੇ ਉਹਦਾ ਹੰਕਾਰ ਤੋੜਨ ਤੋਂ ਬਾਅਦ ਮੇਰੇ ਦਾਤੇ ਨੇ ਇੱਥੇ ਚਰਨ ਪਾਏ। ਵੇਖੋ ਮੰਨਣ ਦੀ ਗੱਲ ਆ, ਮੇਰੇ ਗੁਰੂ ਦੇ ਕਦਮਾਂ ਅੰਦਰ ਕਿੰਨੀ ਸ਼ਕਤੀ ਆ। ਮੇਰਾ ਗੁਰੂ ਇੱਕ ਮਾਮੂਲੀ ਬੇਰੀ ਦੇ ਥੱਲੇ ਆ ਕੇ ਬਹਿ ਜਾਂਦਾ ਨਾ ਜਦੋਂ,
ਤੇ ਲੋਕੀ ਮੁੜ ਕੇ ਉਹਨੂੰ ਬੇਰੀ ਨਹੀਂ ਕਹਿੰਦੇ, ਲੋਕ ਉਹਨੂੰ ਬੇਰ ਸਾਹਿਬ ਕਹਿੰਦੇ। ਬੇਰ ਸਾਹਿਬ ਸ਼ਕਤੀ ਕਿਹਦੀ ਆ? ਮੇਰੇ ਗੁਰੂ ਦੀ। ਬੇਰੀ ਦੇ ਵਿੱਚ ਕੋਈ ਵੱਡਪਨ ਨਹੀਂ, ਮੇਰੇ ਗੁਰੂ ਦੇ ਕਦਮਾਂ 'ਚ ਕਿੰਨੀ ਤਾਕਤ ਆ ਕਿ ਆਮ ਬੇਰ ਦੇ ਥੱਲੇ ਆ ਕੇ ਮੇਰਾ ਗੁਰੂ ਬਹਿ ਗਿਆ। ਲੋਕਾਂ ਨੇ ਮੁੜ ਕੇ ਬੇਰੀ ਆਖਿਆ ਹੀ ਨਹੀਂ ਉਹਨੂੰ, ਲੋਕਾਂ ਨੇ ਬੇਰ ਸਾਹਿਬ ਕਹਿ ਕੇ ਮਾਣ ਦਿੱਤਾ। ਮੇਰਾ ਗੁਰੂ ਕਿੰਨਾ ਮਹਾਨ ਹੈ। ਆਮ ਥੜੇ ਦੇ ਉੱਤੇ ਆ ਕੇ ਬਹਿ ਜਾਵੇ, ਲੋਕੀ ਮੁੜ ਕੇ ਉਹਨੂੰ ਥੜਾ ਨਹੀਂ ਕਹਿੰਦੇ, ਲੋਕੀ ਥੜਾ ਸਾਹਿਬ ਕਹਿ ਕੇ ਸਤਿਕਾਰ ਦਿੰਦੇ ਆ। ਪਟਨਾ ਸ਼ਹਿਰ ਤੇ ਉਹੋ ਹੀ ਆ ਜਿੱਥੇ ਲੋਕ ਬੜੇ ਬੜੇ ਬਹਾਦਰ ਵੀ ਹੋਏ, ਯੋਧੇ ਵੀ ਹੋਏ, ਪਰ ਜਿੱਦਣ ਮੇਰੇ ਗੁਰੂ ਦਾ ਜਨਮ ਹੋ ਗਿਆ ਲੋਕਾਂ ਨੇ ਪਟਨਾ ਨਹੀਂ ਕਿਹਾ, ਪਟਨਾ ਸਾਹਿਬ ਕਹਿ ਕੇ ਮਾਣ ਦਿੱਤਾ। ਬਾਣੀ ਕਹਿੰਦੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦੇ ਨਾਲ ਪਵਿੱਤਰ ਹੋਈ ਸਰਜ਼ਮੀਨ ਦੇ ਉੱਤੇ जुड़ के सालाना गुरमत समागम मना रही गुरु की संगत। सारी संगत शीश झुका के एक बार आखो जी सतनाम श्री वाहिगुरु जी। जितने भी माई भाई साध संगत गुरु दरबार अंदर जुड़ के बैठे हो, गज के फतेह बुलाओ। वाहिगुरु जी का खालसा वाहिगुरु जी की फतेह। खुश नसीब समझदा हमें अपने आप नूं ते अपने ढाडी हथे नूं। मैनूं उस स्टेज उत्ते खड़े होण दा मौका मिलिया जिस स्टेज उत्ते पंथ दे महान विद्वान ढाडी ते कवीशर बुलारे समय समय अनुसार अपनियां हाजरियां भरदे रहे ने। समा मेरे को बहुत कीमती है। मैं चाहांगा कीमती समय दी कदर तुसीं भी करो, कीमती समय दी कदर मैं भी करा। दिन छोटे ने, तुसीं बहुत लंबे समय तो बैठ के गुरु दरबार दीयां हाजरियां भरियां ने। जितना भी समा मैनूं प्रबंधक जना वालों नियत होया है, मैं नियत कीते हुए समय दे दौरान गुरु दे खालसे दी, गुरु दे बहादरां दी, गुरु दे योधियां दी एक वडियाई दी दास्तां आप जी नाल सांझी कर सकां। सारी प्रबंधक कमेटी बहुत सूझवान है, बड़े सियाणे ने, बड़े उचेचे प्रबंध करके तुहाडे वास्ते बैठण दा प्रबंध कीता, लंगरां दे प्रबंध कीते ने। बड़ी चुप दा दान बख्श के तुसीं गुरु के दरबार अंदर जुड़ के बैठे हो। समुची प्रबंधक कमेटी मैनेजमेंट दा मैं धन्नवाद करदा। मेरे सत्कारयोग सरदार अजीत सिंह जी जिन्हां दा हुक्म प्रबंधक जनां दा हुक्म है मेरे तक पहुंचता है। पहली बार तुहाडे नगर अंदर दर्शन दिदारे करने वास्ते हाजिर होया हां। आओ अपने वड्डियां दीयां कहानियां, अपने योधियां दीयां कहानियां, अपने गुरुआं दीयां कहानियां सरवण करके अपना जीवन सफल कर सकीए। एक बार सारी संगत शीश झुका के आखो जी सतनाम श्री वाहिगुरु जी। मेरे तो पहला मेरे क्लासमेट, मेरे क्लास फैलो वीर भाई चानन सिंह जी बीए सूरविंड वाले, जिन्हां ने परोपकारी खालसे दी दास्तां तुहाडे नाल सांझी कीती है। बिल्कुल इहदे नाल मिलदी जुलदी एक हूबहू दास्तां मैं आप गुरु की संगत नाल सांझी करके ते आप जी पासों खुशियां लैण दा यतन करांगा कि जदों गुरु दा खालसा उपकार करन उत्ते आउंदा है, ਉਹ फिर ਇਹ नहीं वेखदा कि सामने दे नाल मेरा रिश्ता की है। ਉਹ मेरा भरा लगदा है, मेरी भैन लगदी, ਉਹ मेरा चाचा लगदा, ताया लगदा, जां कोई सत बगाना है। क्योंकि साडे गुरुआं ने सानू सिखाया है कि जिंदगी जीवनी है ते पर उपकार दी जिंदगी जी के विखाउणी है। अपने लिए ते सारे जमदे ने ते सारे मरदे ने, धीआं पुत्तां वास्ते सारे जमदे ने सारे मरदे ने, पर सत बगाने वास्ते जीवना ते सत बगाने वास्ते मरना जे केवल ते केवल दुनिया ते सक दस्या, केवल ते केवल गुरु दे खालसे ने दस्या। अज दिल्ली दे बार्डरां दे उत्ते तुहाडे भरा बैठे ने, ये परोपकारां वाला जीवन नहीं जी रहा। पंजाबियां दे कोल ते गुरु ने इन्नी की शक्ति दित्ती है, चाहण ते जा रज सकदे ने, ये चाहण ते पूरी दुनिया रजा सकदे ने। जिस मोदी दे जबर ते जुल्म दे अगे सारियां ने अपनियां धौणां झुकाईयां, उस मोदी दे जबर ते जुल्म दे अगे जे परोपकारी बन के कोई डटिया ते अज गुरु दा खालसा डटिया होया है। इहदे च कोई नवीं गल नहीं। साडे गुरुआं ने परोपकार करना सानू सिखाया है। गुरु तेग बहादुर महाराज दे लगे दरबार अंदर कश्मीरी पंडित चल के आए, कहंदे महाराज साडा धर्म बचाओ। ते इह गल कहण तो मैनू कोई शर्म नहीं कि जे कश्मीरी पंडितां दी बजाए किदे काजी मुल्ला मुसलमान भी खलोते हुंदे ना, महाराज साडा धर्म बचाओ, ते गुरु महाराज ने कदे उन्हां नूं ना नहीं सी कर देनी, उन्हां दे नाल भी कुर्बानी वास्ते चले जाना सी। इह गुरु दा पंथ है, गुरु दा साजिया नवाजिया खालसा है, जिहड़ा बिना किसी स्वार्थ तो बिना किसी लालच तो दूजे दी मदद करदियां होया सिर दे भी सकदा ते सिर लै भी सकदा। जदन खालसे पंथ दी साजना होई ना 1699 नूं आनंदपुर साहिब, ते पहाड़ी राजियां ने महाराज तक एक पहुंच की। पहाड़ी राजे कहंदे गुरु गोबिंद सिंह महाराज
ਆ ਕੇ ਪੁੱਠਾ ਹੀ ਕੰਮ ਕਰ ਦਿੱਤਾ। ਜਿੰਨਾ ਕੰਮੀ ਸ਼ੂਦਰ ਨੀਵੇਂ ਲੋਕਾਂ ਉੱਤੇ ਅਸੀਂ ਜੁੱਤੀ ਨਾਲ ਰਾਜ ਕਰਨਾ ਹੈ, ਤੁਸੀਂ ਉਹਨਾਂ ਨੂੰ ਸਿੰਘ ਬਣਾ ਦਿੱਤਾ, ਸਰਦਾਰ ਬਣਾ ਦਿੱਤਾ। ਸਾਡੇ ਸਾਹਮਣੇ ਘੋੜਿਆਂ ਦੇ ਉੱਤੇ ਚੜੇ ਫਿਰਦੇ ਨੇ। 22 ਧਾਰ ਦੇ ਰਾਜਿਆਂ ਨੇ ਮਹਾਰਾਜ ਵਾਸਤੇ ਇੱਕ ਰਸਤਾ ਛੱਡਿਆ। ਕਹਿੰਦੇ ਮਹਾਰਾਜ ਤੁਸੀਂ ਚੁੱਪ ਕਰਕੇ ਮੱਥਾ ਟਿਕਾਓ, ਹਾਂ ਤੁਸੀਂ ਚੁੱਪ ਕਰਕੇ ਲੋਕਾਂ ਕੋਲੋਂ ਚੜਾਵੇ ਚੜਾਓ। ਲੋਕਾਂ ਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਹੀ ਜਾਣਾ, ਪਰ ਜਿੰਨਾ ਲੋਕਾਂ ਦੀ ਤੁਸੀਂ ਬਾਹ ਫੜੀਏ। ਵੇਖੋ ਜੇ ਉਦਣ ਸਾਡਾ ਗੁਰੂ ਸਾਡੇ ਹੱਕ 'ਚ ਸਟੈਂਡ ਨਾ ਲਵੇ ਤੇ ਅਸੀਂ ਸਰਦਾਰ ਨਹੀਂ ਸੀ ਅਖਵਾਉਣਾ। ਅਸੀਂ ਆਪਣੇ ਐਦਾਂ ਦਿਨ ਤਿਉਹਾਰ ਬਹਿ ਕੇ ਨਹੀਂ ਸੀ ਮਨਾਉਣੇ। ਅਸੀਂ ਇਹ ਨਹੀਂ ਸੀ ਕਹਿਣਾ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਕਿ ਪੁੱਤ ਸਰਦਾਰਾਂ ਦਾ ਖਲੋਤਾ ਹੈ। ਤੁਹਾਡਾ ਗੁਰੂ ਤੁਹਾਡੇ ਵਾਸਤੇ ਕਿੱਡਾ ਵੱਡਾ ਸਟੈਂਡ ਲੈ ਕੇ ਜਾਂਦਾ ਹੈ। ਸਰਕਾਰ ਕਹਿੰਦੀ ਮਹਾਰਾਜ ਤੁਹਾਡੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਲਾਗ ਡਾੜ ਨਹੀਂ, ਕੋਈ ਪ੍ਰਾਪਰਟੀ ਦੀ ਗੱਲ ਨਹੀਂ। ਤੁਸੀਂ ਚੁੱਪ ਕਰਕੇ ਮੱਥੇ ਟਿਕਾਈ ਜਾਓ। ਜਿਨ੍ਹਾਂ ਲੋਕਾਂ ਦੀ ਤੁਸੀਂ ਬਾਹ ਫੜਨ ਦਾ ਫੈਸਲਾ ਕੀਤਾ ਇਹਨਾਂ ਨੂੰ ਸਿੱਧੇ ਅਸੀਂ ਆਪੇ ਕਰ ਲਿਆਂਗੇ। ਪਾਤਸ਼ਾਹ ਗੁਰਦੇਵ ਨੇ ਆਖਿਆ 22 ਧਾਰ ਦੇ ਰਾਜਿਓ, ਮੇਰੇ ਗੁਰੂ ਨਾਨਕ ਦਾ ਘਰ ਕਹਿੰਦਾ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ। ਨਾ ਡਰ ਦੇਣਾ ਨਾ ਡਰ ਲੈਣਾ, ਨਾ ਧੱਕਾ ਕਰਨਾ ਨਾ ਧੱਕਾ ਜਰਨਾ, ਨਾ ਵਾਅਦਾ ਕਰਨਾ ਤੇ ਨਾ ਕਿਸੇ ਦਾ ਵਾਅਦਾ ਜਰਨਾ। ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ, ਸ਼ੂਦਰ ਕਹਿੰਦੇ ਹੋ, ਜੱਟ ਕਹਿੰਦੇ ਹੋ, ਕੰਮੀ ਕਹਿੰਦੇ ਹੋ, ਨੀਵੇਂ ਕਹਿੰਦੇ ਜੋ, ਨਾਈ ਤੇ ਝੂਰ ਕਹਿੰਦੇ ਜੋ, ਉਦਣ ਸਾਡੇ ਗੁਰੂ ਨੇ ਸਾਡੇ ਵੱਲ ਹੱਥ ਕਰਕੇ ਆਖਿਆ ਸੀ ਇਨ ਗਰੀਬ ਸਿੱਖਣ ਕੋ ਮੈਂ ਦੇਉ ਪਾਤਸ਼ਾਹੀ। ਮੈਂ ਇਹਨਾਂ ਨੂੰ ਸਰਦਾਰ ਬਣਾਉਣ ਵਾਸਤੇ ਆਇਆ ਤੇ ਸਰਦਾਰ ਬਣਾਉਂਦਿਆਂ ਬਣਾਉਂਦਿਆਂ ਮੈਨੂੰ ਸਿਰ ਦੇਣੇ ਵੀ ਪਏ ਤੇ ਦੇ ਵੀ ਦੇਣੇ ਆ, ਸਿਰ ਲੈਣੇ ਪਏ ਤੇ ਲੈ ਵੀ ਲੈਣੇ ਆ। ਵੇਖੋ ਜੇ ਗੁਰੂ ਨੇ ਪੁੱਤ ਸ਼ਹੀਦ ਕਰਵਾਏ ਤੇ ਸਾਡੇ ਵਾਸਤੇ, ਗੁਰੂ ਨੇ ਆਪਣੀ ਮਾਤਾ ਨੂੰ ਸ਼ਹੀਦ ਕਰਵਾਇਆ ਤੇ ਸਾਡੇ ਵਾਸਤੇ। ਸਰਕਾਰ ਤੇ ਕੋਈ ਲੜਾਈ ਝਗੜਾ ਨਹੀਂ ਸੀ ਚਾਹੁੰਦੀ, ਪਰ ਸਾਡੇ ਹੱਕ 'ਚ ਸਟੈਂਡ ਲੈਂਦਿਆਂ ਗੁਰੂ ਸਾਡੇ ਨਾਲ ਉਦਣ ਖਲੋਤਾ ਸੀ। ਅੱਜ ਲੋੜ ਆ ਦਿੱਲੀ 'ਚ ਬੈਠੇ ਹੋਏ ਉਹਨਾਂ ਕਿਸਾਨਾਂ ਦੇ ਨਾਲ ਅਸੀਂ ਵੱਧ ਤੋਂ ਵੱਧ ਮੋਢੇ ਨਾਲ ਮੋਢਾ ਲਾ ਕੇ ਜੁੜੀਏ, ਕਿਉਂਕਿ ਉਹਨਾਂ ਨੂੰ ਸਾਡੀ ਲੋੜ ਆ, ਉੱਥੇ ਬੈਠਿਆਂ ਨੂੰ ਵੀ ਲੋੜ ਆ, ਮਗਰ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਕਰਨਾ ਵੀ ਸਾਡਾ ਇੱਕ ਫਰਜ਼ ਬਣਦਾ ਹੈ। ਸੋ ਆਓ ਉਸ ਦਿੱਲੀ ਦੇ ਕਿਸਾਨ ਧਰਨੇ ਦੀ ਚੜ੍ਹਦੀ ਕਲਾ ਵਾਸਤੇ ਸਾਡੇ ਭਰਾ ਗਏ ਨੇ, ਫਤਿਹ ਜਾਬ ਹੋ ਕੇ ਜਿੱਤ ਕੇ ਘਰਾਂ ਨੂੰ ਆਉਣ। ਇੱਕ ਜੈਕਾਰਾ ਲਾਈਏ ਤੇ ਮੁੜ ਕੇ ਆਪਾਂ ਪਰ ਉਪਕਾਰੀ ਖਾਲਸੇ ਦੀ ਇੱਕ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬੋਲੇ ਸੋਨਿਹਾਲ। ਧੰਨਵਾਦ ਗੁਰੂ ਕੀ ਸੰਗਤ ਦਾ। ਆਓ ਆਪਣੇ ਸਮੇਂ ਦੀ ਹੱਦਬੰਦੀ ਅੰਦਰ ਰਹਿ ਕੇ ਇਤਿਹਾਸ ਦਾ ਇੱਕ ਸੁਨਹਿਰਾ ਪੰਨਾ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਾਂ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਖੂਹ ਦਾ ਕੰਢਾ, ਖੂਹ ਦਾ ਕੰਢਾ, ਖੂਹ ਦੇ ਕੰਢੇ ਉੱਤੇ ਇੱਕ ਹਿੰਦੂਆਂ ਦਾ ਮੁੰਡਾ ਖਲੋਤਾ, ਜਿਹਦੇ ਮੱਥੇ ਉੱਤੇ ਲੰਮਾ ਸਾਰਾ ਟਿੱਕਾ, ਸਿਰ ਦੇ ਉੱਤੇ ਬੋਦੀ, ਗਲੇ 'ਚ ਜਨੇਊ, ਤੇੜ ਧੋਤੀ, ਹੱਥ ਵਿੱਚ ਫੜੀ ਹੋਈ ਰੁਦਰਾਕਸ਼ ਦੀ ਮਾਲਾ। ਇਹ ਹਿੰਦੂਆਂ ਦਾ ਮੁੰਡਾ ਉਸ ਖੂਹ ਦੇ ਕੰਢੇ ਉੱਤੇ ਖਲੋਤਾ, ਆਪਣੇ ਮਨ ਨਾਲ ਫੈਸਲਾ ਕਰਦਾ ਕਿ ਮੈਂ ਖੂਹ 'ਚ ਛਾਲ ਮਾਰ ਕੇ ਤੇ ਆਪਣੀ ਜਾਨ ਦੇ ਦੇਣੀ। ਇੱਕ ਵਾਰੀ ਅੱਗੇ ਹੋਇਆ, 2 ਵਾਰੀ ਅੱਗੇ ਹੋਇਆ, 3 ਵਾਰੀ ਅੱਗੇ ਹੋਇਆ। ਜਦੋਂ ਖੂਹ ਦੇ ਕੰਢੇ ਦੇ ਉੱਤੇ ਆਵੇ ਤੇ ਖੂਹ ਤੋਂ ਥੱਲੇ ਉਤਰ ਜਾ ਕਰੇ। ਹੁਣ ਮਰਨਾ ਕਿਹੜਾ ਸੌਖਾ ਪਿਆ, ਜ਼ਿੰਦਗੀ ਰੱਬ ਨੇ ਬਾਰ-ਬਾਰ ਨਹੀਂ ਦੇਣੀ, ਮਰਿਆਂ ਕਦੀ ਹੱਲ ਨਹੀਂ ਨਿਕਲਿਆ ਕਰਦੇ। ਬੰਦਾ ਮਰ ਕੇ ਆਪਣਾ ਤੇ ਕੰਮ ਨਿਬੇੜ ਜੋ, ਮਗਰਲਿਆਂ ਦੇ ਗੱਲ ਤੇ ਫਾਹ ਪਾ ਕੇ ਚਲਾ ਜਾਂਦਾ ਹੈ ਨਾ। ਐਸ਼ਾ ਮੈਂ ਲੈ ਲੀਆਂ, ਸ਼ਰਾਬਾਂ ਮੈਂ ਪੀ ਲੀਆਂ, ਕਰਜ਼ਾ ਚੁੱਕ ਕੇ ਨਜ਼ਾਰੇ ਮੈਂ ਲੈ ਲੇ, ਵਾਧੂ ਘਾਟੂ ਦੇ ਖਰਚੇ ਤੇ ਮੈਂ ਕਰ ਲੇ, ਤੇ ਹੁਣ ਜਦੋਂ ਮੇਰੇ ਕੋਲ ਤਰਿਆ ਨਾ ਤੇ ਮੈਂ ਆਪਣੀ ਤੇ ਜ਼ਿੰਦਗੀ ਕਰ ਲਈ ਬਰਬਾਦ ਮਰ ਕੇ, ਤੇ ਮਗਰ ਧੀਆਂ ਪੁੱਤਾਂ ਦੇ ਮਾਂ-ਬਾਪ ਦੇ ਗਲੇ 'ਚ ਪੰਜਾਲੀ ਪਾ ਕੇ ਤੇ ਮੈਂ ਚਲਾ ਗਿਆ ਨਾ। ਮਰਿਆ ਕੋਈ ਹੱਲ ਨਹੀਂ ਨਿਕਲਦਾ। ਹੱਲ ਉਹਨਾਂ ਲੋਕਾਂ ਨੇ ਕੱਢੇ ਜਿਨ੍ਹਾਂ ਜੀਂਦੇ ਰਹਿ ਕੇ ਵੇਖਿਆ। ਮਰਨ ਤੋਂ ਬਾਅਦ ਆ ਕਹਾਣੀ ਖਤਮ ਹੋ ਜਾਇਆ ਕਰਦੀ ਹੈ। ਮੁੰਡਾ 3 ਵਾਰੀ ਖੂਹ ਦੇ ਕੰਢੇ ਤੇ ਚੜਿਆ ਤੇ 3 ਵਾਰੀ ਥੱਲੇ ਉਤਰਿਆ। ਚੌਥੀ ਵਾਰੀ ਆਪਣੇ ਮਨ ਨੂੰ ਤਗੜਾ ਜਿਹਾ ਕਰਕੇ ਕਹਿੰਦਾ ਐਤਕੀ ਛਾਲ ਮਾਰ ਹੀ ਦੇਣੀ ਹੈ। ਮੈਂ ਜੀ ਕੇ ਕੀ ਕਰਨਾ, ਮੇਰੀ ਜ਼ਿੰਦਗੀ ਜਿਉਣ ਦਾ ਕੋਈ ਮਤਲਬ ਨਹੀਂ, ਮੇਰੀ ਜ਼ਿੰਦਗੀ ਜਿਉਣ ਦਾ ਕੋਈ ਮੰਤਵ ਬਚਿਆ ਨਹੀਂ। ਉਹ ਚੌਥੀ ਵਾਰੀ ਖੂਹ ਦੇ ਕੰਢੇ ਤੇ ਚੜਿਆ, ਮਨ ਨੂੰ ਤਗੜਾ ਕਰਦਾ, ਛਾਲ ਮਾਰਨ ਲੱਗਾ ਤੇ ਛਾਲ ਮਾਰਦੇ ਮਾਰਦੇ ਨੇ ਪੈਰ ਅੱਗੇ ਕਰਕੇ ਤੇ ਫਿਰ ਪਿੱਛੇ ਕਰ ਲਿਆ। ਸਾਹਮਣੇ ਇੱਕ ਬਜ਼ੁਰਗ ਮਾਈ ਖਲੋਤੀ ਸੀ। ਬਜ਼ੁਰਗ ਮਾਤਾ ਨੇ ਆਵਾਜ਼ ਮਾਰ ਕੇ ਆਖਿਆ ਮਰਦਾ ਨਹੀਂ ਆ। ਮਰਦਾ ਕਿਉਂ ਨਹੀਂ ਆ? ਜੇ ਮਰਨਾ ਹੀ ਆ ਤੇ ਛਾਲ ਮਾਰ। ਕਦੋਂ ਦੀ ਖਲੋਤੀ ਮੈਂ ਤੈਨੂੰ ਵੇਖ ਰਹੀ, ਤੂੰ ਪਖੰਡ ਕਰਦਾ, ਕਦੀ ਖੂਹ ਤੋਂ ਥੱਲੇ ਉਤਰ ਜਾਣਾ, ਕਦੀ ਤਾਂ ਚੜ ਜਾਣਾ, ਕਦੀ ਥੱਲੇ ਉਤਰ ਜਾਣਾ, ਕਦੀ ਤਾਂ ਚੜ ਜਾਣਾ। ਗੱਲਾਂ ਕਰਦੀ ਕਰਦੀ ਮਾਈ ਨੇੜੇ ਆ ਗਈ ਤੇ ਮਾਈ ਨੇ ਮੁੰਡੇ ਦਾ ਹੱਥ ਘੁੱਟ ਕੇ ਫੜ ਕੇ ਉਹਨੂੰ ਖਿੱਚ ਕੇ ਖੂਹ ਤੋਂ ਥੱਲੇ ਲਾ ਲਿਆ। ਉਹਨੇ ਆਖਿਆ ਮਰਜੀ, ਜਦੋਂ ਮਰਜੀ ਮਰਨਾ ਆਇਆ, ਮੈਂ ਚਲੀ ਜਾਣਾ, ਤੂੰ ਮਰ ਜਾਵੀਂ ਮਗਰੋਂ ਛਾਲ ਮਾਰ ਦਵੀਂ। ਪਰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਦਿਲ ਦੀ ਕਹਾਣੀ ਤੇ ਦੱਸ, ਤੈਨੂੰ ਹੋਇਆ ਕੀ ਆ?
ਕੱਪੜੇ ਚੰਗੇ ਭਲੇ ਆ, ਸ਼ਕਲ ਤੋਂ ਅਮੀਰ ਘਰ ਦਾ ਜਾਪਦਾ ਵਾ, ਤੈਨੂੰ ਪੈਸੇ ਦੀ ਕੋਈ ਬਿਮਾਰੀ ਨਹੀਂ ਜਾਪਦੀ, ਪੰਡਤਾਂ ਦਾ ਘਰ ਜਾਪਦਾ, ਰੱਜਿਆ ਪੁੱਜਿਆ ਤੇਰਾ ਪਰਿਵਾਰ ਜਾਪਦਾ, ਮਰਨ ਕਿਹੜੀ ਗੱਲੋਂ ਲੱਗਾ ਹੈ। ਮੁੰਡੇ ਦੀਆਂ ਅੱਖਾਂ 'ਚ ਮੋਟੇ ਮੋਟੇ ਹੰਝੂ ਆ ਗਏ, ਉਹਦੀ ਭੁੱਬ ਨਿਕਲ ਗਈ। ਉਹਨੇ ਹੱਥ ਜੋੜ ਕੇ ਆਖਿਆ, ਮਾਂ ਮਰਨ ਤੋਂ ਇਲਾਵਾ ਦੁਨੀਆ ਨੇ ਮੇਰੇ ਸਾਹਮਣੇ ਨਿਸ਼ਾਨਾ ਵੀ ਕੋਈ ਨਹੀਂ ਛੱਡਿਆ, ਮੇਰੇ ਸਾਹਮਣੇ ਰਸਤਾ ਵੀ ਕੋਈ ਨਹੀਂ ਛੱਡਿਆ, ਮਰਾਂਗਾ ਤੇ ਮੇਰਾ ਖਹਿੜਾ ਛੁੱਟ ਜਾਵੇਗਾ। ਮਾਂ ਨੇ ਹੌਸਲਾ ਦੇ ਕੇ ਆਖਿਆ, ਪੁੱਤ ਗੱਲ ਕੀ ਆ, ਮਰ ਜਾਵੀਂ 100 ਵਾਰੀ ਮਰ ਜਾਵੀਂ, ਪਰ ਮਰਨ ਤੋਂ ਪਹਿਲਾਂ ਪਹਿਲਾਂ ਆਪਣੀ ਮਜਬੂਰੀ ਦੱਸ ਕੇ ਜਾ ਵੀ ਤੂੰ ਮਰਨਾ ਕਿਉਂ ਚਾਹੁੰਦਾ। ਮੁੰਡੇ ਨੇ ਹੱਥ ਜੋੜ ਕੇ ਆਖਿਆ, ਮਾਂ ਮੇਰੀ ਜ਼ਿੰਦਗੀ 30 ਤੋਂ ਉੱਤੇ ਚਲੀ ਗਈ ਆ, 30 ਸਾਲ ਤੋਂ ਉੱਤੇ ਮੇਰੀ ਉਮਰ ਹੋ ਚੁੱਕੀ ਆ, ਮੇਰਾ ਵਿਆਹ ਨਹੀਂ ਹੁੰਦਾ, ਮੇਰੀ ਸ਼ਾਦੀ ਨਹੀਂ ਹੁੰਦੀ, ਆਖਿਰਕਾਰ ਕਿਸੇ ਨੇ ਚੁੱਕ ਚੁਕਾ ਕੇ ਮੇਰਾ ਵਿਆਹ ਕਰਵਾ ਦਿੱਤਾ, ਮੇਰੀ ਸ਼ਾਦੀ ਹੋ ਗਈ। ਮੈਂ ਨਵ ਨਵੇਲੀ ਦੁਲਹਨ ਵਿਆਹ ਕੇ ਆਪਣੇ ਘਰ ਨੂੰ ਲਈ ਜਾਂਦਾ ਸਾਂ, ਅੱਗੇ ਅੱਗੇ ਢੋਲ ਵੱਜਦਾ ਸੀ, ਭੰਗੜੇ ਵਾਲੇ ਭੰਗੜਾ ਪਾਉਂਦੇ ਸੀ, ਗਿੱਧੇ ਵਾਲੇ ਗਿੱਧਾ ਪਾਉਂਦੇ ਸੀ, ਲੋਕ ਚਲਕਾਰੀਆਂ ਮਾਰਦੇ ਸੀ, ਗਲੀਆਂ ਦੇ ਵਿੱਚ ਲਲਕਾਰੇ ਮਾਰਦੇ ਸੀ। ਉਧਰੋਂ ਮੇਰੀ ਘਰ ਮਾਂ ਹੱਥ ਵਿੱਚ ਪਾਣੀ ਲੈ ਕੇ ਤੇ ਦਰਵਾਜ਼ੇ 'ਚ ਖਲੋਤੀ ਮੈਨੂੰ ਉਡੀਕ ਰਹੀਏ ਤੇ ਆਪਣੇ ਮੂੰਹ ਦੇ ਵਿੱਚ ਗੀਤ ਪੜ ਰਹੀਏ, ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਤੇਰਾ ਬਾਹਰ ਖੜਾ। ਮਾਈ ਨੇ ਆਖਿਆ, ਇਹ ਮਾੜਾ ਕੀ ਹੋਇਆ, ਤੂੰ ਵਿਆਹ ਕਰਾ ਕੇ ਘਰ ਨੂੰ ਤੁਰਿਆ ਜਾਣਾ ਏ, ਅੱਗੇ ਅੱਗੇ ਭੰਗੜਾ ਪੈਂਦਾ ਏ, ਢੋਲ ਵੱਜਦਾ ਏ, ਗਿੱਧਾ ਪੈਂਦਾ ਏ, ਮਾਂ ਤੇਰੀ ਘਰ ਉਡੀਕਦੀ ਏ, ਇਹਦੇ 'ਚ ਮਾੜਾ ਕੀ ਏ, ਮਰਨਾ ਕਿਹੜੀ ਗੱਲੋਂ ਏ। ਮੁੰਡੇ ਨੇ ਆਖਿਆ, ਕਹਾਣੀ ਇੱਥੇ ਬਦਲ ਗਈ। ਮੈਂ ਆਖਿਆ, ਕਿੱਦਾਂ? ਕਹਿੰਦਾ, ਮੈਂ ਆਪਣੀ ਨਵ ਨਵੇਲੀ ਦੁਲਹਨ ਲੈ ਕੇ ਅਜੇ ਪਿੰਡ ਦੀ ਸੱਥ ਵਿੱਚ ਪਹੁੰਚਿਆ, ਲੋਕ ਕੋਠਿਆਂ ਤੇ ਚੜ ਕੇ ਮੇਰਾ ਡੋਲਾ ਵੇਖ ਰਹੇ ਨੇ, ਮੈਨੂੰ ਵੇਖ ਰਹੇ ਨੇ, ਮੈਂ ਵੀ ਘੋੜੇ ਦੇ ਉੱਤੇ ਚੜਿਆ ਹਾਂ। ਜਾਂ ਇੰਨੇ ਚਿਰ ਨੂੰ ਇੱਕ ਆਫਤ ਆਈ, ਉਹ ਆਫਤ ਆਈ ਆ ਉਸਮਾਨ ਖਾਂ ਪਠਾਨ ਦੇ ਰੂਪ ਅੰਦਰ। ਉਹਨੇ ਨਵ ਨਵੇਲੀ ਦੁਲਹਨ ਦੇ ਕੋਲ ਆ ਕੇ ਆਪਣਾ ਘੋੜਾ ਰੋਕਿਆ, ਮੇਰੀ ਨਵ ਨਵੇਲੀ ਦੁਲਹਨ ਨੂੰ ਜ਼ਬਰੀ ਚੁੱਕਿਆ, ਘੋੜੇ ਦੇ ਉੱਤੇ ਬਿਠਾਇਆ ਤੇ ਛੂਟਾ ਵੱਟ ਕੇ ਆਓ ਚਲਾ ਗਿਆ, ਆਓ ਚਲਾ ਗਿਆ। ਨਾ ਉੱਥੇ ਖਲੋਤੇ ਬਰਾਤੀ ਕੁਝ ਕਰ ਸਕੇ, ਨਾ ਕੋਠਿਆਂ ਤੇ ਚੜੇ ਲੋਕ ਕੁਝ ਕਰ ਸਕੇ, ਤੇ ਮੈਂ ਤੇ ਹਿੱਲ ਹੀ ਨਹੀਂ ਸਕਿਆ, ਮੈਂ ਤੇ ਮੋਮ ਬਣ ਕੇ ਖਲੋ ਗਿਆ। ਮਾਈ ਨੇ ਆਖਿਆ, ਫਿਰ ਮਰਦਾ ਕਿਹੜੀ ਗੱਲੋਂ? ਕਹਿੰਦਾ, ਮਰਾਂ ਨਾ ਤੇ ਕੀ ਕਰਾਂ, ਚਾਂਗਰਾ ਮਾਰਨ ਨੂੰ ਸਾਰੇ ਸੀ, ਲਲਕਾਰੇ ਮਾਰਨ ਨੂੰ ਸਾਰੇ ਸੀ, ਜੇ ਮੇਰੀ ਦੁਲਹਨ ਖੋਈ ਗਈ ਆ ਤੇ ਲੋਕੀ ਹੁਣ ਮੈਨੂੰ ਟਿਚਰਾਂ ਕਰਕੇ ਕਹਿੰਦੇ, ਉਹ ਜਾਓ ਨਕੰਮਿਆਂ, ਤੇਰੇ ਵਰਗਾ ਵੀ ਕੋਈ ਬੰਦਾ ਜਿਹੜਾ ਆਪਣੀ ਘਰ ਵਾਲੀ ਨਹੀਂ ਸਾਂਭ ਸਕਿਆ। ਮੈਂ ਜਿੱਥੇ ਜਾਣਾ ਮੈਨੂੰ ਲਾਹਣਤਾਂ ਪੈਂਦੀਆਂ ਨੇ, ਮੇਰੀ ਕੋਈ ਸੱਜਣ ਨਹੀਂ ਸੁਣਦਾ, ਮੇਰੀ ਕੋਈ ਦੋਸਤ ਨਹੀਂ ਸੁਣਦਾ, ਮੇਰੀ ਕੋਈ ਦੇਵੀ ਦੇਵਤਾ ਨਹੀਂ ਸੁਣਦਾ, ਸਾਰੇ ਕਹਿੰਦੇ ਨੇ ਤੇਰੇ ਵਰਗਾ ਨਕੰਮਾ ਹੈ ਹੀ ਕੋਈ ਨਹੀਂ ਜਿਹੜਾ ਆਪਣੀ ਘਰ ਵਾਲੀ ਦੀ ਰਾਖੀ ਨਾ ਕਰ ਸਕੇ। ਮਾਈ ਨੇ ਹੌਸਲਾ ਦੇ ਕੇ ਆਖਿਆ, ਪੁੱਤ ਪੱਥਰ ਦੇ ਦੇਵਤਿਆਂ ਦੇ ਅੱਗੇ ਤੇ ਸਿਰ ਝੁਕਾ ਕੇ ਵੇਖ ਲਿਆਈ, ਅਸਲੀ ਦੇ ਦੇਵਤਿਆਂ ਦੇ ਕੋਲ ਗਿਆ, ਅਸਲੀ ਦੇ ਦੇਵਤਿਆਂ ਦੇ ਕੋਲ। ਮੁੰਡੇ ਨੇ ਆਖਿਆ, ਮਾਤਾ ਅਸਲੀ ਦੇ ਦੇਵਤੇ ਵੀ ਦੁਨੀਆ ਤੇ ਹੈਗੇ ਆ? ਮੈਂ ਆਖਿਆ, ਹਾਂ, ਜੇ ਤੂੰ ਉੱਥੇ ਪਹੁੰਚ ਗਿਓ, ਜੇ ਤੂੰ ਆਪਣੀ ਗੱਲ ਅਸਲੀ ਦੇ ਦੇਵਤਿਆਂ ਕੋਲ ਰੱਖ ਦਿੱਤੀ ਤੇ ਮੈਂ ਤੈਨੂੰ ਦਾਵਾ ਕਰਕੇ ਕਹਿਨੀ ਆ ਕਿ ਤੇਰੀ ਘਰ ਵਾਲੀ ਛਡਾ ਕੇ ਤੇਰੇ ਕੋਲ ਜ਼ਰੂਰ ਪਹੁੰਚਾ ਦੇਣਗੇ। ਅਸਲੀ ਦੇ ਦੇਵਤੇ ਇਦਾਂ ਦੇ ਆ। ਮੁੰਡਾ ਕਹਿੰਦਾ, ਮਾਈ ਅਸਲੀ ਦੇ ਦੇਵਤੇ ਰਹਿੰਦੇ ਕਿੱਥੇ ਆ? ਮਾਈ ਨੇ ਆਖਿਆ, ਅੰਮ੍ਰਿਤਸਰ ਚਲਾ ਜਾ। ਅੰਮ੍ਰਿਤਸਰ ਉਹਨਾਂ ਦੇਵਤਿਆਂ ਦਾ ਸਭ ਤੋਂ ਵੱਡਾ ਮੰਦਿਰ ਆ, ਉਹਨੂੰ ਹਰੀ ਮੰਦਿਰ ਕਹਿੰਦੇ ਆ, ਹਰੀ ਮੰਦਿਰ। ਉਹਦੀ ਪਰਿਕਰਮਾ ਵਿੱਚ ਚਲਾ ਜਾਵੀਂ, ਉੱਥੇ ਉਹਨਾਂ ਦੇਵਤਿਆਂ ਦਾ ਸਭ ਤੋਂ ਵੱਡਾ ਦੇਵਤਾ ਤੈਨੂੰ ਮਿਲੂਗਾ, ਤੇ ਸਭ ਤੋਂ ਵੱਡੇ ਦੇਵਤੇ ਦੀ ਨਿਸ਼ਾਨੀ ਇਹ ਆ, ਉਹਦੀਆਂ ਮੁੱਛਾਂ ਨੂੰ ਤਾ, ਉਹਦਾ ਸੋਹਣਾ ਦਾੜਾ ਪ੍ਰਕਾਸ਼, ਨੀਲਾ ਉਹਦਾ ਬਾਣਾ, ਸਿਰ ਦੇ ਉੱਤੇ ਨੀਲਾ ਦਸਤਾਰਾ, ਇੱਕ ਮੋਢੇ ਤੇ ਤੀਰਾਂ ਵਾਲਾ ਭੱਥਾ, ਇੱਕ ਮੋਢੇ ਤੇ ਲਟਕਦੀ ਕਮਾਨ, ਢਾਕ ਤੇ ਲਟਕਦੀ ਸ੍ਰੀ ਸਾਹਿਬ। ਉਹਨਾਂ ਦੇਵਤਿਆਂ ਦਾ ਸਭ ਤੋਂ ਵੱਡਾ ਦੇਵਤਾ ਹੀ, ਤੇ ਉਹਨੂੰ ਲੋਕੀ ਜਥੇਦਾਰ ਜਥੇਦਾਰ ਜੀ ਕਹਿੰਦੇ ਹੀ। ਜਾ ਕੇ ਉਸ ਜਥੇਦਾਰ ਨੂੰ ਆਪਣੀ ਕਹਾਣੀ ਸੁਣਾ, ਤੇਰੀ ਘਰ ਵਾਲੀ ਛੁੱਟ ਕੇ ਘਰ ਆ ਜੀ। ਮੁੰਡਾ ਸ਼੍ਰੀ ਅੰਮ੍ਰਿਤਸਰ ਆਇਆ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਤਰਿਆ, ਤੇ ਜਿਹੜੇ ਬੰਨੇ ਝਾਤੀ ਮਾਰਦਾ ਉਧਰ ਹੀ ਨੀਲੇ ਚੋਲਿਆਂ ਵਾਲੇ ਤੁਰੇ ਫਿਰਦੇ ਆ, ਜਿਹੜੇ ਬੰਨੇ ਝਾਤੀ ਮਾਰਦਾ ਉਧਰ ਹੀ ਨੀਲੀਆਂ ਦਸਤਾਰਾਂ ਵਾਲੇ ਤੁਰੇ ਫਿਰਦੇ ਆ। ਸਾਰਿਆਂ ਦੇ ਮੁਸ਼ਹਿਰਿਆਂ ਨੂੰ ਤਾ, ਸਾਰਿਆਂ ਦੇ ਦਾੜੇ ਪ੍ਰਕਾਸ਼,
ਸਾਰਿਆਂ ਨੇ ਮੋਢੇ ਤੇ ਪਾਏ ਤੀਰਾਂ ਵਾਲੇ ਭੱਥੇ ਤੇ ਮੋਢੇ ਤੇ ਪਾਈਆਂ ਕਮਾਣਾ। ਮੁੰਡਾ ਹੈਰਾਨ ਹੋ ਕੇ ਵੇਖਦਾ ਇਹਨਾਂ ਚੋਂ ਅਸਲੀ ਦੇਵਤਾ ਕਿਹੜਾ ਵਾ, ਇਹਨਾਂ ਦੇਵਤਿਆਂ ਦਾ ਜਥੇਦਾਰ ਕਿਹੜਾ, ਮੈਂ ਲੱਭੂ ਕਿੱਦਾਂ। ਉਹ ਮੁੰਡਾ ਲੱਭਦਾ ਲੱਭਦਾ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਕੋਲ ਆਇਆ। ਉੱਥੇ ਇੱਕ ਸੇਵਾਦਾਰ ਬਰਸ਼ਾ ਫੜ ਕੇ ਹੱਥ ਦੇ ਵਿੱਚ ਸੇਵਾ ਕਰ ਰਿਹਾ ਸੀ। ਮੁੰਡੇ ਨੇ ਉਹਨੂੰ ਜਾ ਕੇ ਆਵਾਜ਼ ਮਾਰੀ, ਕਹਿੰਦਾ ਜੀ ਮੈਂ ਤੁਹਾਡੇ ਵੱਡੇ ਜਥੇਦਾਰ ਨੂੰ ਮਿਲਣਾ, ਜਿਹੜਾ ਸਭ ਤੋਂ ਵੱਡਾ ਜਥੇਦਾਰ ਹੋਵੇ, ਮੈਂ ਉਹਨੂੰ ਮਿਲਣਾ ਹੈ। ਜਿਹਨੇ ਬਰਸ਼ਾ ਫੜਿਆ ਸੀ ਉਹਨੇ ਕੋਲ ਖਲੋਤੇ ਸਿੰਘ ਨੂੰ ਆਵਾਜ਼ ਮਾਰੀ ਤੇ ਬਰਸ਼ਾ ਉਹਨੂੰ ਫੜਾ ਦਿੱਤਾ ਤੇ ਪੰਡਤਾਂ ਦੇ ਮੁੰਡੇ ਨੂੰ ਨਾਲ ਲੈ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਆ ਗਿਆ। ਹੁਣ ਮੁੰਡਾ ਸਾਹਮਣੇ ਖਲੋ ਗਿਆ। ਉਹ ਜਿੰਨੇ ਬਰਸ਼ਾ ਫੜਿਆ ਸੀ ਉਹ ਅਕਾਲ ਤਖਤ ਸਾਹਿਬ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਗਿਆ ਤੇ ਆਵਾਜ਼ ਮਾਰ ਕੇ ਕਹਿੰਦਾ, ਦੱਸ ਕੀ ਕਹਿਣਾ ਚਾਹੁੰਦਾ ਹੈ। ਪੰਡਤਾਂ ਦੇ ਮੁੰਡੇ ਨੇ ਆਖਿਆ, ਜੀ ਮੈਂ ਤੁਹਾਨੂੰ ਨਹੀਂ ਮਿਲਣਾ, ਤੁਸੀਂ ਤੇ ਬਰਸ਼ਾ ਫੜ ਕੇ ਖਲੋਤੇ ਸੀ ਦਰਵਾਜ਼ੇ 'ਚ, ਮੈਂ ਤੁਹਾਡੇ ਵੱਡੇ ਜਥੇਦਾਰ ਨੂੰ ਮਿਲਣਾ, ਜਿਹੜਾ ਤੁਹਾਡਾ ਆਗੂ ਏ, ਜਿਹੜਾ ਤੁਹਾਡਾ ਲੀਡਰ ਆ, ਉਹ ਕਿੱਥੇ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਏ ਬਾਬੇ ਨੇ ਆਵਾਜ਼ ਮਾਰ ਕੇ ਆਖਿਆ, ਪੰਡਤ ਜੀ ਮੈਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਂ, ਮੈਂ ਹੀ ਇਸ ਵਕਤ ਕੌਮ ਦਾ ਸਭ ਤੋਂ ਵੱਡਾ ਆਗੂ ਮੰਨਿਆ ਜਾਂਦਾ ਹਾਂ। ਮੇਰਾ ਨਾਮ ਆ ਜਥੇਦਾਰ ਹਰੀ ਸਿੰਘ ਭੰਗੀ, ਮੇਰਾ ਪਿੰਡ ਪੈਂਦਾ ਪੰਜਵੜ। ਪੰਜਵੜ ਪਿੰਡ ਆ, ਜਦੋਂ ਬੀੜ ਬਾਬਾ ਬੁੱਢਾ ਸਾਹਿਬ ਤੋਂ ਖੇਮ ਕਰਨ ਵਾਲੇ ਪਾਸੇ ਨੂੰ ਜਾਈਏ ਨਾ, ਬੀੜ ਬਾਬਾ ਬੁੱਢਾ ਸਾਹਿਬ ਟੱਪ ਜਾਈਏ ਤੇ ਕੁਝ ਵਿੱਥ ਦੇ ਉੱਤੇ ਜਾ ਕੇ ਇੱਕ ਪਿੰਡ ਆਉਂਦਾ, ਜਿਸ ਪਿੰਡ ਨੂੰ ਕਹਿੰਦੇ ਨੇ ਪਿੰਡ ਪੰਜਵੜ। ਪਿੰਡ ਪੰਜਵੜ ਦਾ ਰਹਿਣ ਵਾਲਾ ਜਥੇਦਾਰ ਹਰੀ ਸਿੰਘ ਭੰਗੀ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਏ। ਤੇ ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਵੀ ਹੋਵੇ ਜਥੇਦਾਰ ਤੇ ਬਰਸ਼ਾ ਫੜ ਕੇ ਸੇਵਾ ਕਰਦਾ ਹੋਵੇ। ਮਾਫ ਕਰਿਓ, ਇਹਦੇ ਬਿਮਾਰੀ ਹੋਣੀ ਸਾਡੇ 'ਚ ਜਾਗ ਪਈ ਆ। ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਭਜਨ ਨਹੀਂ, ਕੋਈ ਬੰਦਗੀ ਨਹੀਂ, ਤੇ ਬੰਦਾ ਅਸੀਂ ਅਹੁਦਾ ਅਸੀਂ ਵੱਡੇ ਤੋਂ ਵੱਡਾ ਗੁਰੂ ਦੇ ਘਰ ਦੇ ਵਿੱਚ ਲੱਭਦੇ। ਕਦੀ ਸਾਡੇ ਵੱਡਿਆਂ ਨੇ ਮਿਹਨਤਾਂ ਕਰਕੇ, ਮਸ਼ੱਕਤਾਂ ਕਰਕੇ, ਦਿਨ ਰਾਤ ਇੱਕ ਸੇਵਾ ਕਰਕੇ ਫਿਰ ਜਾ ਕੇ ਇਹ ਜਥੇਦਾਰੀਆਂ ਲਈਆਂ ਸੀ। ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੇਣ ਲੱਗੇ ਸੀ ਨਾ ਪੰਥ ਵੱਲੋਂ, ਤੇ ਕਹਿੰਦੇ ਨਵਾਬ ਕਪੂਰ ਸਿੰਘ ਉਦੋਂ ਸੰਗਤਾਂ ਨੂੰ ਪੱਖਾ ਝੱਲਣ ਡਿਆ ਸੀ ਤੇ ਪੰਥ ਨੇ ਆਖਿਆ ਜੀ ਨਵਾਬੀ ਇਹਨੂੰ ਦੇ ਦਿਓ। ਨਵਾਬ ਕਪੂਰ ਸਿੰਘ ਨੇ ਆਖਿਆ ਬਿਲਕੁਲ ਨਹੀਂ, ਜੋ ਮਜ਼ਾ ਸੇਵਾਦਾਰੀ ਦੇ ਵਿੱਚ ਆ ਉਹ ਸੇਵਾਦਾਰੀ ਦੇ ਵਿੱਚ ਹੀ ਰਹੇਗਾ। ਨਵਾਬੀਆਂ ਲੈ ਕੇ ਮੈਂ ਕੋਈ ਜ਼ਿਆਦਾ ਵੱਡਾ ਨਹੀਂ ਹੋ ਜਾਣਾ, ਮੈਨੂੰ ਸੇਵਾਦਾਰ ਬਣੇ ਰਹਿਣ। ਅੱਜ ਸਾਡੀ ਕੌਮ ਵਿੱਚੋਂ ਸੇਵਾਦਾਰ ਬਣਨ ਦੀ ਭਾਵਨਾ ਨਿਕਲ ਗਈ। ਅੱਜ ਹਰ ਹੀ ਬੰਦਾ ਕਹਿੰਦਾ ਵੀ ਮੈਨੂੰ ਨਵਾਬ ਹੀ ਬਣਾ ਦਿਓ, ਮੈਨੂੰ ਬਿਨਾਂ ਸੇਵਾ ਤੋਂ, ਬਿਨਾਂ ਸਿਮਰਨ ਤੋਂ ਮੈਨੂੰ ਅੱਗੇ ਲੈ ਕੇ ਚੱਲੋ। ਸੇਵਾ ਤੇ ਸਿਮਰਨ ਬਹੁਤ ਪਿੱਛੇ ਸਾਡੇ ਵਰਗੇ ਲੋਕਾਂ ਨੇ ਕਰਕੇ ਰੱਖ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਰੀ ਸਿੰਘ ਭੰਗੀ ਕਹਿੰਦਾ, ਦੱਸੋ ਪੰਡਤ ਜੀ ਗੱਲ ਕੀ ਆ। ਜੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ, ਜਦੋਂ ਕਦੇ ਮੇਰਾ ਮਨ ਕਰੇ ਮੈਂ ਬਰਸ਼ਾ ਫੜ ਕੇ ਸੇਵਾ ਕਰ ਲੈਣਾ, ਮੈਂ ਤੱਪੜ ਵੀ ਝਾੜ ਲੈਣਾ, ਮੈਂ ਭਾਂਡੇ ਵੀ ਮਾਂਜ ਲੈਣਾ, ਮੈਂ ਸੰਗਤਾਂ ਦੇ ਜੋੜੇ ਵੀ ਝਾੜ ਲੈਣਾ। ਜਥੇਦਾਰ ਹਾਂ ਤੇ ਜਥੇਦਾਰੀ ਸੰਗਤ ਨੇ ਦਿੱਤੀ ਏ, ਤੇ ਸੰਗਤ ਦੀ ਸੇਵਾ ਕੀਤਿਆਂ ਮੇਰਾ ਕਿਹੜਾ ਕੁਝ ਲੱਥ ਜਾਣਾ ਹੈ। ਪੰਡਤ ਦੀਆਂ ਅੱਖਾਂ 'ਚ ਪਾਣੀ ਆ ਗਿਆ, ਕਹਿੰਦਾ ਗੱਲ ਬਣ ਜਾਊਗੀ। ਜਿਸ ਕੌਮ ਦਾ ਜਥੇਦਾਰ ਇੰਨਾ ਤਿਆਗੀ ਹੋਵੇ, ਜਿਸ ਕੌਮ ਦਾ ਜਥੇਦਾਰ ਇੰਨੀ ਭਾਵਨਾ ਵਾਲਾ ਹੋਵੇ, ਉਹ ਕੌਮ ਆਪ ਕਿੱਦਾਂ ਦੀ ਹੋਵੇਗੀ। ਪੰਡਤਾਂ ਦੇ ਮੁੰਡੇ ਵੱਲ ਵੇਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਖਿਆ, ਦੱਸੋ ਪੰਡਤ ਜੀ ਕਿਉਂ ਮੈਨੂੰ ਲੱਭਦੇ ਸੀ, ਕਿਹੜੀ ਗੱਲੋਂ ਮੇਰੇ ਤੱਕ ਪਹੁੰਚਣਾ ਚਾਹੁੰਦੇ ਸੀ। ਸੁਣੀਏ ਸਾਧ ਸੰਗਤ, ਸ਼੍ਰੀ ਅਕਾਲ ਤਖਤ ਸਾਹਿਬ ਲੱਗਾ ਹੈ ਦਰਬਾਰ। ਕੌਮ ਦਾ ਜਥੇਦਾਰ ਹਰੀ ਸਿੰਘ ਭੰਗੀ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ। ਇੱਕ ਦੁਖੀਆ ਪੰਡਤ ਚੱਲ ਕੇ ਆਇਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਦਰਦਾਂ ਭਰੀ ਦਾਸਤਾਂ ਇੰਜ
ਦਿੱਤੀਆਂ ਸਿੰਘ ਦੇ ਦਰਬਾਰੇ ਰੋ ਦਹਾਈਆਂ ਦਿੱਤੀਆਂ ਸਿੰਘ ਦੇ ਦਰਬਾਰੇ ਰੋ ਦਹਾਈਆਂ ਦਿੱਤੀਆਂ ਸਿੰਘ ਦੇ ਦਰਬਾਰੇ ਰੋ ਦਹਾਈਆਂ ਦਿੱਤੀਆਂ ਸਿੰਘ ਦੇ ਦਰਬਾਰੇ ਆ ਪਿੱਟਿਆ ਮਾਰ ਦੋ ਹੱਥੜੇ ਪਾਏ ਵੈਣ ਕਰਾਰੇ 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 ਮੇਰਾ ਸ਼ਗਣਾ ਡੋਲਾ ਖੋਲਿਆ ਖੋਲਿਆ ਮੇਰਾ ਸ਼ਗਣਾ ਡੋਲਾ ਖੋਲਿਆ ਖੋਲਿਆ ਫੜ ਜਾਂਜੀ ਮਾਰੇ ਛਕਣਾ ਡੋਲਾ ਖੋਲਿਆ ਫੜ ਜਾਂਜੀ ਮਾਰੇ ਛਕਣਾ ਡੋਲਾ ਖੋਲਿਆ ਫੜ ਜਾਂਜੀ ਮਾਰੇ ਛਕਣਾ ਡੋਲਾ ਖੋਲਿਆ ਫੜ ਜਾਂਜੀ ਮਾਰੇ ਮਰ ਗਏ ਹਿੰਦੂ ਰਾਜਪੂਤ ਮਰਹੱਟੇ ਸਾਰੇ 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 ਸ਼ੈਤਰੀ ਛਤਰੀ ਕਾਮ ਦੇ ਸ਼ੈਤਰੀ ਛਤਰੀ ਕਾਮ ਦੇ ਹੋ ਗਏ ਨਕਾਰੇ ਸ਼ਸਤਰ 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 ਛਤਰੀ ਕਾਮ ਦੇ ਹੋ ਗਏ ਨਕਾਰੇ ਤੁਸੀਂ ਪੁੱਤਰ ਸਾਹਿਬਕਾਰ ਦੇ ਦਸ਼ਮੇਸ਼ ਦੁਲਾਰੇ ਪੁੱਤਰ ਸਾਹਿਬਕਾਰ ਦੇ ਦਸ਼ਮੇਸ਼ ਦੁਲਾਰੇ ਤੁਸੀਂ ਪੁੱਤਰ ਸਾਹਿਬ ਦਸ਼ਮੇਸ਼ ਦੁਲਾਰੇ ਪੁੱਤਰ ਸਾਹਿਬ ਕੌਰ ਦੇ ਦਸ਼ਮੇਸ਼ ਦੁਲਾਰੇ ਪੁੱਤਰ ਸਾਹਿਬ ਕੌਰ ਦੇ ਦਸ਼ਮੇਸ਼ ਦੁਲਾਰੇ ਛੱਡ ਕੇ ਜਾਵਾਂ ਤੁਸਾਨੂੰ ਹੁਣ ਕਿਸ ਦੇ ਦੁਆਰੇ ਛੱਡ ਕੇ ਜਾਵਾਂ ਤੁਸਾਨੂੰ ਹੁਣ ਕਿਸ ਦੇ ਦੁਆਰੇ ਛੱਡ ਕੇ ਜਾਵਾਂ ਤੁਸਾਨੂੰ ਹੁਣ ਕਿਸ ਦੇ ਦੁਆਰੇ ਉਹ ਛੱਡ ਕੇ ਜਾਵਾਂ ਛੱਡ ਕੇ ਜਾਵਾਂ ਛੱਡ ਕੇ ਜਾਵਾਂ ਛੱਡ ਕੇ ਜਾਵਾਂ ਤੁਸਾਨੂੰ ਹੁਣ ਕਿਸ ਦੇ ਦੁਆਰੇ ਛੱਡ ਕੇ
ਕੇ ਜਾਵਾਂ ਤੂੰ ਸਾਨੂੰ ਹੁਣ ਕਿਸ ਦੇ ਦੁਆਰੇ, ਛੱਡ ਕੇ ਜਾਵਾਂ ਤੂੰ ਸਾਨੂੰ ਹੁਣ ਕਿਸ ਦੇ ਦੁਆਰੇ, ਛੱਡ ਕੇ ਜਾਵਾਂ ਤੂੰ ਸਾਨੂੰ ਹੁਣ ਕਿਸ ਦੇ ਦੁਆਰੇ, ਛੱਡ ਕੇ ਜਾਵਾਂ ਤੂੰ ਸਾਨੂੰ ਹੁਣ ਕਿਸ ਦੇ ਦੁਆਰੇ। ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਲੱਗੇ ਹੋਏ ਦਰਬਾਰ ਦੇ ਅੰਦਰ ਉਸ ਦੁਖੀਏ ਪੰਡਤ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਮੇਰੀ ਸੁਣਦਾ ਕੋਈ ਨਹੀਂ, ਮੇਰੀ ਫਰਿਆਦ ਕਿਸੇ ਨੇ ਨਹੀਂ ਮੰਨੀ। ਜਥੇਦਾਰ ਨੇ ਆਖਿਆ ਹੋਇਆ ਕੀ ਹੈ ਤੈਨੂੰ? ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਹੱਸੇਗਾ ਤੇ ਨਾ? ਉਹਨੇ ਆਖਿਆ ਹੱਸਣ ਵਾਲੀ ਵੀ ਗੱਲ ਹੈਗੀ ਇਹਦੇ ਚ। ਸੱਚੇ ਸਾਧ ਸੰਗਤ ਕਈ ਵਾਰੀ ਬੰਦੇ ਨੂੰ ਬਿਮਾਰੀ ਇਦਾਂ ਦੀ ਲੱਗ ਜਾਂਦੀ ਹੈ, ਬੰਦੇ ਦਾ ਮਰਨ ਹੋਇਆ ਹੁੰਦਾ, ਲੋਕਾਂ ਦੇ ਭਾ ਦਾ ਹਾਸਾ ਬਣਿਆ ਹੁੰਦਾ ਹੈ। ਸਾਡੀ ਆਮ ਪੇਂਡੂ ਭਾਸ਼ਾ ਦੇ ਵਿੱਚ ਕੁਝ ਘਟਨਾਵਾਂ ਕਈ ਵਾਰੀ ਵਾਪਰ ਜਾਂਦੀਆਂ ਨੇ, ਬੰਦਾ ਸ਼ਰਮ ਦਾ ਮਾਰਾ ਮੂੰਹ ਨਹੀਂ ਕੱਢਦਾ, ਲੋਕੀ ਹਾਸਾ ਪਾ ਲੈਂਦੇ ਨੇ ਉਹਦਾ। ਜਥੇਦਾਰ ਨੇ ਉਹਦੇ ਵੱਲ ਵੇਖ ਕੇ ਆਖਿਆ ਕੋਈ ਗੱਲ ਨਹੀਂ, ਦੱਸ ਹੋਇਆ ਕੀ ਤੈਨੂੰ? ਉਹਨੇ ਉਹ ਕਹਾਣੀ ਦੱਸੀ ਜਿਹੜੀ ਮਾਤਾ ਨੂੰ ਦੱਸੀ ਸੀ ਖੂਹ ਦੇ ਕੰਢੇ ਤੇ ਖਲੋ ਕੇ। ਕਹਿੰਦਾ ਜਥੇਦਾਰਾ ਮਸਾਂ ਮਸਾਂ ਮੇਰਾ ਵਿਆਹ ਹੋਇਆ, ਵਾਜੇ ਵੱਜਦੇ ਸੀ, ਗਾਜੇ ਵੱਜਦੇ ਸੀ, ਢੋਲ ਵੱਜਦਾ ਸੀ, ਭੰਗੜਾ ਪੈਂਦਾ ਸੀ, ਕੁੜੀਆਂ ਗਿੱਧਾ ਪਾਉਂਦੀਆਂ ਸੀ, ਪਰ ਐਨ ਭਰੀ ਬਰਾਤ ਦੇ ਵਿੱਚੋਂ ਉਸਮਾਨ ਖਾਂ ਪਠਾਨ ਆਇਆ, ਮੇਰੀ ਨਵ ਨਵੇਲੀ ਦੁਲਹਨ ਨੂੰ ਚੁੱਕ ਕੇ ਰਾਏ ਪੈਂਦਾ ਰਿਹਾ, ਕਿਸੇ ਬੰਦੇ ਦੀ ਜੁਰਤ ਨਹੀਂ ਪਈ ਨੂੰ ਅੱਗੇ ਹੋ ਕੇ ਰੁਕ ਜੀ। ਜਥੇਦਾਰ ਨੇ ਆਖਿਆ ਬੰਦੇ ਕਿੰਨੇ ਕੁ ਸੀ ਜਦੋਂ ਆਏ ਲੁੱਟਣ? ਪੰਡਤ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਸਾਡੇ ਚ ਇੰਨੀ ਸਾਹ ਸਤਿਆ ਨਹੀਂ ਹੈਗੀ ਵੀ ਪਠਾਨ ਆਉਂਦੇ ਹੋਣ ਤੇ ਅਸੀਂ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਵੇਖ ਸਕੀਏ। ਕਹਿੰਦਾ ਇੰਨੀ ਵੀ ਜੁਰਤ ਨਹੀਂ? ਕਹਿੰਦਾ ਨਾ ਨਾ। ਕਹਿੰਦਾ ਫਿਰ ਵੀ ਗਿਣਤੀ ਦਾ ਹਿਸਾਬ ਤੇ ਦੱਸ ਵੀ ਕਿੰਨੇ ਬੰਦੇ ਆਏ ਜਿਹੜੇ ਤੇਰੀ ਨਵ ਨਵੇਲੀ ਦੁਲਹਨ ਨੂੰ ਚੁੱਕ ਕੇ ਲੈ ਕੇ ਗਏ? ਪੰਡਤ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਗਿਣਤੀ ਦਾ ਪੱਕਾ ਤੇ ਪਤਾ ਨਹੀਂ, ਨਾ ਅਸੀਂ ਚਿਹਰਾ ਵੇਖਿਆ ਨਾ ਉਹਨਾਂ ਦੀਆਂ ਸ਼ਕਲਾਂ ਵੇਖੀਆਂ ਨੇ, ਹਾਂ ਉਹਨਾਂ ਦੀਆਂ ਲੱਤਾਂ ਤੋਂ ਹਿਸਾਬ ਕਿਤਾਬ ਜਾਂ ਲਾਇਆ, ਲੱਤਾਂ 4 ਸੀ, ਤੂੰ ਆਪੇ ਹਿਸਾਬ ਲਾ ਲਾ ਬੰਦੇ 2 ਹੋਣਗੇ। ਜਥੇਦਾਰ ਹੱਸ ਕੇ ਕਹਿੰਦਾ 2 ਬੰਦੇ? ਉਹ ਤੁਸੀਂ ਕਿੰਨੇ ਹੋਏ? ਉਹਨੇ ਸਿਰ ਨੀਵਾ ਕਰਕੇ ਆਖਿਆ ਕਹਿੰਦਾ ਜਥੇਦਾਰਾ ਹੈਗੇ ਸਾ 500-700 ਮੂਰਤੀਆਂ ਤੁਰੇ ਫਿਰਦੀਆਂ ਸੀ, ਬਥੇਰੀਆਂ ਲਾਛਾਂ ਉੱਥੇ। ਮੈਂ ਕਿਹਾ ਬੇੜਾ ਤੇ ਬਹਿਣਾ ਹੀ ਸੀ ਤੁਹਾਡਾ, ਤਲਵਾਰਾਂ ਕਿਹੜੀ ਗੱਲੋਂ ਹੱਥ 'ਚ ਫੜੀਆਂ ਸੀ? ਕਹਿੰਦਾ ਨਾ ਜਥੇਦਾਰਾ ਇਹਦੇ ਵਿਆਹ ਸ਼ਾਦੀ ਦੇ ਵਿਖਾਉਣ ਵਾਸਤੇ ਹੀ ਆ, ਸਾਡੇ ਪਿੰਡਾਂ 'ਚ ਵੀ ਕਈ ਤਲਵਾਰਾਂ ਇਦਾਂ ਦੀਆਂ ਅੱਜ ਵੀ ਹੈਗੀਆਂ, ਗੁਰਦੁਆਰਿਓਂ ਵਿਆਹ ਦੇ ਲੈ ਜਾਈਦੀ ਆ, ਮੁੜ ਕੇ ਉੱਥੇ ਲਿਆ ਕੇ ਰੱਖ ਦੀ। ਕਦੀ ਕਿਸੇ ਨੇ ਕਰਮਾਂ ਵਾਲੇ ਨੇ ਕੱਢ ਕੇ ਮਾਂਜੀ ਵੀ ਨਹੀਂ ਹੋਣੀ ਵੀ ਇਹਨੂੰ ਵਰਤਦਾ ਸਾਰਾ ਪਿੰਡ, ਉਹਨੂੰ ਜੰਗਾਲ ਪਈ ਪਈ ਨੂੰ ਜ਼ਰੂਰ ਪੈ ਗਿਆ ਹੋਊਗਾ। ਇੰਨਾ ਕਹੀਂ ਸ਼ਸਤਰਾਂ ਨਾਲ ਪਿਆਰ ਕਰਦੇ ਆ। ਜਥੇਦਾਰ ਨੇ ਆਖਿਆ ਸ੍ਰੀ ਸਾਹਿਬ ਕਿਹੜੇ ਕੰਮ ਨੂੰ ਹੱਥ ਵਿੱਚ? ਪੰਡਤਾਂ ਦਾ ਮੁੰਡਾ ਹੱਥ ਜੋੜ ਕੇ ਕਹਿੰਦਾ ਜਥੇਦਾਰਾ ਇਹ ਤੇ ਬਸ ਵਿਆਹ ਸ਼ਾਦੀ ਦੇ ਫੜਨ ਵਾਸਤੇ ਹੀ ਆ, ਸਾਨੂੰ ਲੋੜ ਪੈ ਜੇ ਚਲਾਉਣ ਦੀ ਉਹ ਸਾਡੇ 'ਚ ਹਿੰਮਤ ਨਹੀਂ ਹੈਗੀ। ਇਹ ਵੀ ਰਿਵਾਜ ਸਾਡੇ ਬਜ਼ੁਰਗਾਂ ਨੇ ਸ੍ਰੀ ਸਾਹਿਬਾਂ ਕਿਉਂ ਹੱਥਾਂ 'ਚ ਰੱਖੀਆਂ? ਸਤਿਕਾਰਯੋਗ ਬਜ਼ੁਰਗ ਬੈਠੇ ਹੋ, ਪਹਿਲਾਂ ਬਰਾਤਾਂ ਜਾਂਦੀਆਂ ਸੀ 4-4 5-5 ਦਿਨ ਵਾਸਤੇ, ਤੇ ਅੱਜ ਵਾਂਗੂ ਗੱਡੀਆਂ ਨਹੀਂ ਸੀ ਹੈਗੀਆਂ ਵੀ 100 ਦੀ ਸਪੀਡ ਤੇ ਭਜਾਈ ਜਾਓ ਤੇ 2 ਘੰਟਿਆਂ 'ਚ ਵਾਪਸ ਆ ਜਾਓ। ਜਾਂਦਿਆਂ ਵੀ ਟਾਈਮ ਲੱਗਣਾ, ਆਉਂਦਿਆਂ ਵੀ ਟਾਈਮ ਲੱਗਣਾ, ਤੇ ਜਿਹੜੇ ਰੂਟ ਦੇ ਵਿੱਚੋਂ ਲੰਘਣਾ ਹੁੰਦਾ ਸੀ ਉਸ ਰਸਤੇ ਨੂੰ ਡਾਕੂ ਚੋਰ ਲਟੇਰੇ ਅਕਸਰ ਮੱਲ ਕੇ ਰੱਖਦੇ ਸੀ। ਤੇ ਸਾਡੇ ਬਜ਼ੁਰਗਾਂ ਨੇ ਡਾਕੂ ਚੋਰ ਲਟੇਰਿਆਂ ਤੋਂ ਬਚਣ ਵਾਸਤੇ ਜ਼ਰੂਰੀ ਕਰ ਦਿੱਤਾ ਕਿ ਸਾਰੀ ਬਰਾਤ ਸ਼ਸਤਰਧਾਰੀ ਹੋਵੇਗੀ, ਹਰ ਇੱਕ ਬੰਦੇ ਦੇ ਹੱਥ ਵਿੱਚ ਸ੍ਰੀ ਸਾਹਿਬ ਹੋਵੇਗਾ। ਅੱਜ ਤੇ ਕੱਲੀ ਲਾੜੇ ਨੂੰ ਫੜਾਈ ਜਾਂਦੀ ਹੈ ਨਾ, ਉਹ ਵੀ ਕਈ ਵਾਰੀ ਲਾੜੇ ਨੂੰ ਫੜਨ ਨੂੰ ਪਤਾ ਨਹੀਂ ਲੱਗਦਾ ਵੀ ਇਹਨੂੰ ਕਿਹੜੇ ਪਾਸਿਓਂ ਫੜਾਂ ਤੇ ਮੇਰੀ ਫਿਰ ਜਾ ਕੇ ਮੇਰੀ ਫੋਟੋ ਸਹੀ ਆਊਗੀ। ਜ਼ਰੂਰੀ ਕਰ ਦਿੱਤਾ ਵੀ ਲਾੜੇ ਦੇ ਹੱਥ ਵਿੱਚ ਸ੍ਰੀ ਸਾਹਿਬ ਹੋਣੀ ਚਾਹੀਦੀ ਆ, ਬਾਕੀ ਬਰਾਤੀਆਂ ਦੇ ਹੱਥ 'ਚ ਸ੍ਰੀ ਸਾਹਿਬ ਹੋਣੀ ਚਾਹੀਦੀ ਆ। ਅਗਲੀ ਗੱਲ ਉਥੋਂ ਸਾਡੇ 'ਚ ਇੱਕ ਰਿਵਾਜ ਪਿਆ ਸਰਬਾਲਾ ਖੜਨ ਦਾ। ਅੱਜ ਵੀ ਅਸੀਂ ਲਾੜੇ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਤਿਆਰ ਕਰਕੇ ਖੜਦੇ ਆ, ਜਿਹਨੂੰ ਅਸੀਂ ਸਰਬਾਲਾ ਕਹਿ ਦਿੰਦੇ ਆ। ਅਸਲ 'ਚ ਸਰਬਾਲਾ ਇਹਨੂੰ ਨਹੀਂ ਕਹਿੰਦੇ, ਸਰਬਾਲੇ ਦਾ ਮਤਲਬ ਕੁਝ ਹੋਰ ਸੀ, ਅਸੀਂ ਹੋਰ ਦਾ ਹੋਰ ਬਣਾ ਲਿਆ ਕਿਉਂਕਿ ਲੋੜ ਨਹੀਂ ਰਹੀ। ਉਹਦਾ ਨਾਂ ਰੱਖਣਾ ਵਾ ਰੱਖ ਦਿਓ, ਪਰ ਉਹਦਾ ਮਤਲਬ ਕੋਈ ਬਹੁਤਾ ਰਹਿ ਨਹੀਂ ਗਿਆ ਹੁਣ। ਪੁਰਾਣੇ ਬਜ਼ੁਰਗਾਂ ਨੇ ਕਾਢ ਕੱਢੀ ਕਿ ਜਦੋਂ ਬਰਾਤਾਂ ਵਿਆਹਣ ਵਾਸਤੇ ਜਾਂਦੀਆਂ ਨੇ, ਰਸਤੇ 'ਚ ਚੋਰ ਡਾਕੂ ਪੈਂਦੇ ਨੇ, ਤੜਵਈ ਪੈਂਦੇ ਨੇ, ਲੜਾਈ ਹੁੰਦੀ ਏ, ਤੇ ਕਈ ਵਾਰੀ ਲੜਾਈ ਕਰਦਿਆਂ ਕਰਦਿਆਂ ਕੁਦਰਤੀ ਸੁਭਾਵਿਕ ਗੱਲ ਲਾੜਾ ਮਰ ਜਾਂਦਾ ਸੀ।
ਹੁਣ ਚੋਰ ਨੇ ਥੋੜਾ ਲਿਹਾਜ਼ ਲੈਣਾ ਵੀ ਮੈਂ ਲਾੜੇ ਦਾ ਸਿਰ ਨਾ ਵੱਢਾਂ, ਉਹਨੇ ਤੇ ਵੱਢ ਦੇਣਾ ਜਿਹੜਾ ਅੱਗੇ ਆਇਆ। ਉਹਨਾਂ ਲੜਾਈਆਂ 'ਚ ਕਈ ਵਾਰੀ ਲਾੜਾ ਮਾਰਿਆ ਜਾਂਦਾ ਸੀ। ਫਿਰ ਸਾਡੇ ਬਜ਼ੁਰਗਾਂ ਨੇ ਕਾਢ ਕੱਢੀ ਕਿ ਲਾੜੇ ਦੇ ਨਾਲ ਇੱਕ ਨੰਬਰ 2 ਦੇ ਉੱਤੇ ਲਾੜਾ ਹੋਰ ਤਿਆਰ ਕਰਕੇ ਖੜੋ। ਰੱਬ ਨਾ ਕਰੇ ਜੰਗ ਕਰਦਿਆਂ ਕਰਦਿਆਂ, ਲੜਾਈ ਕਰਦਿਆਂ ਕਰਦਿਆਂ ਕੋਈ ਇਹੋ ਜਿਹਾ ਟਾਈਮ ਆਵੇ ਜਿੱਥੇ ਲਾੜੇ ਦੀ ਮੌਤ ਹੋ ਜਾਵੇ, ਨੰਬਰ 2 ਦੇ ਉੱਤੇ ਜਿਹੜਾ ਬੰਦਾ ਤਿਆਰ ਕਰਕੇ ਖੜਨਾ ਉਹਨੂੰ ਸਰਬਾਲਾ ਕਹਿੰਦੇ ਸੀ। ਤੇ ਸਰਬਾਲੇ ਦੀ ਡਿਊਟੀ ਹੁੰਦੀ ਸੀ ਮੁੜ ਕੇ ਉਹਨੂੰ ਤੂੰ ਵਿਆਹ ਕੇ ਲਿਆਉਣਾ, ਉਹ ਤੇਰੀ ਪਤਨੀ ਹੋਵੇਗੀ। ਸਮਾਂ ਮਾਡਰਨ ਹੋ ਗਿਆ, ਜ਼ਮਾਨਾ ਬਦਲ ਗਿਆ, ਸਰਬਾਲਾ ਨਾਂ ਦਾ ਸਰਬਾਲਾ ਰਹਿ ਗਿਆ। ਅੱਜ ਅਸੀਂ ਛੋਟੇ ਜਿਹੇ ਬੱਚੇ ਨੂੰ ਸਰਬਾਲਾ ਬਣਾ ਦਿੰਦੇ ਆ। ਅਸਲ 'ਚ ਸਰਬਾਲੇ ਦਾ ਮਤਲਬ ਕੁਝ ਹੋਰ ਸਾਡੇ ਬਜ਼ੁਰਗਾਂ ਨੇ ਰੱਖਿਆ ਸੀ। ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ, ਪੰਡਤ ਜੀ ਜਿਹੜਾ ਬੰਦਾ ਆਪਣੀ ਧੀ ਭੈਣ ਦੀ, ਆਪਣੀ ਬਹੂ ਬੇਟੀ ਦੀ ਰਾਖੀ ਨਹੀਂ ਕਰਨ ਜੋਗਾ ਉਹ ਕਰੇਗਾ ਕੀ? ਮਾਫ ਕਰਿਓ ਸਿਆਣੇ ਬੈਠੇ ਹੋ, ਅੱਜ ਸਾਨੂੰ ਘਰਾਂ ਦੇ ਵਿੱਚ ਇੱਕ ਇੱਕ ਧੀ ਜੰਮ ਕੇ ਵਿਆਹਣੀ ਔਖੀ ਹੋਈ ਪਈ ਆ। ਕਦੀ ਸਾਡੇ ਵੱਡਿਆਂ ਨੇ 4-4 5-5 ਧੀਆਂ ਵਿਆਹ ਕੇ ਵਿਖਾਈਆਂ, 4-4 5-5 ਧੀਆਂ ਵਿਆਹ ਕੇ ਵਿਖਾਈਆਂ, ਤੇ ਕਦੀ ਕੋਈ ਬੰਦਾ ਨਹੀਂ ਸੀ ਕਹਿੰਦਾ ਮਰੀ ਚੱਲੇ ਧੀਆਂ ਦੇ ਵਿਆਹ ਕਰਦਿਆਂ ਕਰਦਿਆਂ। ਕਿਉਂ? ਕਿਉਂਕਿ ਧੀਆਂ ਭੈਣਾਂ ਸਾਰੇ ਪਿੰਡ ਦੀਆਂ, ਸਾਰੇ ਮਹੱਲੇ ਦੀਆਂ ਸਾਂਝੀਆਂ ਸਮਝੀਆਂ ਜਾਂਦੀਆਂ ਸੀ। ਜੇ ਵਿਆਹ ਹੈ ਲੜਕੀ ਦਾ ਕਿਸੇ ਦੇ ਘਰ ਵਿੱਚ, ਕੋਈ ਕਹਿੰਦਾ ਮੈਂ ਭਾਂਡਿਆਂ ਦੀ ਸੇਵਾ ਕਰੂੰ, ਕੋਈ ਕਹਿੰਦਾ ਮੈਨੂੰ ਬਿਸਤਰੇ ਦੇ ਦਿਓ, ਕੋਈ ਕਹਿੰਦਾ ਮੈਂ ਮੰਜੇ ਲੈ ਆਉਂਗਾ, ਕੋਈ ਕਹਿੰਦਾ ਮੈਂ ਕੁਝ ਲੈ ਆਉਂਗਾ। ਉਹਨੂੰ ਪਤਾ ਸੀ ਕੱਲ ਨੂੰ ਜਦੋਂ ਸਾਡੀ ਵਾਰੀ ਆਉਣੀ ਇਹਨਾਂ ਨੇ ਸਾਡੀ ਮਦਦ ਕਰ ਦੇਣੀ। ਲੋਕਾਂ ਨੇ 7 ਦਿਨ ਬਰਾਤਾਂ ਘਰ ਰੱਖੀਆਂ ਤੇ ਕਦੀ ਕਿਸੇ ਬੰਦੇ ਨੇ ਮੱਥੇ ਵੱਟ ਨਹੀਂ ਸੀ ਪਾਇਆ। ਅੱਜ 2 ਘੰਟਿਆਂ 'ਚ ਅਸੀਂ ਪੈਲਸ 'ਚ ਅਗਲੇ ਦਾ ਉਹ ਜਲੂਸ ਕੱਢ ਕੇ ਆਉਨੇ, ਉਹ ਜਲੂਸ ਕੱਢ ਕੇ ਆਉਨੇ। ਗਰੀਬ ਬੰਦਾ ਧੀ ਜੰਮਣ ਤੋਂ ਦੁਖੀ ਹੋ ਗਿਆ, ਨਾ ਪਾਉ ਇੰਨਾ ਖਰਚਾ ਹੁੰਦਾ, ਇੰਨਾ ਖਰਚਾ। ਅੱਜ ਧੀਆਂ ਵਿਆਹਣੀਆਂ ਔਖੀਆਂ ਹੋਈਆਂ ਪਈਆਂ ਸਾਡੇ ਪੰਜਾਬ ਦੇ, ਖਾਸ ਕਰਕੇ ਲੋਕਾਂ ਨੂੰ ਇੱਥੋਂ ਦਿਆਂ। ਤੇ ਹੁੰਦਾ ਕੀ ਹੈ, ਅਸੀਂ ਸਾਏ ਚਿੱਠੀ ਅਗਲੇ ਦੇ ਘਰ ਘੱਲਦੇ, ਉਹਦੇ 'ਚ ਬੰਦੇ 30 ਲਿਖੇ ਹੁੰਦੇ ਵੀ 30 ਬੰਦੇ ਆਉਣਗੇ, ਮੰਨ ਲਓ 31 ਬੰਦੇ ਆਉਣਗੇ। ਤੇ ਜਿੱਦਣ ਬਰਾਤ ਪੈਲਸ ਦੇ ਅੰਦਰ ਐਂਟਰ ਹੁੰਦੀ ਹੈ ਨਾ, ਉਦਣ 31 ਦੇ ਵਾਜੇ ਵਾਲੇ ਨਿਕਲ ਆਉਂਦੇ ਆ, 15 ਜਾਣੇ ਗੱਡੀਆਂ ਵਾਲੇ ਨਿਕਲ ਆਉਂਦੇ ਆ, 20-25 ਜਾਣੇ ਡੀਜੇ ਵਾਲੇ ਨਿਕਲ ਆਉਂਦੇ। 100 ਬੰਦਾ ਪਿਆ ਵਾਧੂ ਘਾਟੂ, ਜਿਹੜਾ ਜਿਹਦੀ ਲੋੜ ਕੋਈ ਨਹੀਂ ਉਹ ਅਸੀਂ ਅਗਲੇ ਦੇ ਮੱਥੇ ਲਿਆ ਕੇ ਮਾਰ ਦਿੰਦੇ ਆ। ਅਗਲਾ ਫਿਰ ਸਾਨੂੰ ਕੰਬਲ ਵੀ ਦਵੇ, ਅਗਲਾ ਸਾਨੂੰ ਫਿਰ ਛਾਪ ਵੀ ਦਵੇ, ਚੈਨੀ ਵੀ ਦਵੇ, ਤੇ ਫਿਰ ਜਾਣ ਲੱਗਿਆ ਹੱਥ ਇੱਥੇ ਜੋੜੇ ਹੁੰਦੇ ਕੁੜੀ ਦੇ ਬਾਪ ਨੇ, ਭਲਿਓ ਮਾਨਸੋ ਕੋਈ ਗਲਤੀ ਹੋ ਜਾਵੇ ਤੇ ਮਾੜੇ ਜਾਂ ਸਾਡੇ ਕੋਲ ਮਾਫ ਕਰ ਦਿਓ, ਸਾਨੂੰ ਹੱਦ ਹੋ ਗਈ। ਹੱਥ ਤੇ ਸਾਨੂੰ ਜੋੜਨੇ ਚਾਹੀਦੇ ਸੀ ਵੀ ਘਰੋਂ ਭੁੱਖੇ ਹੀ ਆਏ ਆ, ਕੰਬਲ ਨਹੀਂ ਸਾਡੇ ਕੋਲ, ਕਹਿੰਦੇ ਕੰਬਲ ਤੇਰੇ ਕੋਲ ਲੈ ਕੇ ਚੱਲੇ ਆ। ਹੱਥ ਤੇ ਸਾਨੂੰ ਜੋੜਨੇ ਚਾਹੀਦੇ ਸੀ। ਅਸੀਂ ਕਦੀ ਮੁੰਦਰੀ ਨਹੀਂ ਵੇਖੀ, ਅਸੀਂ ਕਦੀ ਚੈਨੀ ਨਹੀਂ ਵੇਖੀ, ਤੁਹਾਡੇ ਕੋਲ ਚੈਨੀਆਂ ਲੈ ਕੇ ਚੱਲੇ ਆ। ਉਲਟਾ ਹੱਥ ਉਹ ਜੋੜ ਕੇ ਖਲੋਤਾ ਜਿਹਨੂੰ ਦਾਨੀ ਬਣਨਾ ਚਾਹੀਦਾ ਸੀ। ਤੇ ਕਸੂਰ ਅਸੀਂ ਜਾਂਦਿਆਂ ਜਾਂਦਿਆਂ ਫੇਰ ਕੱਢ ਜਾਣਾ, ਆਹ ਨਹੀਂ ਚੰਗਾ ਬਣਿਆ, ਆਹ ਨਹੀਂ ਚੰਗਾ ਬਣਿਆ, ਆਹ ਨਹੀਂ ਚੰਗਾ ਬਣਿਆ, ਆਹ ਨਹੀਂ ਚੰਗਾ ਬਣਿਆ। ਤੇ ਜਿਹੜੀ ਧੀ ਧਿਆਣੀ ਅਸੀਂ ਵਿਆਹ ਕੇ ਲਿਆਉਣੀ, ਉਹ ਬੈਠੀ ਫਿਰ ਗੱਡੀ ਚੋਂ ਵੇਖਣ ਡਈ ਹੁੰਦੀ ਆ, ਪੁੱਤ ਕੋਈ ਗੱਲ ਨਹੀਂ। ਅੱਜ ਮੇਰਾ ਬਾਪੂ ਹੱਥ ਜੋੜਦਾ, ਦਿਨ 2 ਨਹੀਂ ਪੈਣ ਦੇਣੇ, ਮੈਂ ਸਾਰੇ ਟੱਬਰ ਦੀਆਂ ਗੋਡੀਆਂ ਨਾਲ ਲਵਾ ਦਿੱਤੀਆਂ। ਤੇ ਫੇਰ ਆਖਿਓ ਫਿਰ ਮਗਰ ਫਿਰੋਗੇ ਸਾਰੇ ਜੋੜਦੇ ਹੱਥ। ਸਾਡੇ ਘਰਾਂ ਦਾ ਸਿਸਟਮ ਬਣ ਗਿਆ, ਅਸੀਂ ਅੱਡੀਆਂ ਚੁੱਕ ਕੇ ਫਾਹ ਲੈਣ ਲੱਗ ਪਏ। ਉਦਾਂ ਰੱਸਾ ਗਲ 'ਚ ਪਾ ਲਈਏ ਤੇ ਫਾਹ ਨਹੀਂ ਆਉਂਦਾ, ਜਦੋਂ ਅੱਡੀਆਂ ਚੁੱਕ ਕੇ ਰੱਸਾ ਗਲ 'ਚ ਪਾਈਏ ਫਿਰ ਫਾਹ ਆਉਂਦਾ। ਸਾਡਾ ਸਿਸਟਮ ਇਹ ਬਣ ਚੁੱਕਾ ਵਾ। ਅਸੀਂ ਕਹਿੰਦੇ ਜਿੰਨਾ ਚਿਰ ਫਜ਼ੂਲ ਖਰਚੀ ਨਹੀਂ ਕਰ ਲੈਂਦੇ, ਅਗਲੇ ਦਾ ਵੀ ਰੱਜ ਕੇ ਕੁੰਡਾ ਨਹੀਂ ਕਰਾ ਦਿੰਦੇ, ਆਪਣਾ ਵੀ ਰੱਜ ਕੇ ਕੁੰਡਾ ਨਹੀਂ ਹੋ ਜਾਂਦਾ, ਉਹਨਾਂ ਚਿਰ ਵਿਆਹ ਹੀ ਨਹੀਂ ਸਾਡਾ ਹੋਣਾ। ਕਾਸ਼ ਕਿਤੇ ਸਾਡੇ ਪੰਜਾਬ ਦੇ ਰਸਮੋ ਰਿਵਾਜ ਸਾਦੇ ਹੋ ਜਾਂਦੇ ਤੇ ਇੰਨੀਆਂ ਸਾਨੂੰ ਦੁਸ਼ਵਾਰੀਆਂ ਨਾ ਚੱਲਣੀਆਂ ਪੈਂਦੀਆਂ। ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ, ਪੰਡਤਾ ਬੇੜਾ ਤੇ ਬਹਿਣਾ ਹੀ ਸੀ। ਲਲਕਾਰੇ ਮਾਰਨ ਨੂੰ ਖੜਿਆ ਸੀ, ਇੰਨਾ ਟੱਬਰ ਸਾਰਾ ਇਕੱਠਾ ਕਰਕੇ। ਸਾਡੀ ਵੀ ਸਚਾਈ ਹੈ ਘਰਾਂ ਦੀ। ਐਨ ਤੁਰਦੇ ਸਮੇਂ ਤੱਕ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਫੁੱਫੜ ਨੇ ਰੁਸਣਾ ਕਿ ਮਾਸੜ ਨੇ ਰੁਸਣਾ ਕਿ ਮਾਮੇ ਨੇ ਰੁਸਣਾ, ਕਿੰਨੇ ਕਿਹੜੀ ਗੱਡੀ ਚੋਂ ਕਿਹੜੇ ਵੇਲੇ ਉਤਰ ਜਾਣਾ, ਵੀ ਸਾਨੂੰ ਅੱਗੇ ਨਹੀਂ ਭਾਇਆ। ਸਾਡੀਆਂ ਤਾਂ ਲੜਾਈਆਂ ਆ ਹੁੰਦੀਆਂ ਵਿਆਹਾਂ 'ਚ, ਸਾਨੂੰ ਅੱਗੇ ਨਹੀਂ ਪਾ ਕੇ ਖੜਿਆ ਗੱਡੀ ਦੇ ਵਿੱਚ। ਵੇਖੋ ਸਾਡੀ ਫੋਟੋ ਪਹਿਲੇ ਨੰਬਰ ਤੇ ਕਿਉਂ ਨਹੀਂ ਲੱਥਣ ਡਈ ਇਸ ਵਿਆਹ ਦੇ ਵਿੱਚ। ਅਸੀਂ ਕਿਸ ਪੰਜਾਬ ਦੇ ਵਸਨੀਕ ਸਾਂ, ਅਸੀਂ ਕਿਸ ਪੰਜਾਬ ਦੇ ਵਸਨੀਕ ਬਣ ਗਏ। ਤੇ ਜੇ ਕੋਈ ਆਖੇ ਮੈਂ ਸਾਦਾ ਕਰ ਲੈਣਾ, ਉਹਨੂੰ ਅਸੀਂ ਟਿਚਰਾਂ ਕਰਦੇ ਚੌਂਕ 'ਚ ਖਿਲਾਰ ਕੇ, ਉਹ ਬੱਲੇ ਸ਼ਰਾਬ ਨਹੀਂ ਸਰੀ ਮੁੰਡੇ ਦੇ ਵਿਆਹ ਦੇ ਉੱਤੇ ਤੇਰੇ ਕੋ, ਹੋਰਾ ਮੀਟ ਖਵਾ ਦੇਨੋ ਆਪਣੇ ਮੁੰਡੇ ਦੇ ਵਿਆਹ ਦੇ ਉੱਤੇ, ਆਹ ਕਰ ਦੇਨੋ, ਆਹ ਕਰ ਦੇਨੋ। ਉਹ ਅਗਲਾ ਚਾਹੁੰਦਾ ਵੀ ਗੁਰਮਤਿ ਆਸ਼ੇ ਅਨੁਸਾਰ ਹੋ ਜਾਵੇ। ਅਸੀਂ ਗੁਰਦੁਆਰਿਆਂ 'ਚ ਕਿੰਨਾ ਜਲੂਸ ਕੱਢਦੇ ਵਿਆਹਾਂ 'ਚ ਜਾ ਕੇ। ਪਹਿਲਾਂ ਹੀ 12 ਵਜੇ ਤੱਕ ਘਰੋਂ ਤਿਆਰ ਹੋ ਕੇ ਨਹੀਂ ਤੁਰਨਾ। ਸਾਡੀ ਤੇ ਰਸਮ ਇਹ ਕਹਿੰਦੀ 12 ਵਜੇ ਤੋਂ ਪਹਿਲਾਂ ਲਾਵਾਂ ਹੋ ਜਾਣ ਗੁਰਦੁਆਰੇ ਦਰਬਾਰ ਅੰਦਰ। ਸਾਡੀ ਮਰਿਆਦਾ ਤੇ ਇਹੋ ਕਹਿੰਦੀ ਆ।
ਸਾਰੀ ਰਾਤ ਅਸੀਂ ਨੱਚੀ ਜਾਣਾ ਨੱਚੀ ਜਾਣਾ ਨੱਚੀ ਜਾਣਾ। ਸਵੇਰੇ 9-10 ਵਜੇ ਤੱਕ ਪਹਿਲਾਂ ਲਾੜਾ ਹੀ ਨਹੀਂ ਉੱਠਣਾ ਸਾਡੇ ਕੋਲ। ਜੇ ਉੱਠਿਆ ਹੀ ਉੱਠਿਆ ਨਹਾ ਧੋ ਕੇ ਅਸੀਂ 2-3 ਵਜੇ ਜਾ ਕੇ ਗੁਰਦੁਆਰੇ ਪਹੁੰਚਣਾ। ਬਾਬੇ ਨੂੰ ਅਸੀਂ 10 ਵਜੇ ਦਾ ਟਾਈਮ ਦਿੱਤਾ ਵੀ ਲਾਵਾਂ ਕਰਾਂਗੇ, ਉਹ 3 ਵਜੇ ਅਸੀਂ ਜਾਗਦੇ ਮੱਥੇ ਵੱਜਦੇ ਆ। ਉਹ ਵਿਚਾਰਾ ਬਾਹਰ ਨੂੰ ਵੇਖਣ ਡਿਆ, ਹੰਬ ਗਿਆ ਵੇਖ ਵੇਖ ਕੇ ਵੀ ਜੇ ਮੈਂ ਉੱਠ ਕੇ ਬਾਹਰ ਵੀ ਚਲਾ ਗਿਆ ਤੇ ਇਹਨਾਂ ਨੇ ਆ ਕੇ ਕਮੇਟੀ ਨੂੰ ਸ਼ਿਕਾਇਤ ਕਰ ਦੇਣੀ, ਮੇਰਾ ਤੇ ਬਿਸਤਰਾ ਸ਼ਾਮਾਂ ਨੂੰ ਗੋਲ ਹੋ ਜਾਣਾ। ਉਹ ਬੈਠਾ ਡੀਕਦਾ। ਫਿਰ ਜਦੋਂ ਗੁਰਦੁਆਰੇ ਅਸੀਂ ਪਹੁੰਚ ਜਾਂਦੇ, ਫਿਰ ਜਿਹੜੀਆਂ ਬਾਬੇ ਦੀਆਂ ਅਸੀਂ ਦੌੜਾਂ ਲਗਾਉਂਦੇ ਵੀ ਭਜਾ, ਉੱਥੇ ਕੰਮ ਰਹਿਣ ਡਿਆ ਸਾਡਾ। ਉੱਥੇ ਜਿਹੜੇ ਅਸੀਂ ਲਲਕਾਰੇ ਮਾਰਨੇ ਆ, ਉੱਥੇ ਜਿਹੜੇ ਬੋਤਲਾਂ ਦੇ ਡੱਟ ਪਟਣੇ ਉਹ ਸਾਡੇ ਕੋਲ ਰਹਿ ਜਾਣੇ, ਤੂੰ ਛੇਤੀ ਕਰ। ਜਿਹੜੇ ਕੰਮ 'ਚ ਸਹਿਜ ਮਤਾ ਚਾਹੀਦਾ ਸੀ, ਜਿਹੜੇ ਕੰਮ ਦੇ ਵਿੱਚ ਪਿਆਰ ਚਾਹੀਦਾ ਸੀ, ਉਹਨੂੰ ਅਸੀਂ ਭਵਾਂਟਣੀਆਂ ਕਹਿ ਕੇ ਭਜਾਉਣਾ ਸ਼ੁਰੂ ਕਰ ਦਿੱਤਾ। ਤੇ ਜਿਹੜਾ ਕੰਮ 10 ਮਿੰਟ ਲੇਟ ਹੋ ਜਾਂਦਾ ਸੀ, ਉੱਥੇ ਗਲੋਂ ਲਾਉਣਾ ਸ਼ੁਰੂ ਕਰ ਦਿੱਤਾ। ਜਥੇਦਾਰ ਨੇ ਆਖਿਆ ਪੰਡਤਾ ਕੋਈ ਗੱਲ ਨਹੀਂ, ਜੇ ਤੇਰੀ ਬਹੂ ਬੇਟੀ ਕਿਸੇ ਦੇ ਘਰ ਬੈਠੀ ਹੈ, ਸਾਡੀ ਭੈਣ ਹੈ, ਅਸੀਂ ਲੈ ਕੇ ਆਵਾਂਗੇ। ਉਹਨੇ ਉਸੇ ਵਕਤ ਮਾਰ ਕੇ ਲਲਕਾਰਾ ਕੌਮ ਦੇ ਜਥੇਦਾਰ ਇਕੱਠੇ ਕੀਤੇ। ਕਹਿੰਦਾ ਪੰਡਤ ਜੀ ਫਿਕਰ ਨਾ ਕਰੋ, ਤੁਸੀਂ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਖੜਕਾਇਆ ਹੈ, ਤੁਸੀਂ ਗੁਰੂ ਨਾਨਕ ਦੇ ਘਰ ਪਹੁੰਚੇ। ਇੱਕ ਅਨਾਉਂਸਮੈਂਟ ਹੈ ਪ੍ਰਬੰਧਕ ਜਨਾਂ ਦੀ ਮੇਰੇ ਤੱਕ ਆਈ, ਮੈਂ ਵਿਸਰ ਗਿਆ ਕਰਨੀ। ਕਿਸੇ ਦੀ ਮਾਇਆ, ਪੈਸੇ ਡਿੱਗੇ ਆ ਕਿਸੇ ਦੇ, ਉਹ ਕਿੰਨੇ ਆ, ਕਿਹੜੇ ਕੱਪੜੇ 'ਚ ਆ, ਨਿਸ਼ਾਨੀ ਦੱਸ ਦਿਓ ਤੇ ਪ੍ਰਬੰਧਕਾਂ ਦੇ ਕੋਲੋਂ ਲੈ ਜਾਓ, ਆਪਣੀ ਮਾਇਆ ਚੈੱਕ ਕਰ ਲੈਣ। ਕਿਸੇ ਦੇ ਪੈਸੇ ਨਾ ਡਿੱਗੇ ਹੋਣ, ਪ੍ਰਬੰਧਕ ਜਨਾਂ ਦੇ ਕੋਲ ਪਹੁੰਚੇ ਆ, ਉਹ ਕਿੰਨੀ ਗਿਣਤੀ ਦੇ ਵਿੱਚ ਨੇ ਉਹ ਦੱਸ ਕੇ ਤੁਸੀਂ ਉਹਨਾਂ ਦੇ ਕੋਲੋਂ ਖੜ ਸਕਦੇ ਹੋ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਰੀ ਸਿੰਘ ਭੰਗੀ ਸਾਹਮਣੇ ਖਿਲਾਰ ਕੇ ਉਸ ਪੰਡਤਾਂ ਦੇ ਮੁੰਡੇ ਨੂੰ ਜੋ ਕੁਝ ਕਹੇਗਾ ਸੁਣੀਏ ਸਾਧ ਸੰਗਤ। ਪਦਮ ਦਾ ਢਾਡੀ ਜਥਾ ਹੈ ਇੰਜ
सिखी जोश नाल ते सिंघां नूं ललकारे। ओ सानू कलगी धर ने थपिया 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 कलगी धर ने थपिया खातिर पर उपकार सानू कलगी तरने थपिया है खतरू पर उपकार कलगी तरने थपिया है खतरू पर उपकार गीतर ने थपिया है खातिर पर उपकार। कलगीता ने थपिया है खातिर पर उपकार। ऐसा जोधा सूरमा हो जंग नूं पिया तैयार भई ऐसा जोधा सूरमा हो जंग नूं पिया तैयार योदा सूरमा हो जंग नूं पिया तैयार। वर्षा योदा सूरमा हो जंग नूं पिया तैयार। मैं लुटा शहर कसूर दाइया मैं लुटा शहर कसूर दा ते दिन दीवी बलधार मैं लुटा शहर कसूर दा ते दिन दीवी बलधार शहर कसूर दा ते देवी बलतार। लुटा शहर कसूर दा ते देवी बलतार। मैं बड़ा सरी सुमान दा बड़ा मैं बड़ा सरी सुमान दा जिस कीते अत्याचार मैं बड़ा सिर समान दा जिस कीते अत्याचार मैं बड़ा सिर समान दा जिस कीते अत्याचार बड़ा सिर समान दा जिस कीते अत्याचार। बड़ा सिर समान दा जिस कीते अत्याचार। जिस कीते अत्याचार। जिस कीते अत्याचार। एक बार सारी संगत शीश झुका के आखो सतनाम श्री वाहिगुरू जी। श्री अकाल तख्त साहब के जथेदार ने नगारची नूं आख्या नगारा मार के जिन्ने लागे बन्ने तुरे फिरदे पंथ दे सिंघ आ सारे इकट्ठे करो। नगारा वज्जा दल पंथ श्री अकाल तख्त साहब के सामने इकट्ठा होया। श्री अकाल तख्त साहब के जथेदार ने पंडितां दे मुंडे नूं बांह तो फड़ के अगे कीता कि आख्या पंथ जी गुरु नानक दे घर दा मिशन है साडे दरबार अंदर जेड़ा दुखी बंदा चल के आ गया जेड़ा दुखियारा बंदा चल के आ गया ओदी मदद वास्ते ओदी हिफाजत वास्ते जान लैनी भी पवे ते जान लवांगे जान देनी भी पवे ते जान दवांगे। पंथ ने आख्या की गल है जी? कहंदे ए पंडिता हिंदुआं दा मुंडा हिंदुआं दा ए चल के आया कसूर शहर विचों। लाहौर ते कसूर दो शहर वड्डे दुनिया दे नक्शे अंदर
ਮਿਥਿਹਾਸ, ਹਿੰਦੂ ਮਿਥਿਹਾਸ ਦੇ ਮੁਤਾਬਕ ਸ੍ਰੀ ਰਾਮਚੰਦਰ ਜੀ ਦੇ ਪੁੱਤਰ ਲਵ ਦੇ ਨਾਂ ਉੱਤੇ ਲਾਹੌਰ ਵਸਦਾ ਹੈ ਤੇ ਕਸ਼ ਦੇ ਨਾਂ ਦੇ ਉੱਤੇ ਕਸੂਰ ਵਸਦਾ ਹੈ। ਕਸੂਰ ਸ਼ਹਿਰ, ਇਹ ਮੁੰਡਾ ਕਸੂਰ ਸ਼ਹਿਰ ਚੋਂ ਆਇਆ ਹੈ। ਇਹਦੀ ਨਵ ਨਵੇਲੀ ਦੁਲਹਨ ਤਿੱਖੜ ਦੁਪਹਿਰੇ ਚਿੱਟੇ ਦੁੱਧ ਚਾਨਣੇ ਉਥੋਂ ਦਾ ਹਾਕਮ ਉਸਮਾਨ ਖਾਂ ਚੁੱਕ ਕੇ ਲੈ ਗਿਆ। ਇਹ ਸਾਰੇ ਦਰਵਾਜ਼ੇ ਖੜਕਾ ਕੇ ਹਾਰ ਗਿਆ ਹੈ। ਰਾਜੇ ਮਹਾਰਾਜਿਆਂ ਕੋਲ ਤਰਲੇ ਕੱਢ ਕੇ ਹਾਰ ਗਿਆ ਹੈ। ਇਹ ਗੁਰੂ ਨਾਨਕ ਦੇ ਘਰ ਅੰਦਰ ਆਇਆ ਹੈ ਤੇ ਗੁਰੂ ਨਾਨਕ ਦੇ ਘਰ ਦਾ ਫਰਜ਼ ਬਣਦਾ ਹੈ ਇਸ ਦੁਖੀਏ ਦੀ ਬਾਹ ਫੜੀ ਜਾਵੇ, ਅਸੀਂ ਕਸੂਰ ਤੇ ਹਮਲਾ ਕਰਕੇ ਤੇ ਦੀ ਘਰ ਵਾਲੀ ਛਡਾ ਕੇ ਦਈਏ। ਸਾਹਮਣੇ ਉੱਠਿਆ ਸਰਦਾਰ ਚੜਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਿਸ਼ਤੇ ਵਿੱਚ ਦਾਦਾ ਲੱਗਦਾ ਹੈ। ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਉੱਠ ਕੇ ਕਹਿੰਦਾ, ਜਥੇਦਾਰ ਜੀ ਸਾਡੀ ਇੰਨੀ ਔਕਾਤ ਨਹੀਂ ਵੀ ਤੁਹਾਡੇ ਕੀਤੇ ਹੋਏ ਫੈਸਲੇ ਉੱਤੇ ਉਂਗਲ ਚੁੱਕ ਸਕੀਏ, ਪਰ ਨੀਤੀ ਕੁਝ ਹੋਰ ਕਹਿੰਦੀ ਹੈ। ਜਥੇਦਾਰ ਨੇ ਆਖਿਆ ਕੀ? ਕਹਿੰਦਾ ਨੀਤੀ ਇਹ ਕਹਿੰਦੀ ਹੈ ਵੀ ਕਸੂਰ ਸ਼ਹਿਰ ਇੱਕ ਏਦਾਂ ਦਾ ਸ਼ਹਿਰ ਆ ਜਿਸ ਸ਼ਹਿਰ ਉੱਤੇ ਅੱਜ ਦੀ ਹਿਸਟਰੀ ਤੱਕ ਕੋਈ ਬੰਦਾ ਹਮਲਾ ਨਹੀਂ ਕਰ ਸਕਿਆ। ਨਾ ਨਾਦਰ ਸ਼ਾਹ ਦੁਰਾਨੀ ਹਮਲਾ ਕਰ ਸਕਿਆ, ਨਾ ਅਹਿਮਦ ਸ਼ਾਹ ਅਬਦਾਲੀ ਹਮਲਾ ਕਰ ਸਕਿਆ। ਕਿਉਂ? ਕਿਉਂਕਿ ਕਸੂਰ ਸ਼ਹਿਰ ਦੇ ਨੇ 12 ਦਰਵਾਜ਼ੇ। ਪੁਰਾਣੇ ਸ਼ਹਿਰਾਂ 'ਚ ਤੁਸੀਂ ਜਾਓਗੇ ਅੱਜ ਵੀ ਸ਼ਹਿਰਾਂ ਨੂੰ ਦਰਵਾਜ਼ੇ ਲੱਗੇ ਆ, ਕੰਧਾਂ ਬਣੀਆਂ ਨੇ। ਕਸੂਰ ਸ਼ਹਿਰ ਦੇ ਨੇ 12 ਦਰਵਾਜ਼ੇ ਤੇ ਹਰ ਦਰਵਾਜ਼ੇ ਦੀ ਰਾਖੀ ਵਾਸਤੇ 2-2 ਹਜ਼ਾਰ ਫੌਜ, ਕੁੱਲ ਮਿਲਾ ਕੇ ਬਣ ਗਈ 12 ਦੁਨਾ 24,000 ਫੌਜ ਕਸੂਰ ਸ਼ਹਿਰ ਵਿੱਚ ਹਰ ਵਕਤ ਤਿਆਰ ਬਰ ਤਿਆਰ ਰਹਿੰਦੀ ਹੈ। ਅਬਦਾਲੀ ਵੀ ਕਸੂਰ ਨਹੀਂ ਸੀ ਜਿੱਤ ਸਕਿਆ, ਨਾਦਰ ਸ਼ਾਹ ਦੁਰਾਨੀ ਦੇ ਕਸੂਰ ਵਾਲੇ ਪਾਸੇ ਗਿਆ ਹੀ ਨਹੀਂ ਸੀ। ਜਥੇਦਾਰ ਜੀ ਸਾਡੀ ਗਿਣਤੀ ਇਸ ਵਕਤ ਆ 10,000 ਦੇ ਕਰੀਬ ਤੇ ਸਾਡਾ ਬਹੁਤਾ ਦਲ ਪੰਥ ਖਾਲਸਾ ਇਸ ਵਕਤ ਜਲੰਧਰ ਦੇ ਏਰੀਏ ਵਿੱਚ ਦੁਆਬੇ ਦੇ ਲਾਗੇ ਮੱਲਾ ਮਾਰ ਰਿਹਾ ਹੈ। ਅਸੀਂ ਉਹਨਾਂ ਨੂੰ ਸੁਨਾਹ ਭੇਜ ਕੇ ਸ਼੍ਰੀ ਅਕਾਲ ਤਖਤ ਸਾਹਿਬ ਸੱਦ ਲਈਏ, ਇੱਥੋਂ ਬਾਅਦ ਅਸੀਂ ਗੁਰਮਤਾ ਕਰਕੇ ਤੇ ਫਿਰ ਕਸੂਰ ਸ਼ਹਿਰ ਦੇ ਉੱਤੇ ਹਮਲਾ ਕਰਾਂਗੇ। ਸਿਆਣਪ ਤੇ ਆ ਕਹਿੰਦੀ ਹੈ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦਾ, ਸਰਦਾਰ ਚੜਤ ਸਿੰਘ ਜੀ ਤੁਹਾਡੀ ਸਲਾਹ ਦੇ ਉੱਤੇ ਮੈਂ ਸਿਰ ਝੁਕਾਉਣਾ ਹਾਂ, ਪਰ ਤੁਸੀਂ ਇਹ ਗੱਲ ਮੰਨਦੇ ਹੋ ਵੀ ਅਸੀਂ ਦਲ ਪੰਥ ਨੂੰ ਪਹਿਲਾਂ ਦੁਆਬੇ 'ਚ ਸੁਨਾਹ ਭੇਜੀਏ, 3 ਦਿਨ ਸੁਨਾਹ ਜਾਂਦਿਆਂ ਲੱਗ ਜਾਣ, 3 ਦਿਨ ਸੁਨਾਹ ਆਉਂਦਿਆਂ ਲੱਗ ਜਾਣੇ ਆ, 4 ਦਿਨ ਉਹਨਾਂ ਨੂੰ ਆਉਂਦਿਆਂ ਲੱਗ ਜਾਣੇ, ਫਿਰ ਅਸੀਂ ਗੁਰਮਤਾ ਕਰਾਂਗੇ, ਫਿਰ ਅਸੀਂ ਕਸੂਰ ਉੱਤੇ ਚੜ੍ਹਾਈ ਕਰਾਂਗੇ, ਅਸੀਂ ਤੇ 15-20 ਦਿਨ ਖਿੱਚ ਕੇ ਲੈ ਜਾਵਾਂਗੇ। ਤੇ ਇਹ ਜਿਹੜਾ ਪੰਡਤ ਚੱਲ ਕੇ ਆਇਆ ਏ, ਜੇ ਇਹਦੀ ਘਰ ਵਾਲੀ ਨੇ ਖੁਦਾ ਨਾ ਖਾਸਤਾ ਆਪਣੀ ਜਾਨ ਦੇ ਦਿੱਤੀ ਤੇ ਕਵੇਗਾ ਮੈਂ ਬੜੀ ਆਸ ਨਾਲ ਗੁਰੂ ਨਾਨਕ ਦੇ ਘਰ 'ਚ ਗਿਆ ਸਾਂ, ਮੈਨੂੰ ਗੁਰੂ ਨਾਨਕ ਦੇ ਘਰ 'ਚੋਂ ਖਾਲੀ ਮੋੜਿਆ ਗਿਆ। ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਨੇ ਆਖਿਆ ਫਿਰ? ਜਥੇਦਾਰ ਕਹਿੰਦਾ ਵੀ ਤੁਸੀਂ ਆ ਜਿਓ ਗੁਰਮਤਾ ਕਰਕੇ। ਮੈਂ ਚੱਲਿਆ ਜੀ, ਮੇਰੇ ਨਾਲ ਪੰਡਤ ਜਾਵੇਗਾ, ਮੇਰੇ ਨਾਲ 2000 ਮੇਰਾ ਖਾਲਸਾ ਪੰਥ ਜਾਵੇਗਾ। ਤੁਸੀਂ ਸਲਾਹ ਕਰਕੇ ਮਸ਼ਵਰਾ ਕਰਕੇ ਜਦੋਂ ਤੁਹਾਡਾ ਜੀ ਕਰੇ ਉਦੋਂ ਮੇਰੇ ਕੋਲ ਆ ਪਹੁੰਚੋ, ਉਸੇ ਵਕਤ ਆ ਜਾਓ। ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਨੇ ਆਖਿਆ, ਜਥੇਦਾਰ ਜੀ ਅਸੀਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ, ਤੁਸੀਂ ਜਾਣਾ ਤੇ ਬੇਸ਼ੱਕ ਜਾਓ, ਅਸੀਂ ਏਦਾਂ ਭੰਗ ਦੇ ਭਾੜੇ ਮੁੰਡੇ ਕਸੂਰ ਸ਼ਹਿਰ 'ਚ ਖੜ ਕੇ ਨਹੀਂ ਮਰਵਾਉਣੇ। ਸਾਨੂੰ ਪਤਾ ਹੈ ਕਸੂਰ ਦੇ ਹਾਕਮਾਂ ਦਾ ਸਾਡੇ ਕੋਲ ਇੰਨੀ ਘੱਟ ਗਿਣਤੀ ਵਿੱਚ ਟਾਕਰਾ ਨਹੀਂ ਹੋਣਾ, ਕਿੱਥੇ 24,000 ਕਿੱਥੇ 10,000, ਸਾਡੇ ਕੋਲ ਟਾਕਰਾ ਨਹੀਂ ਹੋਣਾ। ਜਥੇਦਾਰ ਨੇ ਆਪਣੇ ਸਿੰਘ ਨੂੰ ਆਵਾਜ਼ ਮਾਰ ਕੇ ਆਖਿਆ, ਘੋੜੇ ਦੀਆਂ ਲਗਾਮਾਂ ਕੱਸ ਲੋ, ਇਹ ਆਉਣ ਜਾਂ ਨਾ ਆਉਣ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ, ਅਸੀਂ ਚੜ੍ਹਾਈ ਕਰਾਂਗੇ ਤੇ ਹੁਣੇ ਕਰਾਂਗੇ, ਹੁਣੇ ਜਾ ਕੇ ਕਸੂਰ ਸ਼ਹਿਰ ਦੇ ਉੱਤੇ ਹਮਲਾ ਕਰਕੇ ਇਹਦੀ ਦੁਖਿਆਰੇ ਦੀ ਪੰਡਤ ਦੀ ਘਰ ਵਾਲੀ ਛਡਾ ਕੇ ਤੇ ਇਹਦੇ ਹਵਾਲੇ ਕਰਾਂਗੇ। ਬੇਨਤੀ ਕਰਾਂ ਮੈਂ ਪ੍ਰਬੰਧਕ ਜਨਾਂ ਨੂੰ, ਮੈਨੂੰ ਤੁਸੀਂ ਸਮਾਂ ਦੱਸਿਆ ਨਹੀਂ, 4:30 ਠੀਕ ਹੈ ਜੀ, ਕਿਉਂਕਿ ਪ੍ਰਸੰਗ ਜੇ ਮੈਂ ਵਧਾਉਣ ਚਾਹੀਏ ਭਾਵੇਂ 6 ਵਜੇ ਤੱਕ ਲੈ ਚਲੀਏ ਇਹਨੂੰ ਤੇ ਨਾ ਹੋਵੇ ਤੇ ਆਪਾਂ ਰਿਜ਼ਲਟ ਦੇ ਨੇੜੇ ਆਈਏ, ਸਾਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ। ਧੰਨਵਾਦ ਆਪ ਜੀ ਦਾ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰੀ ਸਿੰਘ ਭੰਗੀ ਨੇ ਆਖਿਆ, ਲਗਾਮਾਂ ਘੋੜਿਆਂ ਦੀਆਂ ਕੱਸ ਦਿਓ। ਹੁਣ ਸਾਰਾ ਦਲ ਪੰਥ ਪਛਾ ਕੇ ਖਲੋ ਗਿਆ। ਜਥੇਦਾਰ ਨੇ 2000 ਖਾਲਸਾ ਆਪਣਾ ਨਾਲ ਲੈ ਲਿਆ। ਜਿੱਥੇ ਤੁਸੀਂ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ 2 ਨਿਸ਼ਾਨ ਸਾਹਿਬ ਲੱਗੇ ਵੇਖਦੇ ਹੋ, ਇਹਨਾਂ ਨਿਸ਼ਾਨ ਸਾਹਿਬਾਂ ਦੇ ਐਨ ਵਿਚਕਾਰ ਜਥੇਦਾਰ ਨੇ ਆਪਣਾ ਘੋੜਾ ਲਿਆ ਕੇ ਖਿਲਾਰਿਆ ਤੇ ਆਪਣੇ ਮਗਰ ਖਲੋਤੇ ਦਲ ਪੰਥ ਨੂੰ ਆਵਾਜ਼ ਮਾਰ ਕੇ ਆਖਿਆ, ਬਹਾਦਰੋ ਜਦੋਂ ਮਰਜ਼ੀ ਆ ਜਾਓ। ਇਹਨੂੰ ਕਹਿੰਦੇ ਨੇ ਕੌਮ ਦੀ ਲੀਡਰਸ਼ਿਪ ਕਰਨਾ।
ਕੌਮ ਦਾ ਆਗੂ ਹੋਵੇ ਤੇ ਐਦਾਂ ਦਾ ਹੋਵੇ ਜਿਹੜਾ ਖੜੇ ਪੈਰ ਕੌਮ ਦੇ ਹਿੱਤਾਂ ਵਾਸਤੇ ਫੈਸਲਾ ਲੈ ਸਕੇ। ਮਾਫ ਕਰੋ, ਸਾਡੇ ਲਈ ਅੱਜ ਫੈਸਲੇ ਹੁੰਦੇ ਨੇ ਠੰਡੇ ਏਸੀ ਵਾਲੇ ਕਮਰਿਆਂ ਦੇ ਵਿੱਚ ਬਹਿ ਕੇ, ਮਖਮਲੀ ਗਲੀਚਿਆਂ ਦੇ ਉੱਤੇ ਬਹਿ ਕੇ ਕੀ ਕੀਤਾ ਕੀ ਨਹੀਂ ਕੀਤਾ ਉਹ ਕੌਮ ਦੇ ਤੱਕ ਸੁਨਾ ਨਹੀਂ ਪਹੁੰਚਾਇਆ ਜਾਂਦਾ। ਮਰਨ ਵਾਸਤੇ ਤੁਸੀਂ, ਡਾਂਗਾ ਵਾਸ ਚੁੱਕਣ ਵਾਸਤੇ ਤੁਸੀਂ, ਕਿਸੇ ਦੇ ਨੁਕਸਾਨ ਕਰਨਾ ਹੋਵੇ ਕਰਾਉਣਾ ਹੋਵੇ ਤੁਸੀਂ, ਤੇ ਜਦੋਂ ਫੈਸਲੇ ਕਰਨ ਦਾ ਵਕਤ ਆਵੇ, ਜਦੋਂ ਸਮਝੌਤੇ ਕਰਨ ਦਾ ਵਕਤ ਆਵੇ, ਉਦੋਂ ਅੰਦਰ ਬੈ ਕੇ ਸਮਝੌਤੇ ਹੋ ਜਾਂਦੇ ਨੇ, ਕਿਸੇ ਦੇ ਕੰਨੀ ਖਬਰ ਨਹੀਂ ਪਾਈ ਜਾਂਦੀ। ਇਹ ਸੀ ਕੌਮ ਦਾ ਜਥੇਦਾਰ, ਕਹਿੰਦਾ ਮੈਂ ਚੱਲਿਆ। ਘੋੜੇ ਤੇ ਸਵਾਰ ਹੋ ਗਿਆ ਤੇ ਪੰਡਤ ਮਗਰ ਖਲੋਤਾ ਸੀ। ਜਥੇਦਾਰ ਨੇ ਆਖਿਆ ਪੰਡਤ ਜੀ ਤੁਸੀਂ ਵੀ ਅੱਗੇ ਹੋ, ਮੇਰੇ ਨਾਲ ਬੈ ਕੇ ਜਾਣਾ ਕਿ ਘੋੜਾ ਵੱਖਰਾ ਲਓਗੇ? ਪੰਡਤ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਮੈਂ ਵੀ ਜਾਣਾ। ਉਹਨੇ ਆਖਿਆ ਘਰ ਵਾਲੀ ਤੇ ਤੇਰੀ ਹੈ, ਛਡਾਉਣ ਵੀ ਤੇਰੀ ਘਰ ਵਾਲੀ, ਜਾਣਾ ਤੈਨੂੰ ਤੇ ਜਾਣਾ ਹੀ ਪੈਣਾ। ਪੰਡਤ ਨੇ ਮਨ ਹੀ ਮਨ ਸੋਚਿਆ ਮਾਈ ਨੇ ਕਿਤੇ ਮੈਨੂੰ ਮੌਤ ਦੇ ਖੂਹ 'ਚ ਤੇ ਨਹੀਂ ਧੱਕਾ ਮਾਰ ਦਿੱਤਾ? ਉਥੇ ਖੂਹ 'ਚ ਡੁੱਬ ਕੇ ਤੇ ਮੈਂ ਛੇਤੀ ਮਰ ਜਾਣਾ ਸੀ। ਜੇ ਇਹਨਾਂ ਦੇ ਨਾਲ ਚਲਾ ਗਿਆ, ਉਹ ਸਬੂਤਾ ਦੁੰਬਾ ਖਾ ਜਾਣ ਵਾਲੇ ਪਠਾਨ 7-7 ਫੁੱਟ ਉੱਚੇ, ਉਹਦੇ ਮੌਤ ਨੂੰ ਮਖੌਲਾ ਕਰਦੇ ਨੇ, ਇਹਨਾਂ ਦੇ ਨਾਲ ਜਾ ਕੇ ਤੇ ਮੈਂ ਬੜੀ ਭਿਆਨਕ ਮੌਤੇ ਮਰਾਂਗਾ। ਉਹਨੇ ਆਖਿਆ ਜਥੇਦਾਰਾ ਮੈਂ ਵੀ ਜਾਣਾ। ਜਥੇਦਾਰ ਨੇ ਆਖਿਆ ਜੀ ਪੰਡਤ ਜੀ ਤੁਸੀਂ ਵੀ ਜਾਣਾ ਹੈ, ਘਰ ਵਾਲੀ ਤੁਹਾਡੀ ਏ, ਉਹਨੂੰ ਛਡਾ ਕੇ ਲਿਆਉਣਾ ਹੈ। ਹੁਣ ਜਥੇਦਾਰ ਉਹਨੂੰ ਗਾਂ ਨੂੰ ਆਵਾਜ਼ ਮਾਰੇ ਤੇ ਪੰਡਤ ਜਾਵੇ ਪਛਾਣ ਨੂੰ। ਜਦੋਂ ਪੰਡਤ 2 ਕਦਮ ਪਛਾਣ ਆਇਆ ਤੇ ਮਗਰ ਇੱਕ 7 ਫੁੱਟ ਉੱਚਾ ਨਿਹੰਗ ਸਿੰਘ ਖਲੋਤਾ ਸੀ। ਉਹਨੇ ਇੱਕ ਹੱਥ ਪਾਇਆ ਪੰਡਤ ਦੀ ਗਿੱਚੀ ਨੂੰ, ਦੂਜਾ ਹੱਥ ਪਾ ਕੇ ਪੰਡਤ ਦੀ ਲੱਤ ਨੂੰ ਪੂਰੇ ਜ਼ੋਰ ਦੇ ਨਾਲ ਚੁੱਕ ਕੇ ਪੰਡਤ ਜਥੇਦਾਰ ਹਰੀ ਸਿੰਘ ਭੰਗੀ ਦੇ ਘੋੜੇ ਦੇ ਮਗਰ ਬਿਠਾ ਦਿੱਤਾ। ਜਥੇਦਾਰ ਨੇ ਸਣੇ ਪੰਡਤ ਦੇ ਲੱਕ ਨੂੰ ਕਮਰ ਕੱਸਾ ਕਰ ਲਿਆ, ਕਹਿੰਦਾ ਪੰਡਤਾ ਹੁਣ ਭੱਜਿਆ ਨਹੀਂ ਜਾਣਾ, ਹੁਣ ਜਾਂ ਨਾਲ ਮਰੇਗਾ ਤੇ ਜਾਂ ਨਾਲ ਜਿੱਤ ਕੇ ਆਵੇਂਗਾ। ਸਾਡੇ ਤੇ ਸੌਦੇ ਇਦਾਂ ਦੇ ਹੁੰਦੇ ਹੀ, ਖੜੇ ਪੈਰ ਤੇਰੀ ਮਦਦ ਵਾਸਤੇ ਚੱਲਿਆ ਤੇ ਖੜੇ ਪੈਰ ਨਾਲ ਤੁਰਨਾ ਪੈਣਾ। ਪੰਡਤ ਮਨ ਹੀ ਮਨ ਸੋਚੇ ਹੇ ਰਾਮ ਉਦਾਂ ਤੇ ਭਾਵੇਂ ਮੈਂ 4 ਦਿਨ ਕੱਢ ਜਾਂਦਾ, ਪਰ ਜਿਨ੍ਹਾਂ ਨਾਲ ਮੈਂ ਤੁਰ ਪਿਆ ਹੁਣ 4 ਦਿਨ ਭੁੱਲਣੇ ਪੈਣਗੇ। ਜਥੇਦਾਰ ਹਰੀ ਸਿੰਘ ਭੰਗੀ ਨੇ ਮਾਰੀਆਂ ਘੋੜੇ ਨੂੰ ਅੱਗ ਲਾ ਕੇ, ਘੋੜੇ ਨੂੰ ਵੱਡੀ ਕੌਮ ਦਾ ਜਥੇਦਾਰ ਅੱਗੇ ਹੋ ਕੇ ਤੁਰਿਆ। ਜਥੇਦਾਰ ਚਲਾ ਕੇ ਮਗਰੋਂ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉਹ ਆਪਣੇ ਬਹਾਦਰ ਇਕੱਠੇ ਕਰਕੇ ਕਹਿੰਦਾ ਬਹਾਦਰੋ ਕਦੇ ਆਪਾਂ ਗਲਤੀ ਤੇ ਨਹੀਂ ਕਰ ਬੈਠੇ? ਮੈਂ ਕਿਹਾ ਕਾਹਦੀ? ਕਹਿੰਦਾ ਜਿੱਥੋਂ ਤੱਕ ਮੇਰਾ ਮੰਨਣਾ ਸਾਡੇ ਕੋਲੋਂ ਗਲਤੀ ਬੜੀ ਵੱਡੀ ਹੋਈ ਆ, ਸਾਨੂੰ ਜਥੇਦਾਰ ਨਾਲ ਜਾਣਾ ਚਾਹੀਦਾ ਸੀ। ਮੈਂ ਕਿਹਾ ਕਿਵੇਂ? ਕਹਿੰਦਾ ਰੱਬ ਨਾ ਕਰੇ ਜਥੇਦਾਰ ਕਿਤੇ ਉੱਥੇ ਲੜਦਾ ਸ਼ਹੀਦ ਹੋ ਗਿਆ। ਮੰਨ ਲਓ ਉੱਥੇ ਜੰਗ ਹੁੰਦਾ ਹੈ ਬੜਾ ਭਿਆਨਕ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲੜ ਕੇ ਸ਼ਹੀਦ ਹੋ ਗਿਆ ਤੇ ਉਹਦੀ ਸ਼ਹੀਦੀ ਦਾ ਠੀਕਰਾ ਲੋਕਾਂ ਨੇ ਸਾਡੇ ਸਿਰ ਭੰਨਣਾ ਏ, ਲੋਕਾਂ ਨੇ ਸਾਨੂੰ ਗਲੀਆਂ 'ਚ ਧੂ ਕੇ ਮਾਰ ਦੇਣਾ ਹੈ। ਤੇ ਜੇ ਕਿਤੇ ਜਥੇਦਾਰ ਕੱਲਾ ਹੀ ਜਿੱਤ ਗਿਆ, ਜੰਗ ਜਿੱਤ ਕੇ ਘਰ ਨੂੰ ਆ ਗਿਆ, ਲੋਕਾਂ ਨੇ ਸਾਨੂੰ ਤਾਨੇ ਮਾਰ ਕੇ ਮਾਰ ਦੇਣਾ ਹੈ। ਜੇ ਮਰ ਗਿਆ ਤੇ ਲੋਕਾਂ ਧੂ ਮਾਰ ਦੇਣਾ ਹੈ, ਜੇ ਉਹ ਜਿੱਤ ਕੇ ਆ ਗਿਆ ਤੇ ਲੋਕਾਂ ਸਾਨੂੰ ਤਾਨੇ ਮਿਹਣੇ ਮਾਰ ਦੇਣਾ ਹੈ। ਸਾਡੇ ਕੋਲੋਂ ਗਲਤੀ ਹੋ ਗਈ ਏ, ਚਾਹੀਦਾ ਇਹ ਆ ਸਾਨੂੰ ਜਥੇਦਾਰ ਦੇ ਮਗਰ ਚਲੇ ਜਾਈਏ। ਸਿਆਣੇ ਬੈਠੇ, ਇਹ ਸੀ ਸਾਡੀ ਪ੍ਰਾਤਨ ਲੀਡਰਸ਼ਿਪ ਜਿਹਦੇ ਹੱਡਾਂ ਵਿੱਚ ਸੰਗਤ ਦਾ ਕਿੰਨਾ ਡਰ ਆ। ਹੁਣ ਚੜਤ ਸਿੰਘ ਸ਼ੁਕਰ ਚੱਕਿਆ ਸੰਗਤ ਤੋਂ ਡਰਿਆ ਨਾ, ਵੀ ਜਥੇਦਾਰ ਸ਼ਹੀਦ ਹੋ ਗਿਆ ਤੇ ਤਾਂ ਵੀ ਲੋਕਾਂ ਸਾਨੂੰ ਨਹੀਂ ਛੱਡਣਾ, ਜੇ ਉਹ ਜਿੱਤ ਕੇ ਆ ਗਿਆ ਲੋਕਾਂ ਤਾਂ ਵੀ ਸਾਨੂੰ ਨਹੀਂ ਛੱਡਣਾ। ਮਾਫ ਕਰਿਓ, ਅੱਜ ਦੀ ਲੀਡਰਸ਼ਿਪ ਦੇ ਹੱਡਾਂ ਵਿੱਚੋਂ ਤੁਹਾਡਾ ਡਰ ਨਿਕਲ ਗਿਆ ਵਾ, ਤੁਹਾਡਾ ਡਰ ਨਿਕਲ ਗਿਆ ਉਹਨਾਂ ਦੇ ਹੱਡਾਂ 'ਚ। ਤਾਂ ਹੀ ਉਹ ਸਟੇਜ ਤੇ ਆਇਆ, ਜੋ ਮਰਜ਼ੀ ਬਕੜਵਾ ਬੋਲੀ ਗਿਆ, ਜੋ ਮਰਜ਼ੀ ਕਹੀ ਗਿਆ, ਅਸੀਂ ਤੇ ਸਰੋਪਾ ਦੇ ਹੀ ਦੇਣਾ ਅੱਖਾਂ ਮੀਟ ਕੇ, ਸਾਡਾ ਤੇ ਸੁਭਾਅ ਬਣ ਗਿਆ। ਪੁਰਾਣੇ ਲੀਡਰਾਂ ਨੂੰ ਪਤਾ ਹੁੰਦਾ ਸੀ ਚੰਗਾ ਕੰਮ ਕਰੀਏ ਤੇ ਲੋਕੀ ਸਰੋਪਾ ਦਿੰਦੇ ਆ, ਸਰੋਪਾ। ਤੇ ਜੇ ਕੌਮ ਨਾਲ ਧੋਖਾ ਕਰੀਏ ਤੇ ਸਾਡੇ ਮਾਝੇ 'ਚ ਬੋਲਦੇ ਆ ਵੱਟ ਚਾੜ ਕੇ ਪਰਨਾ ਬਣਾਉਣਾ। ਪਹਿਲਾਂ ਸਰੋਪਾ ਦੇ ਲਈਦਾ, ਚੰਗਾ ਕੰਮ ਕਰੇ ਸ਼ਾਬਾਸ਼ ਆ, ਤੇ ਜੇ ਕੌਮ ਨਾਲ ਧੋਖਾ ਕਰੇ ਤੇ ਕੌਮ ਦੇ ਲੋਕ ਕੀ ਕਰਿਆ ਕਰਦੇ ਸੀ, ਉਸੇ ਹੀ ਪਰਨੇ ਨੂੰ ਵੱਟ ਚਾੜ ਕੇ ਨੂੰ ਧੂ ਕੇ ਸਟੇਜ ਤੋਂ ਲਾ ਲਿਆ ਕਰਦੇ ਸੀ। ਫਰਕ ਆ ਪੈ ਗਿਆ, ਅਸੀਂ ਸਰੋਪੇ ਦੇਣੇ ਦੇ ਚੇਤੇ ਰੱਖਦੇ ਆ, ਪਰ ਉਹਦਾ ਵੱਟ ਬਣਾ ਕੇ ਪਰਨਾ ਬਣਾਉਣਾ ਸਾਨੂੰ ਭੁੱਲ ਗਿਆ ਵਾ। ਜਿਸ ਕੌਮ ਦੀ ਲੀਡਰਸ਼ਿਪ ਦੇ ਹੱਡਾਂ ਵਿੱਚੋਂ ਕੌਮ ਦੇ ਸਿੱਖਾਂ ਦਾ ਡਰ ਨਿਕਲ ਜਾਵੇ, ਆਗੂਆਂ ਦਾ ਡਰ ਨਿਕਲ ਜਾਵੇ। ਅੱਜ ਦਿੱਲੀ ਦੇ ਧਰਨੇ 'ਚ ਜਿਹੜੀ ਕੌਮ ਸਾਡੀ ਲੀਡਰਸ਼ਿਪ ਬੈਠੀ ਆ, ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਵੀ ਲੜਾਈ ਇੱਥੋਂ ਤੱਕ ਚਲੀ ਜਾਊਗੀ। ਹੁਣ ਉਸ ਮਹਾਜ ਤੇ ਖਲੋਤੇ ਨੇ,
ਗਲਤ ਫੈਸਲਾ ਚੁੱਕਿਆ ਤੇ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਉਹਨਾਂ ਨੂੰ, ਕਿਉਂਕਿ ਪੰਜਾਬ ਦੀ ਜਵਾਨੀ ਮਗਰ ਖਲੋਤੀ ਏ। ਜਿਸ ਕੌਮ ਦੀ ਲੀਡਰਸ਼ਿਪ ਦੇ ਹੱਡਾਂ ਵਿੱਚੋਂ ਤੁਹਾਡਾ ਡਰ ਨਿਕਲ ਜਾਵੇ, ਉਹ ਕੌਮ ਕਦੀ ਤਰੱਕੀ ਨਹੀਂ ਕਰ ਸਕਿਆ ਕਰਦੀ। ਆਪਣਾ ਡਰ ਬਣਾਓ ਵਾਪਸ ਲੋਕਾਂ ਦੇ ਵਿੱਚ। ਜਕਾਰੇ ਲਾ ਦੇਣੇ ਬੜੇ ਸੌਖੇ ਆ। ਅਸੀਂ 5 ਸਾਲ ਮੁੜ ਕੇ ਚੌਂਕਾਂ 'ਚ ਖਲੋ ਕੇ ਇਹੋ ਕਰੀ ਜਾਂਦੇ ਆ। ਸਵਾਰਿਆ ਨਹੀਂ ਕੱਖ ਸਾਡਾ ਕਿਸੇ ਨੇ, ਨਾ ਕੈਪਟਨ ਨੇ ਸਵਾਰਿਆ, ਨਾ ਬਾਦਲ ਨੇ ਸਵਾਰਿਆ, ਨਾ ਮੋਦੀ ਨੇ ਸਵਾਰਿਆ। ਅਸੀਂ ਤੇ ਇਹੋ ਕਹੀ ਜਾਣਾ, ਲਗਾਤਾਰ ਕਹੀ ਜਾਂਦੇ। ਤੇ ਜਿੱਦਣ ਕੁਝ ਕਰਨ ਦੀ ਵਾਰੀ ਹੁੰਦੀ ਆ, ਉਦੋਂ ਆਪੋ ਆਪਣੀਆਂ ਸ਼ਰਾਬ ਦੀਆਂ ਪੇਟੀਆਂ ਹੀ ਪਹਿਲਾਂ ਨਾਂ ਲਿਖਾਏ ਹੁੰਦੇ ਵੀ ਸਾਡੇ ਘਰ ਪਹਿਲਾਂ ਚੁੱਪ ਕਰਕੇ ਸੁੱਟ ਜਾਓ, ਪਤਾ ਨਾ ਲੱਗ ਜੇ ਗੁਆਂਢੀਆਂ ਨੂੰ ਵੀ ਸਾਡੇ ਘਰ ਪੇਟੀ ਰੱਖ ਕੇ ਗਏ ਆ। ਚੁੱਪ ਕਰਕੇ ਰੱਖ ਜਾਓ ਭਾਊ, ਸਾਨੂੰ ਕਿਸੇ ਨੂੰ ਨਾ ਪਤਾ ਲੱਗੇ। ਹੁਣ ਜਿਹੜਾ ਨਹੀਂ ਮੇਰੇ ਵਰਗਾ ਪੀਂਦਾ, ਉਹ ਕਹਿੰਦਾ ਸਾਨੂੰ ਫ੍ਰਿਜ ਨਵੀਂ ਲੈ ਦਿਓ, ਕੋਈ ਕਹਿੰਦਾ ਇਨਵੇਟਰ ਲਵਾ ਦਿਓ, ਕੋਈ ਕਹਿੰਦਾ ਸਾਨੂੰ ਬੋਰ ਕਰਵਾ ਦਿਓ, ਕੋਈ ਕਹਿੰਦਾ ਸਾਨੂੰ। ਕਾਣੇ ਤੇ ਅਸੀਂ ਸਾਰੇ ਹੀ ਆ, ਕਾਣੇ ਤੇ ਅਸੀਂ ਸਾਰੇ ਹੀ ਆ। ਵੱਖਰੀ ਗੱਲ ਹੈ ਕੋਈ ਨਸ਼ਰ ਹੋ ਕੇ ਕਾਣਾ, ਕੋਈ ਕਿਸੇ ਤਰੀਕੇ ਨਾਲ ਕਾਣਾ। ਤੁਸੀਂ ਉਸ ਕੌਮ ਦੇ ਆਗੂ ਹੋ। ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨਾ ਸੀ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਵੇਖ ਕੇ ਬਾਦਸ਼ਾਹ ਕਹਿੰਦਾ ਅੱਧਾ ਰਾਜ ਹੁਣੇ ਤੈਨੂੰ ਪੰਜਾਬ ਦਾ, ਅੱਧਾ ਰਾਜ। ਇੱਕ ਵਾਰੀ ਕਹਿ ਮੈਂ ਤੁਹਾਡੇ ਨਾਲ ਰਲ ਗਿਆ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੈਰ ਦੀ ਜੁੱਤੀ ਅੱਗੇ ਕੀਤੀ ਸੀ। ਜੁੱਤੀ ਉਹਦਾ ਮਤਲਬ ਸੀ, ਉਹਨੇ ਆਖਿਆ ਮੈਂ ਤੁਹਾਡਾ ਰਾਜ ਭਾਗ ਜੁੱਤੀ ਦੀ ਨੋਕ ਤੇ ਠਕਰਾਉਣਾ ਹਾਂ। ਅੱਜ ਇਤਿਹਾਸ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਗਾਉਂਦੇ ਆ। ਜ਼ਮੀਰਾਂ ਸਾਡੀਆਂ ਤਕਰੀਬਨ ਬਹੁਤਿਆਂ ਦੀਆਂ ਵਿਕੀਆਂ ਹੁੰਦੀਆਂ। ਗੱਲਾਂ ਹੀ ਬਾਬਾ ਦੀਪ ਸਿੰਘ ਦੀਆਂ ਕਰਨੀਆਂ, ਗੱਲਾਂ ਹੀ ਛੋਟੇ ਸਾਹਿਬਜ਼ਾਦਿਆਂ ਦੀਆਂ, ਵੱਡੇ ਸਾਹਿਬਜ਼ਾਦਿਆਂ ਦੀਆਂ ਕਰਨੀਆਂ। ਅਸੀਂ ਆਪਣੇ ਅੰਦਰ ਝਾਤੀ ਤੇ ਮਾਰੀਏ। ਇਸ ਗੰਦੇ ਸਿਸਟਮ ਨੂੰ ਜਨਮ ਅਸੀਂ ਕਿਤੇ ਨਾ ਕਿਤੇ ਖੁਦ ਵੀ ਦਿੱਤਾ ਹੈ, ਖੁਦ ਦਿੱਤਾ ਹੈ। 70 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਚੱਲਿਆ। ਸਾਡੀ ਦੇ ਪਿੰਡਾਂ ਦੀ ਸਿਆਸਤ ਜੇ ਨਾਲੀਆਂ ਗਲੀਆਂ ਚੋਂ ਨਹੀਂ ਨਿਕਲ ਸਕਦੀ, ਵੀ ਨਾਲੀ ਬਣਾ ਦਿਓ, ਗਲੀ ਬਣਾ ਦਿਓ। ਅਗਲੇ ਕਹਿੰਦੇ ਨਾਲੀ ਬਣਾ ਦਿਆਂਗੇ, ਗਲੀ ਬਣਾ ਦਿਆਂਗੇ, ਫੇਰ ਅਗਲੇ ਆਉਂਦੇ ਕਹਿੰਦੇ ਨਾਲੀ ਬਣਾ ਦਿਆਂਗੇ। ਅਸੀਂ 17 ਸਾਲਾਂ 'ਚ ਪਿੰਡਾਂ ਦੀਆਂ ਨਾਲੀਆਂ ਗਲੀਆਂ ਨਹੀਂ ਬਣਾ ਸਕੇ। ਅਸੀਂ ਕਰਨਾ ਕੀ ਸੀ ਦੇਸ਼ ਵਾਸਤੇ? ਕਸੂਰ ਕਿਤੇ ਨਾ ਕਿਤੇ ਸਾਡਾ। ਅਸੀਂ ਆਪ ਆਪਣੇ ਪੈਰ ਕੁਹਾੜਾ ਮਾਰਿਆ। ਕਿਤੇ ਕੌਮ ਦੇ ਲੀਡਰਾਂ ਅੰਦਰ ਤੁਹਾਡਾ ਡਰ ਬਰਕਰਾਰ ਰਹਿੰਦਾ। ਸਾਨੂੰ ਆਹ ਦਿਨ ਨਹੀਂ ਸੀ ਵੇਖਣੇ ਪਣੇ। ਨਾ 84 ਚ ਅਕਾਲ ਤਖਤ ਢੱਠਦਾ ਸਾਡਾ, ਨਾ ਭੰਗ ਦੇ ਭਾੜੇ ਸਾਡੀ ਪੰਜਾਬ ਦੀ ਜਵਾਨੀ ਮਰਦੀ। ਕਦੇ ਲੀਡਰਾਂ ਦੇ ਹੱਡਾਂ 'ਚ ਸਾਡਾ ਡਰ ਹੁੰਦਾ। ਤੇ ਉਹਨਾਂ ਨੂੰ ਪਤਾ ਸੀ ਆਟਾ ਦਾਲ ਦੇ ਕੇ, ਮੋਬਾਈਲ ਮਹਿੰਗਾ ਜਾਂ ਦੇ ਕੇ ਇਹਨਾਂ ਨੂੰ ਚੁੱਪ ਕਰਾ ਲਾਂਗੇ। ਕੋਈ ਨਹੀਂ, ਆਟੇ ਦਾਲ ਵਾਲੀ ਹੈ, ਚਾਹ ਪੱਤੀ ਵਾਲੀ ਹੈ, ਚੁੱਪ ਕਰ ਦੇਣਾ ਇਹਨਾਂ ਨੇ। ਸਾਡੀ ਤੇ ਲੜਾਈ ਇਹ ਹੋਣ ਰਹੀ ਦੀ ਚੰਗੇ ਭਲੇ ਲੈਣ ਦਾ ਅੱਡਾਂ ਦੀ ਵੀ। ਸਾਡਾ ਕਾਰਡ ਕੱਟਦਾ ਵੀ ਫ੍ਰੀ ਕਣਕ ਵਾਲਾ। ਅਸੀਂ ਕੌਮ ਦਾ ਕੀ ਸਵਾਰਨਾ? ਕਹਿਣ ਨੂੰ ਅਸੀਂ ਸਰਦਾਰ ਆ, ਮੋਸ਼ੇ ਤੋਂ ਤੱਕ ਆ। ਲੜਨਾ ਹੀ 2 ਰੁਪਏ ਕਿਲੋ ਵਾਲੀ ਕਣਕ ਪਿੱਛੇ ਡਏ ਹੁੰਨੇ ਲੈਣ ਦੇ ਵਿੱਚ ਖਲੋ ਕੇ ਵੀ ਸਾਡਾ ਕਾਰਡ ਕਿਉਂ ਕੱਟਿਆ ਗਿਆ ਭਾਊ। ਉਦਾਂ ਹੀ ਸਰਦਾਰ ਜੀ ਸਾਡੀ ਲੜਾਈ ਪੱਤੀ ਪਿੱਛੇ ਆ, ਸਾਡੀ ਲੜਾਈ ਕਣਕ ਪਿੱਛੇ ਆ, ਸਾਡੀ ਲੜਾਈ। ਉਹ ਸਾਨੂੰ ਖੁਸ਼ ਹੋ ਕੇ ਵੇਖ ਕੇ ਆ ਚੰਗੇ ਕਾਬੂ ਆਏ। ਇਹ ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸ ਬਣੇ ਫਿਰਦੇ ਹੀ ਆਪਣੇ ਨੂੰ। ਐ ਕਣਕ ਆਟੇ ਦੇ ਪਿੱਛੇ, ਦਾਲ ਪਿੱਛੇ ਜੁੱਤੀ ਕਰਾਤੇ ਨਾ ਪਿੰਡਾਂ ਦੇ ਵਿੱਚ ਫੜ ਕੇ ਸਾਰੇ। ਉਹ ਖੁਸ਼ ਹੁੰਦੇ ਸਾਨੂੰ ਵੇਖ ਕੇ, ਵੇਖ ਆ ਆਈ ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸ। ਸਾਨੂੰ ਪਛਾਣਨਾ ਪਵੇਗਾ ਆਪਣੇ ਆਪ ਨੂੰ। ਸਰਦਾਰ ਚੜਤ ਸਿੰਘ ਸ਼ੁਕਰ ਚੱਕਿਆ ਕਹਿੰਦਾ ਬਹਾਦਰੋ ਆ ਵੇਖਿਓ ਕਿਤੇ ਅਸੀਂ ਗਲਤੀ ਨਾ ਕਰ ਜਾਈਏ। ਸਾਡਾ ਜਥੇਦਾਰ ਅਜੇ ਬਹੁਤੀ ਦੂਰ ਨਹੀਂ ਗਿਆ। ਜੇ ਜਥੇਦਾਰ ਸ਼ਹੀਦ ਹੋ ਗਿਆ ਲੋਕਾਂ ਨੇ ਤਾਂ ਵੀ ਸਾਡਾ ਕੱਖ ਨਹੀਂ ਛੱਡਣਾ। ਜੇ ਜਥੇਦਾਰ ਹਾਰ ਜਿੱਤ ਕੇ ਆ ਗਿਆ ਲੋਕਾਂ ਤਾਂ ਵੀ ਸਾਡਾ ਕੱਖ ਨਹੀਂ ਛੱਡਣਾ। ਨਾਲ ਦਿਆਂ ਆਖਿਆ ਕਰਨਾ ਕੀ ਆ? ਕਹਿੰਦਾ ਕਰਨਾ ਫਿਰ ਇਹੋ ਹੀ ਆ, ਮਗਰੇ ਚੜਾਈ ਕਰਕੇ ਆਪਾਂ ਵੀ ਜਥੇਦਾਰ ਨੂੰ ਮਿਲੀਏ, ਜਾ ਕੇ ਮਿਲ ਕੇ ਕਸੂਰ ਸ਼ਹਿਰ ਦੇ ਉੱਤੇ ਹਮਲਾ ਕਰਾਂਗੇ। ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਆਪਣੇ ਬਹਾਦਰਾਂ ਨੂੰ ਨਾਲ ਲੈ ਕੇ ਜਥੇਦਾਰ ਹਰੀ ਸਿੰਘ ਭੰਗੀ ਦੇ ਮਗਰ ਚੜਾਈ ਇੰਜ ਕਰ।
ਸੰਗਤ ਦੇ ਚਰਨਾਂ ਅੰਦਰ ਤੁਸੀਂ ਜਿਸ ਵੰਨਗੀ ਨੂੰ ਢਾਡੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਹੋ, ਇਹਨੂੰ ਢਾਡੀ ਰਾਗ ਦੇ ਅੰਦਰ ਖੜਾ ਸਾਕਾ ਕਹਿੰਦੇ ਨੇ। ਮੈਂ ਇਸ ਕਰਕੇ ਦੱਸ ਰਿਹਾ ਹਾਂ ਕਿ ਤੁਸੀਂ ਇਸ ਸਟੇਜ ਤੋਂ ਬਹੁਤ ਸਾਰੇ ਢਾਡੀ ਵਿਦਵਾਨ ਬੁਲਾਰੇ ਸੁਣੇ ਨੇ। ਅਸੀਂ ਢਾਡੀ ਕਲਾ ਦੀ ਕਦਰ ਘਟਾ ਦਿੱਤੀ ਤੇ ਢਾਡੀਆਂ ਨੇ ਫਿਲਮੀ ਗਾਣਿਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਢਾਡੀ ਸਿੰਘ ਜਿੰਨਾ ਵੀ ਰਾਗ ਤੁਹਾਡੇ ਸਾਹਮਣੇ ਪੇਸ਼ ਕਰਨਗੇ, ਦੋ ਸ਼ਰਤਾਂ ਨੇ, ਇੱਕ ਢਾਡੀ ਰਾਗ ਤੇ ਦੂਜਾ ਜ਼ਬਾਨੀ। ਸਾਡੇ ਟੇਬਲ ਉੱਤੇ ਕਵਿਤਾ ਦੇ ਉੱਤੇ ਰੂਪਿੰਦਰ ਤੁਸੀਂ ਕਾਪੀ ਕਿਤੇ ਨਹੀਂ ਵੇਖੋਗੇ। ਤੁਹਾਡੇ ਕਿਸੇ ਵੀ ਇਸ ਇਲਾਕੇ ਵਿੱਚ ਆ ਜਾਈਏ, ਸਾਨੂੰ ਭਾਵੇਂ 4 ਘੰਟੇ ਦੀਵਾਨ ਕਰਨਾ ਪਵੇ ਤੇ ਭਾਵੇਂ 5 ਘੰਟੇ ਦੀਵਾਨ ਕਰਨਾ ਪਵੇ। ਉਹ ਢਾਡੀ ਕਾਹਦਾ ਜਿਹੜਾ ਆਪਣੇ ਚੱਲਦੇ ਦੀਵਾਨ ਅੰਦਰ ਬਹੁਤੀਆਂ ਨਹੀਂ, 2-4 ਚੀਜ਼ਾਂ ਢਾਡੀ ਕਲਾ 'ਚ ਨਾ ਕਹਿ ਕੇ ਜਾਵੇ ਤੇ ਸਾਰਾ ਪ੍ਰਸੰਗ ਤਕਰੀਬਨ ਜ਼ਬਾਨੀ ਨਾ ਗਾ ਕੇ ਜਾਵੇ। ਔਖਾ ਹੋ ਗਿਆ ਸਾਡੇ ਵਾਸਤੇ ਮਿਹਨਤ ਕਰਨਾ। ਜੇ ਅਸੀਂ ਤੁਹਾਡੇ ਕੋਲੋਂ ਪੈਸੇ ਮੂੰਹ ਮੰਗੇ ਲੈਣੇ ਜਾਣਦੇ ਹਾਂ ਤੇ ਸਾਡਾ ਇੱਕ ਫਰਜ਼ ਬਣਦਾ ਹੈ ਕਿ ਢਾਡੀ ਕਲਾ ਨੂੰ ਢਾਡੀ ਰਾਗ ਅੰਦਰ ਪ੍ਰਫੁੱਲਤ ਕਰੀਏ। ਤੇ ਦੂਜੀ ਬੇਨਤੀ ਕਰਾਂ ਪ੍ਰਬੰਧਕਾਂ ਨੂੰ, ਤੁਸੀਂ ਪੈਸੇ ਦੇਣ 'ਚ ਕੋਈ ਕਮੀ ਨਹੀਂ ਜੇ ਛੱਡਦੇ, ਕੋਈ ਕਮੀ ਨਹੀਂ। 1-1 ਰੁਪਈਆ ਸੰਗਤ ਦਾ ਇਕੱਠਾ ਕਰਕੇ ਤੁਸੀਂ ਸਾਡੀਆਂ ਜੇਬਾਂ ਦੇ ਵਿੱਚ ਪਾਉਂਦੇ ਜੇ। ਸੱਦਣ ਲੱਗਿਆ ਘੱਟੋ ਘੱਟ ਇੰਨੀ ਕੁ ਕੰਡੀਸ਼ਨ ਰੱਖਿਆ ਕਰੋ ਵੀ ਪੈਸੇ ਤੇਰੀ ਮਰਜ਼ੀ ਦੇ, ਕੰਮ ਸਾਡੀ ਮਰਜ਼ੀ ਦਾ। 2 ਚੀਜ਼ਾਂ ਰੱਖ ਲਿਆ ਕਰੋ ਵੀ ਇੱਕ ਜ਼ਬਾਨੀ ਤੇ ਦੂਜਾ ਢਾਡੀ ਰਾਗ। ਮੈਂ ਦਾਵਾ ਕਰਦਾ, ਹਮਾਨ ਨਹੀਂ ਕਰਦਾ, 95% ਅੱਜ ਦੇ ਯੁੱਗ 'ਚ ਕਹਿਣਗੇ ਨਹੀਂ ਵੀ ਸਾਡੇ ਕੋਲ ਤੁਹਾਡੇ ਪਿੰਡ ਦਾ ਦੀਵਾਨ ਨਹੀਂ ਹੋਣਾ। ਇਹ ਢਾਡੀ ਕਲਾ ਦਾ ਰਾਗ, ਇਹਨੂੰ ਪਿਓਰ ਢਾਡੀ ਰਾਗ ਵਿੱਚ ਖੜਾ ਸਾਕਾ ਕਹਿੰਦੇ ਨੇ। ਖੜਾ ਸਾਕਾ ਸੁਣੀਏ ਸਾਧ ਸੰਗਤ। ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਚੜ੍ਹਾਈ ਕਰਦਾ ਜਥੇਦਾਰ ਹਰੀ ਸਿੰਘ ਭੰਗੀ ਦੇ ਮਗਰ ਇਵੇਂ ਤੁਰਿਆ ਜਾ ਰਿਹਾ।
ਗਏ ਜੰਗ ਤੋਂ ਕਰ ਪ੍ਰਾਣ ਪਿਆਰੇ, ਕਿਸੇ ਨਹੀਂ ਕਹਿਣਾ ਅਸਾਂ ਨੂੰ ਦਸ਼ਮੇਸ਼ ਦੁਲਾਰੇ। ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਦੀ ਆਵਾਜ਼ ਸੁਣ ਕੇ ਪੰਥ ਨੇ ਆਖਿਆ, ਜਥੇਦਾਰ ਜੀ ਜੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਠੀਕ ਹੈ, ਸਾਡੇ ਕੋਲੋਂ ਗਲਤੀ ਹੋਈ, ਅਸੀਂ ਜਥੇਦਾਰ ਦੇ ਨਾਲ ਨਹੀਂ ਜਾ ਸਕੇ, ਪਰ ਚੱਲੀਏ ਮਗਰ ਨਖਾ ਕਰੋ ਤਿਆਰੀ। 8000 ਖਾਲਸਾ ਪੰਥ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਦੀ ਅਗਵਾਈ ਹੇਠਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਰਿਆ। ਤੁਰਦਿਆਂ ਤੁਰਦਿਆਂ ਪਹਿਲਾ ਪਿੰਡ ਆਇਆ ਗੁਰੂ ਕੀ ਵਡਾਲੀ। ਤੁਹਾਡੇ ਚੋਂ ਬਹੁਤਿਆਂ ਨੇ ਛਾਟਾ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਨੇ। ਜਦੋਂ ਆਪਾਂ ਅਟਾਰੀ ਵਾਗਾ ਬਾਰਡਰ ਨੂੰ ਜਾਂਦੇ ਅੰਮ੍ਰਿਤਸਰ ਤੋਂ, ਉਹਦੇ ਬਿਲਕੁਲ ਨਜ਼ਦੀਕ ਹੀ ਮੇਰਾ ਪਿੰਡ ਆ। ਗੁਰੂ ਕੀ ਵਡਾਲੀ ਮੇਰੇ ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਦੀ ਵਿੱਥ ਤੇ, ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦਾ ਅਵਤਾਰ ਹੋਇਆ। ਪਹਿਲਾ ਪੜਾਅ ਕੀਤਾ ਨਗਰ ਗੁਰੂ ਕੀ ਵਡਾਲੀ ਵਿੱਚ। ਨਗਰ ਗੁਰੂ ਕੀ ਵਡਾਲੀ ਤੋਂ ਪੰਥ ਅੱਗੇ ਨੂੰ ਵਧਿਆ। ਇਹਨਾਂ ਨੇ ਦੂਜਾ ਪੜਾਅ ਕੀਤਾ ਜਦੋਂ ਆਪਾਂ ਝਬਾਲ ਤੋਂ ਅਟਾਰੀ ਰੋਡ ਉੱਤੇ ਜਾਂਦੇ ਆ। ਇੱਥੇ ਇੱਕ ਪਿੰਡ ਪੈਂਦਾ ਰਸਤੇ ਵਿੱਚ ਜਿਹਨੂੰ ਰਾਜੇ ਤਾਲ ਕਹਿੰਦੇ ਨੇ, ਰਾਜੇ ਕਾ ਤਾਲ ਵੀ ਕਹਿ ਦਿੰਦੇ, ਅੱਜ ਕੱਲ ਨੂੰ ਰਾਜੇ ਤਾਲ ਕਹਿੰਦੇ। ਇਸ ਥਾਂ ਦੇ ਉੱਤੇ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਪਹੁੰਚਿਆ। ਅਗਲੇ ਬੰਨੇ ਜਥੇਦਾਰ ਹਰੀ ਸਿੰਘ ਭੰਗੀ ਅਜੇ ਜੰਗ ਦੀ ਤਿਆਰੀ ਕਰ ਰਿਹਾ ਸੀ। ਜਦ ਸੂਈਏ ਨੇ ਆ ਕੇ ਆਖਿਆ, ਜਥੇਦਾਰ ਜੀ ਵਧਾਈ ਹੋਵੇ, ਜਥੇਦਾਰ ਜੀ ਮੁਬਾਰਕ। ਨਖਾ ਕਾਦੀ? ਕਹਿੰਦਾ ਚੜਤ ਸਿੰਘ ਸ਼ੁਕਰ ਚੱਕੀਆ ਵੀ ਆ ਗਿਆ ਜੇ ਫੌਜ ਲੈ ਕੇ ਮਗਰ ਹੀ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਘੋੜੇ ਤੋਂ ਉਤਰਿਆ, ਅਗਲ ਵਾਂਢੀ ਹੋ ਕੇ ਤੇ ਆਪਣੀਆਂ ਦੋਵੇਂ ਬਾਹਾਂ ਖੋਲ ਕੇ ਸਰਦਾਰ ਚੜਤ ਸਿੰਘ ਸ਼ੁਕਰ ਚੱਕੀ ਨੂੰ ਜੱਫੀ ਵਿੱਚ ਲੈ ਲਿਆ। ਆਖਿਆ, ਭਰਾ ਜਿਸ ਕੌਮ ਦੇ ਵਿੱਚ ਇੱਕ ਦੂਜੇ ਵਾਸਤੇ ਪਿਆਰ ਹੋਵੇ, ਮੁਹੱਬਤ ਹੋਵੇ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਕਦੀ ਖਤਮ ਨਹੀਂ ਹੁੰਦੀਆਂ। ਤੇ ਜਿਸ ਕੌਮ ਦੇ ਆਗੂਆਂ ਵਿੱਚ ਇਹ ਦੌੜ ਮਚ ਜਾਵੇ ਕਿ ਇਹਦੀਆਂ ਲੱਤਾਂ ਖਿੱਚ ਕੇ ਮੈਂ ਇਹਨੂੰ ਪਛਾਣ ਕਰਦਿਆਂ ਤੇ ਮੈਂ ਖੁਦ ਅੱਗੇ ਲੰਘ ਜਾਵਾਂ, ਮੈਂ ਪਤਾ ਨਹੀਂ ਕੀ ਸਵਾਰ ਲੈਣਾ, ਅੱਜ ਸਾਡੇ 'ਚ ਆਹ ਦੌੜ ਜਿਆਦੀ ਮਚ ਗਈ ਆ। ਅਸੀਂ ਸਵਾਰਿਆ ਭਾਵੇਂ ਕੱਖ ਨਾ ਹੋਵੇ, ਢੋਲ ਆਪੋ ਆਪਣਾ ਸਾਰੇ ਵਜਾਈ ਜਾਂਦੇ ਵੀ ਮੈਂ ਆਗੂ, ਮੈਂ ਆਗੂ, ਮੈਂ ਆਗੂ। ਜਿੱਦਣ ਸਿਰ ਦੇਣ ਦੀ ਗੱਲ ਆਉਣੀ ਉਦੋਂ ਕੋ ਟਾਵਾਂ ਟਾਵਾਂ ਹੀ ਲੱਭਣਾ। ਉਦੋਂ ਬਹੁਤਿਆਂ ਨੇ ਘਰਾਂ ਨੂੰ ਭੱਜ ਉੱਠਣਾ। ਉਦੋਂ ਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਵਰਗਾ ਕੋਈ ਯੋਧਾ ਅੜਦਾ ਹੈ ਨਾ ਵੀ ਟੈਂਕ ਆਉਣ ਤੇ ਛਾਤੀਆਂ ਛਾਤੀਆਂ ਤੋਂ ਲੰਘ ਕੇ ਜਾਣ, ਤੇ ਫਿਰ ਨਗਾਏ ਟੈਂਕ ਮਰਦਾਂ ਨੇ ਆਪਣੀਆਂ ਛਾਤੀਆਂ ਤੋਂ। ਤੇ ਕਿਹਾ ਤੇ ਹੋਰ ਵੀ ਬੜਿਆਂ ਨੇ ਸੀ ਵੀ ਟੈਂਕ ਆਉਣਗੇ ਸਾਡੀਆਂ ਛਾਤੀਆਂ ਤੋਂ ਲੰਘ ਕੇ ਜਾਣਗੇ। ਬਾਹਾਂ ਖੜੀਆਂ ਕਰਕੇ ਨਿਕਲਣ ਵਾਲਿਆਂ ਚੋਂ ਪਹਿਲੇ ਨੰਬਰ ਤੇ ਆਏ ਮੁੜ ਕੇ। ਰਜਾਈਆਂ 'ਚ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਪਰ ਇਤਿਹਾਸ ਬਣਾਉਣਾ ਬਹੁਤ ਔਖਾ। ਇਤਿਹਾਸ ਬਣਾਉਣ ਵਾਸਤੇ ਸਿਰ ਦੇਣੇ ਪੈਂਦੇ ਨੇ, ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਆਪਣੇ ਘਰਾਂ ਨੂੰ ਭੁੱਲਣਾ ਪੈਂਦਾ, ਆਪਣੇ ਧੀਆਂ ਪੁੱਤਾਂ ਨੂੰ ਭੁੱਲਣਾ ਪੈਂਦਾ। ਅੱਜ ਜਿਹੜੇ ਦਿੱਲੀ ਅੰਦਰ ਬੈਠੇ ਨੇ ਉਹ ਇਤਿਹਾਸ ਲਿਖ ਰਹੇ ਨੇ। ਇੱਕ ਇਤਿਹਾਸ ਹੈ ਤੇ ਤੁਹਾਡੇ ਹੀ ਹੈ ਨਾ, ਤੁਹਾਡੇ ਪੁੱਤ ਪੁੱਤਰ ਆ, ਤੁਹਾਡੇ ਭਰਾ ਵਾ, ਤੁਹਾਡੇ ਇਲਾਕੇ ਚੋਂ, ਤੁਹਾਡੇ ਪਿੰਡਾਂ ਚੋਂ ਕਹਿੰਦੇ ਹੈ ਤੁਹਾਡੇ ਆ। ਹੁਣ ਇੱਥੇ ਬੈਠਿਆ ਵੀ ਮੇਰੇ ਵਰਗਾ ਬੰਦਾ ਆਖੀ ਜਾਵੇ ਨਾ ਜੀ ਮੋਦੀ ਨਹੀਂ ਮੰਨਦਾ। ਇਹ ਗੱਲਾਂ ਉਹ ਲੋਕ ਕਰਿਆ ਕਰਦੇ ਜਿਨ੍ਹਾਂ ਕਰਨਾ ਕੱਖ ਨਹੀਂ ਹੁੰਦਾ। ਜੇ ਇਹੋ ਜਿਹੀਆਂ ਗੱਲਾਂ ਉਦੋਂ ਹੁੰਦੀਆਂ ਨਾ ਤੇ ਸਾਡੇ ਵੱਡਿਆਂ ਨੇ ਸਿਰ ਵੀ ਨਹੀਂ ਸੀ ਲਵਾਉਣੇ, ਸਾਡੇ ਵੱਡਿਆਂ ਨੇ ਖੋਪਰ ਨਹੀਂ ਸੀ ਲਵਾਉਣੇ, ਸਾਡੇ ਵੱਡਿਆਂ ਨੇ ਬੰਦ ਨਹੀਂ ਸੀ ਕਟਾਉਣੇ। ਨਾ ਬਈ ਇਹਦੇ ਨਾਲ ਕੀ ਹੋ ਚੱਲਿਆ। ਇਤਿਹਾਸ ਬਣਾਉਣ ਵਾਸਤੇ ਘਰਾਂ ਦਾ ਸੁੱਖ ਛੱਡਣਾ ਪੈਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਗਲ ਵਾਂਢੀ ਹੋ ਕੇ ਚੜਤ ਸਿੰਘ ਸ਼ੁਕਰ ਚੱਕੀ ਨੂੰ ਜੱਫੀ 'ਚ ਲੈ ਕੇ ਆਖਿਆ, ਭਰਾ ਫਿਰ ਕਿਹੜੀ ਗੱਲ ਆ, ਤੂੰ ਰੁੱਸ ਗਿਆ ਸੀ। ਹੁਣ ਆਪਾਂ ਇੱਕ ਮੁੱਠ ਹੋ ਕੇ ਕਸੂਰ ਸ਼ਹਿਰ ਜਿੱਤ ਕੇ ਵਿਖਾਵਾਂਗੇ। ਦੁਨੀਆ ਦੇ ਇਤਿਹਾਸ ਅੰਦਰ ਕਿਸੇ ਨੇ ਕਸੂਰ ਨੂੰ ਜਿੱਤਦਾ ਨਹੀਂ ਵੇਖਿਆ, ਪਰ ਗੁਰੂ ਕਾ ਸਿੰਘ ਕਸੂਰ ਜਿੱਤ ਕੇ ਵਿਖਾਵੇਗਾ। ਵੇਖੋ ਅਸੀਂ ਦੁਨੀਆ 'ਚ ਨਿਆਰੇ ਇਸ ਕਰਕੇ ਆ ਵੀ ਸਾਡਾ ਬਹੁਤ ਕੁਝ ਦੁਨੀਆ ਨਾਲੋਂ ਵੱਖਰਾ। ਸਾਡਾ ਖਾਣ ਪੀਣ ਵੱਖਰਾ, ਸਾਡੀਆਂ ਸ਼ਕਲਾਂ ਲੋਕਾਂ ਨਾਲੋਂ ਵੱਖਰੀਆਂ, ਸਾਡਾ ਰਹਿਣ ਤੇ ਸਹਿਣ ਵੱਖਰਾ, ਸਾਡੇ ਨਾਂ ਵੱਖਰੇ, ਤੇ ਵੱਡੀ ਗੱਲ ਸਾਡੀ ਲੜਾਈ ਕਰਨ ਦਾ ਤਰੀਕਾ ਵੀ ਦੁਨੀਆ ਨਾਲੋਂ ਵੱਖਰਾ। ਦੁਨੀਆ ਦੀਆਂ ਕੌਮਾਂ ਲੜਦੀਆਂ ਨੇ ਪਰ ਤੁਹਾਡੇ ਵਾਂਗੂ ਨਹੀਂ ਲੜਦੀਆਂ। ਤੁਸੀਂ ਸਾਰਾ ਦਿਨ ਲੜਦੇ ਜੇ, ਸਾਰਾ ਦਿਨ ਲੜਦੇ ਜੇ, ਸ਼ਾਮਾਂ ਨੂੰ ਲੰਗਰ ਲਾ ਕੇ ਬਹਿ ਜਾਂਦੇ ਜੇ, ਤੇ ਲੜਨ ਵਾਲਿਆਂ ਨੂੰ ਵੀ ਕਹਿੰਦੇ ਵੀ ਛਕੋ, ਤੇ ਜਿਹੜੇ ਤੁਹਾਡੇ ਨਾਲ ਲੜਨ ਆਏ ਉਹਨਾਂ ਨੂੰ ਵੀ ਕਹਿੰਦੇ ਜੇ ਬਹਿ ਕੇ ਛਕੋ। ਇਹ ਨਿਆਰਾਪਨ ਹੈ ਤੁਹਾਡਾ। ਵੇਖਿਆ ਤੁਸੀਂ ਸ਼ੰਭੂ ਬਾਰਡਰ ਦੇ ਉੱਤੇ ਜਦੋਂ ਬੈਰੀਅਰ ਪੁੱਟੇ ਗਏ, ਡਾਂਗਾ ਖਾਣ ਵਾਲਿਆਂ ਵੀ ਬਹਿ ਕੇ ਲੰਗਰ ਛਕਿਆ ਤੇ ਡਾਂਗਾ ਮਾਰਨ ਵਾਲਿਆਂ ਵੀ ਬਹਿ ਕੇ ਲੰਗਰ ਉੱਥੇ ਇੱਕੋ ਪੰਗਤ ਵਿੱਚੋਂ ਛਕਿਆ।
ਦੁਨੀਆ ਦੀਆਂ ਕੌਮਾਂ ਲੜਦੀਆਂ ਨੇ, ਦੁਸ਼ਮਣ ਦੀ ਬਹੂ ਬੇਟੀ ਹੱਥ ਵਿੱਚ ਆ ਜਾਵੇ ਉਹਦੀ ਇੱਜ਼ਤ ਤਾਰ-ਤਾਰ ਕੀਤੀ ਜਾਂਦੀ ਹੈ, ਪਰ ਲੜਦੇ ਤੁਸੀਂ ਵੀ ਹੋ। ਦੁਸ਼ਮਣ ਦੀ ਬਹੂ ਬੇਟੀ ਹੱਥ ਆ ਜਾਵੇ, ਬਾ ਇੱਜ਼ਤ ਮਹਿਫੂਜ਼ ਉਹਨੂੰ ਘਰ ਛੱਡ ਕੇ ਆਉਂਦੇ ਜੋ। ਇਹ ਤੁਹਾਡਾ ਵੱਖਰਾਪਣ ਹੈ, ਇਦਾਂ ਦੀ ਕੌਮ ਦੁਨੀਆ 'ਚ ਕੋਈ ਨਹੀਂ। ਤੁਸੀਂ ਆਪ ਭੁੱਖੇ ਸੌਣਾ ਮਨਜ਼ੂਰ ਕਰ ਸਕਦੇ ਹੋ, ਪਰ ਇਸ ਦੇਸ਼ ਦਾ ਢਿੱਡ ਭਰਦੇ ਹੋ। ਇਹ ਨਿਆਰਾਪਨ ਹੈ ਸਾਡਾ, ਇਹ ਨਿਆਰਾਪਨ ਉਹਨਾਂ ਨੂੰ ਚੁੱਭਦਾ ਹੈ ਤੁਹਾਡਾ। ਇਹ ਇੰਨੇ ਨਿਆਰੇ ਹੋ ਗਏ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ, ਜਿਨ੍ਹਾਂ ਨੂੰ ਵੱਖਵਾਦੀ ਕਹਿੰਦੇ ਆ। ਖਾਲਸਾ ਏਡ ਵਾਲਿਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਜ਼ ਨੋਬਲ ਪ੍ਰਾਈਜ਼ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ, ਜਿਨ੍ਹਾਂ ਨੂੰ ਸਾਡਾ ਦੇਸ਼ ਅੱਤਵਾਦੀ ਕਹਿਣ ਲੱਗਾ। ਤੁਸੀਂ ਹੱਕ ਮੰਗੋ ਤੇ ਅੱਤਵਾਦੀ ਹੋ, ਇਸ ਦੇਸ਼ ਲਈ ਲੰਗਰ ਲਾ ਦਿਓ ਤੇ ਤੁਸੀਂ ਸੱਤਵਾਦੀ। ਆ ਇਤਿਹਾਸ ਨਹੀਂ ਜਿਹੜਾ ਦੱਸਣ ਦਾ ਲੋਕਾਂ ਨੂੰ ਵੀ ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਲਾਲਚ ਤੋਂ ਇੱਕ ਪੰਡਤ ਆ ਕੇ ਕਹਿੰਦਾ ਮੇਰੀ ਘਰਵਾਲੀ ਛਡਾ ਦਿਓ। ਦਲ ਖਾਲਸਾ ਪੰਥ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਸ਼ਹਿਰ ਤੇ ਹਮਲਾ ਕਰਦਾ ਜਿਸ ਸ਼ਹਿਰ ਨੂੰ ਅਬਦਾਲੀ ਵੀ ਨਹੀਂ ਜਿੱਤਦਾ ਤੇ ਨਾਦਰ ਵੀ ਨਹੀਂ ਜਿੱਤਦਾ। ਪੰਥ ਨੇ ਮਾਰੀ ਨਗਾਰੇ ਤੇ ਚੋਟ ਲੱਗੇ, ਸਤਿ ਸ੍ਰੀ ਅਕਾਲ ਦੇ ਜਕਾਰੇ। ਪਿੰਡ ਰਾਜੇ ਤਾਲ ਤੋਂ ਚੜ੍ਹਾਈ ਕੀਤੀ ਕਸੂਰ ਸ਼ਹਿਰ ਵੱਲ ਨੂੰ। ਹੁਣ ਕਸੂਰ ਸ਼ਹਿਰ ਰਹਿ ਗਿਆ 10 ਕਿਲੋਮੀਟਰ ਦੀ ਵਿੱਥ ਤੇ। ਮਹੀਨਾ ਚੱਲਣ ਡਿਆ ਮਈ ਦਾ, ਐਨ ਗਰਮੀ, ਪੂਰੇ ਤਿੱਖੜ ਦੁਪਹਿਰ ਸਿਰ ਦੇ ਉੱਤੇ ਆਈ ਤੇ ਜਥੇਦਾਰ ਹਰੀ ਸਿੰਘ ਭੰਗੀ ਘੋੜੇ ਤੋਂ ਉਤਰਿਆ। ਕਹਿੰਦਾ ਪੰਥ ਜੀ, ਮੈਂ ਲੱਗਾ ਜ਼ਮੀਨ ਦੀ ਹਿੱਕ ਦੇ ਉੱਤੇ ਇੱਕ ਲੀਕ ਖਿੱਚਣ, ਅਸੀਂ ਚੱਲੇ ਕਸੂਰ ਸ਼ਹਿਰ ਲੜਨ, ਤੇ ਇਹ ਆਸ ਰੱਖ ਕੇ ਜਾਇਓ ਵੀ ਸਾਡੇ ਚੋਂ ਜਿਉਂਦਾ ਕੋਈ ਨਹੀਂ ਜਿਉਣਾ ਉੱਥੋਂ, ਕਿਉਂਕਿ ਕਸੂਰ ਦੇ ਪਠਾਣਾਂ ਨਾਲ ਲੜਨਾ ਸੌਖਾ ਨਹੀਂ। ਜਿਹਨੂੰ ਘਰ ਦੀ ਯਾਦ ਆਵੇ, ਬੱਚਿਆਂ ਦੀ ਯਾਦ ਆਵੇ, ਘਰ ਵਾਲੀ ਚੇਤੇ ਆਵੇ, ਕਾਰੋਬਾਰ ਚੇਤੇ ਆਵੇ, ਉਹ ਬੇਸ਼ੱਕ ਪਛਾਣ ਚਲਾ ਜਾਵੇ, ਮੈਨੂੰ ਦੁੱਖ ਨਹੀਂ ਹੋਵੇਗਾ, ਪਰ ਉਥੋਂ ਕੋਈ ਨਾ ਭੱਜਿਓ। ਲੀਕ ਉਹ ਬੰਦਾ ਪਾਰ ਕਰਿਓ ਜਿਹਨੇ ਸਿਰ ਦੇਣਾ ਹੈ। ਕਹਿੰਦੇ ਨੇ 10,000 ਖਾਲਸੇ ਪੰਥ ਨੇ ਲੀਕ ਪਾਰ ਕੀਤੀ, ਇੱਕ ਬੰਦਾ ਲੀਕ ਤੋਂ ਪਿੱਛੇ ਖਲੋਤਾ ਹੈ। ਉਹ ਕੌਣ ਹੈ? ਉਹੋ ਹੀ ਪੰਡਤ ਜਿਹੜਾ ਇੱਥੋਂ ਤੱਕ ਆ ਗਿਆ। ਉਹ ਹੱਥ ਜੋੜ ਕੇ ਕਹਿੰਦਾ ਸਰਦਾਰਾ, ਦੁਹਾਈ ਤੇਰੇ ਬਾਬੇ ਨਾਨਕ ਦੀ, ਇੱਥੋਂ ਗਾਂ ਮੈਨੂੰ ਨਾ ਖੜੀ, ਇੱਥੋਂ ਗਾਂ ਮੇਰੀ ਜਾਨ ਦੀ ਸਾਹ ਸੱਤਿਆ ਨਹੀਂ ਹੈਗੀ। ਜਥੇਦਾਰ ਨੇ ਆਖਿਆ ਪੰਡਤ ਜੀ, ਘਰ ਵਾਲੀ ਤੁਹਾਡੀ ਆ, ਉੱਥੇ ਕੀ ਪਤਾ ਕਿੰਨੀਆਂ ਕ ਅਬਲਾ ਦੇਵੀਆਂ ਵੱਜੀਆਂ ਪਈਆਂ ਨੇ, ਅਸੀਂ ਉਹਨਾਂ ਚੋਂ ਜਿਹੜੀ ਮਰਜ਼ੀ ਲੈ ਆਂਦੀ ਮੁੜ ਕੇ ਨੂੰ ਦੂਜੇ ਬੰਨੇ ਹੋ ਜਾਣਾ ਵੀ ਇਹ ਮੇਰੀ ਨਹੀਂ, ਹੋਰ ਲੈ ਕੇ ਆਓ, ਨਵੇਂ ਸਿਰੋਂ ਜਾਵਾਂਗੇ। ਪੰਡਤ ਜੀ ਤੁਹਾਨੂੰ ਜੰਗ 'ਚ ਜਾਣਾ ਪੈਣਾ। ਕਹਿੰਦਾ ਨਹੀਂ ਸਿੰਘੋ, ਮੈਂ ਗਲਤੀ ਕੀਤੀ ਆ, ਤੁਹਾਡੇ ਕੋਲ ਆ ਕੇ ਆਪਣੀ ਫਰਿਆਦ ਰੱਖੀ ਆ। ਵਿਆਹ ਹੋਣਾ ਹੋਊ ਤੇ ਹੋ ਜੂ, ਨਹੀਂ ਹੋਣਾ ਹੋਊ ਤੇ ਨਾ ਹੋਊ, ਪਰ ਐਦਾਂ ਕੁੱਤੇ ਦੀ ਮੌਤੇ ਮੈਨੂੰ ਨਾ ਮਰਵਾਇਓ ਕਿਸੇ ਕੋਲੋਂ ਖੜ ਕੇ। ਜਥੇਦਾਰ ਨੇ ਹੱਸ ਕੇ ਆਖਿਆ ਪੰਡਤ ਜੀ, ਗੱਲਾਂ ਕਰਨੀਆਂ ਸੌਖੀਆਂ, ਹੁਣ ਸਿਰ ਦੇਣ ਦੀ ਵਾਰੀ ਆਈ ਤੇ ਪਰੇਸ਼ਾਨ ਹੋ ਗਏ। ਕਹਿੰਦਾ ਨਹੀਂ ਪੰਡਤ ਜਥੇਦਾਰਾ, ਵਿਆਹ ਹੋਵੇ ਜਾਂ ਨਾ ਹੋਵੇ, ਘਰ ਵਸੇ ਜਾਂ ਨਾ ਵਸੇ, ਪਰ ਪਠਾਣਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਮੇਰੀ ਜੁਰਤ ਨਹੀਂ ਆ ਗਈ। ਹੁਣ ਜਥੇਦਾਰ ਨੂੰ ਚੜਿਆ ਰੋ, ਉਹਨੇ ਆਵਾਜ਼ ਮਾਰ ਕੇ ਆਖਿਆ, ਕਹਿੰਦਾ ਪੰਡਤ ਨੂੰ ਰੋਕਣਾ ਬੰਨ ਦਿਓ, ਪੰਡਤ ਨੂੰ ਰੋਕਣਾ ਬੰਨ ਦਿਓ। ਪੰਡਤ ਨੇ ਚੀਕ ਮਾਰ ਕੇ ਆਖਿਆ, ਕਹਿੰਦਾ ਤੁਸੀਂ ਉੱਥੇ ਮਰ ਜਾਣਾ ਤੇ ਮੈਂ ਬੱਜੇ ਨੇ ਮਰ ਜਾਣਾ, ਨਾ ਮੈਨੂੰ ਕਿਸੇ ਨੇ ਖੋਲਣਾ ਤੇ ਨਾ ਤੁਹਾਡੇ ਕੋਲ ਆਇਆ ਜਾਣਾ। ਹੁਣ ਅਗਲੀ ਗੱਲ ਕਰਕੇ ਜਥੇਦਾਰ ਨੇ ਆਖਿਆ ਪੰਡਤ ਜੀ, ਸ਼ਾਮਾਂ ਦਾ ਸੂਰਜ ਡੁੱਬਣ ਤੱਕ ਉਡੀਕੋਗੇ ਸਾਨੂੰ? ਉਹਨੇ ਆਖਿਆ ਹਾਂ। ਕਹਿੰਦਾ ਜੇ ਸ਼ਾਮਾਂ ਦਾ ਸੂਰਜ ਡੁੱਬਣ ਤੱਕ ਸਾਡੇ 10,000 ਵਿੱਚੋਂ ਇੱਕ ਬੰਦਾ ਵੀ ਵਾਪਸ ਆ ਗਿਆ ਨਾ, ਤੇ ਇਹ ਸਮਝੋ ਵੀ ਤੁਹਾਡੀ ਘਰ ਵਾਲੀ ਛਡਾ ਕੇ ਲੈ ਜਾਂਦੀ ਆ। ਜੇ ਸ਼ਾਮਾਂ ਦਾ ਸੂਰਜ ਡੁੱਬਣ ਤੱਕ ਸਾਡੇ ਚੋਂ ਕੋਈ ਵਾਪਸ ਨਾ ਆਇਆ, ਫਿਰ ਤੈਨੂੰ ਕੋਈ ਰੋਕ ਨਹੀਂ, ਜਿੱਧਰ ਤੇਰਾ ਮੂੰਹ ਕਰੂ ਉਧਰ ਚਲਾ ਜਾਣਾ। ਪੰਡਤ ਖੁਸ਼ ਹੋ ਗਿਆ, ਰੁੱਖ ਦੇ ਨਾਲ ਢੋ ਲਾ ਕੇ ਬਹਿ ਗਿਆ। ਇਧਰੋਂ ਕੌਮ ਦੇ ਜਥੇਦਾਰ ਨੇ ਦਲ ਪੰਥ ਨੂੰ ਕੀਤਾ ਇਕੱਠਿਆਂ, ਘੋੜੇ ਭਜਾਏ। ਹੁਣ 3 ਕਿਲੋਮੀਟਰ ਦੀ ਵਾਟ ਰਹਿ ਗਈ ਕਸੂਰ ਸ਼ਹਿਰ ਤੋਂ। ਮਈ ਦਾ ਮਹੀਨਾ ਤੇ ਕਸੂਰ ਸ਼ਹਿਰ ਉੱਤੇ ਕਦੀ ਹਮਲਾ ਹੀ ਨਹੀਂ ਹੋਇਆ ਜ਼ਿੰਦਗੀ ਵਿੱਚ। ਉੱਥੋਂ ਦੇ ਤੋਪਚੀ, ਉੱਥੋਂ ਦੇ ਬਹਾਦਰ ਅਵੇਸਲੇ, ਹੁਣ ਜਿਹਨੇ ਕਦੀ ਕੰਮ ਨਾ ਕੀਤਾ ਹੋਵੇ ਉਹ ਵੇਸਲਾ ਹੀ ਹੁੰਦਾ ਬੰਦਾ। ਹੁਣ ਜਿਨ੍ਹਾਂ ਨੇ ਕਦੀ ਜੰਗ ਨਹੀਂ ਸੀ ਕੀਤਾ, ਅਵੇਸਲੇ ਤੋਪਚੀ ਤੋਪਾਂ ਦੇ ਸਿਰ ਰੱਖ ਕੇ ਸੁੱਤੇ। ਜਿੰਨੇ ਚਿਰ ਨੂੰ ਦੁਪਹਿਰ ਦਾ ਚੜ੍ਹਾਅ ਹੋਇਆ, ਪਠਾਨ ਸਾਰੇ ਆਪੋ ਆਪਣੇ ਠੰਡੇ ਭੋਰਿਆਂ 'ਚ ਜਾ ਕੇ ਸੌਂ ਜਾਂਦੇ ਸੀ। ਕਿਸੇ ਨੇ ਆਪਣੀ ਕਿਰਪਾਨ ਕਿੱਲੀ ਨਾਲ ਟੰਗ ਦਿੱਤੀ, ਕਿਸੇ ਨੇ ਆਪਣੀ ਕਮਾਨ ਕਿੱਲੀ ਨਾਲ ਟੰਗ ਦਿੱਤੀ ਵੀ ਸਾਡੇ ਸ਼ਹਿਰ ਤੇ ਕਿਹੜਾ ਹਮਲਾ ਕਰੂਗਾ। ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਜਿਹੜੀ ਬਲਾ ਤੁਹਾਡੇ ਸ਼ਹਿਰ ਉੱਤੇ ਪੈਣ ਲੱਗੀ ਹੈ, ਇਹ ਇਤਿਹਾਸ ਬਦਲ ਕੇ ਰੱਖ ਦੇਵੇਗਾ।
ਚੱਲਦਿਆਂ ਚੱਲਦਿਆਂ ਬਿਲਕੁਲ ਕਸੂਰ ਸ਼ਹਿਰ ਦੇ ਨੇੜੇ ਆ ਗਿਆ ਜਥੇਦਾਰ ਹਰੀ ਸਿੰਘ ਭੰਗੀ। ਉਹਨੇ ਆਖਿਆ ਬਹਾਦਰੋ ਓ ਕਸੂਰ ਸ਼ਹਿਰ ਦੀਆਂ ਕੰਧਾਂ ਦਿਸਣ ਡੀਆਂ ਨੇ। ਉਹਨੇ ਆਖਿਆ ਹਾਂ। ਉਹਨੇ ਆਖਿਆ ਕੰਧਾਂ ਦੇ ਉੱਤੇ ਤੋਪਚੀ ਬੈਠੇ ਨੇ ਤੋਪਾਂ ਲੈ ਕੇ, ਆਪਾਂ ਇੱਕ ਵਾਰੀ ਉਹਨਾਂ ਦੀਆਂ ਤੋਪਾਂ ਦੇ ਥੱਲਿਓਂ ਲੰਘਣਾ, ਬਸ ਤੋਪਾਂ ਦੀ ਮਾਰ ਦੇ ਥੱਲਿਓਂ ਲੰਘਣਾ, ਤੇ ਜਿੰਨਾ ਚਿਰ ਆਪਾਂ ਤੋਪਾਂ ਦੀ ਮਾਰ ਥੱਲਿਓਂ ਲੰਘ ਨਹੀਂ ਜਾਂਦੇ ਸਾਡੇ ਚੋਂ ਕੋਈ ਬੰਦਾ ਗੋਲੀ ਨਾ ਚਲਾਵੇ, ਕੋਈ ਬੰਦਾ ਤੀਰ ਨਾ ਚਲਾਵੇ, ਕੋਈ ਬੰਦਾ ਤਲਵਾਰ ਦੀ ਆਵਾਜ਼ ਨਾ ਕਰੇ, ਤੇ ਕੋਈ ਬੰਦਾ ਸਤਿ ਸ੍ਰੀ ਅਕਾਲ ਦਾ ਜੈਕਾਰਾ ਨਾ ਲਾਵੇ। ਬਿਲਕੁਲ ਮੌਤ ਵਰਗਾ ਸਨਾਟਾ ਲੈ ਕੇ ਤੇ ਕਸੂਰ ਦੇ ਸ਼ਹਿਰ ਦੇ ਨੇੜੇ ਹੋ ਜਾਓ। ਹੁਣ ਹੌਲੀ ਹੌਲੀ ਆਹਿਸਤਾ ਆਹਿਸਤਾ ਘੋੜਿਆਂ ਨੇ ਕਦਮ ਪੁੱਟੇ। ਜਦੋਂ ਬਿਲਕੁਲ ਤੋਪਾਂ ਦੀ ਮਾਰ ਦੇ ਥੱਲਿਓਂ ਖਾਲਸਾ ਪੰਥ ਲੰਘਿਆ, ਜਥੇਦਾਰ ਹਰੀ ਸਿੰਘ ਭੰਗੀ ਨੇ ਮੁੜ ਕੇ ਵੇਖਿਆ, ਕਹਿੰਦਾ ਬਹਾਦਰੋ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਅੰਦਰ ਕੋਈ ਕਸੂਰ ਸ਼ਹਿਰ ਤੇ ਹਮਲਾ ਕਰਨ ਲੱਗਾ ਜੇ, ਤੁਹਾਡੀਆਂ ਵਾਗਾਂ ਖੁੱਲੀਆਂ। ਨਾ ਖਾ ਮਤਲਬ, ਕਹਿੰਦਾ ਕੋਈ ਸੁੱਤਾ, ਕੋਈ ਭੱਜਾ ਜਾਂਦਾ, ਕੋਈ ਨਿਹੱਥਾ, ਕੋਈ ਬੁੱਢਾ, ਕੋਈ ਜਵਾਨ, ਕੋਈ ਬੱਚਾ, ਜਿਹੜਾ ਤੁਹਾਡੀ ਸਾਹਮਣੇ ਆ ਜਾਵੇ ਉਹਨੂੰ ਤੇਗ ਦੀ ਧਾਰ ਦੇ ਵਿੱਚ ਲੰਘਾ ਕੇ ਰੱਖ ਦਿਓ। ਕੌਮ ਦਾ ਜਥੇਦਾਰ ਹਰੀ ਸਿੰਘ ਭੰਗੀ, ਉਹਨੇ ਮਾਰਿਆ ਸਤਿ ਸ੍ਰੀ ਅਕਾਲ ਦਾ ਜੈਕਾਰਾ, ਉਹਦੇ ਮੱਥੇ ਤੇ ਪਈ ਤਿਉੜੀ, ਉਹਦੀਆਂ ਅੱਖਾਂ ਵਿੱਚ ਆਈ ਲਾਲੀ, ਉਹਦੀ ਤੇਗ ਉਛਲ ਕੇ ਮਿਆਨ ਵਿੱਚੋਂ ਬਾਹਰ ਆਈ, ਉਹਦੇ ਤੀਰਾਂ ਨੇ ਡੰਗ ਸਵਾਰੇ। ਕਸੂਰ ਦੇ ਉੱਤੇ ਦੁਨੀਆ ਦੇ ਇਤਿਹਾਸ ਅੰਦਰ ਪਹਿਲੀ ਵਾਰ ਹਮਲਾ ਹੋਣ ਲੱਗਾ ਏ। ਜਥੇਦਾਰ ਹਰੀ ਸਿੰਘ ਭੰਗੀ ਨੇ ਕਸੂਰ ਸ਼ਹਿਰ ਦੀ ਜਿਵੇਂ ਇੱਟ ਨਾ ਇੱਟ ਖੜਕਾਈਏ, ਵਾਰ ਦੇ ਸ਼ਬਦਾਂ 'ਚ ਢਾਡੀ ਜਥਾ
ਸਿੰਘ ਪਰਵਾਨੇ ਕੇ ਕਾਲ ਦੇ ਤੋਰ ਦਿੱਤੇ ਕਈ ਅਗਲੇ ਜਹਾਨ ਗੰਗਲੀਆਂ ਤੇ ਟੰਗੀਆਂ ਰਹਿ ਗਈਆਂ ਤੇ ਗੰਗਲੀਆਂ ਤੇ ਟੰਗੀਆਂ ਰਹਿ ਗਈਆਂ ਬਈ ਰਹਿ ਬਿਨਾ ਤੰਦੀਆਂ ਕੁਮਾਨ ਬੀੜੀਆਂ ਮਨਾਰਿਆਂ ਤੇ ਰਹਿ ਗਈਆਂ ਤੋਪਾਂ ਬੀੜੀਆਂ ਮਨਾਰਿਆਂ ਤੇ ਰਹਿ ਗਈਆਂ ਹੋ ਗਿਆ ਤੋਪ ਦੀ ਸ਼ਮਾ ਤੋਂ ਕੁਰਬਾਨ ਕਸੂਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ 12 ਦਰਵਾਜ਼ਿਆਂ ਦੇ 12 ਪਠਾਨ ਮਾਲਕ ਆਪਣੇ ਬਹਾਦਰਾਂ ਦੀ ਫੌਜ ਲੈ ਕੇ ਮੈਦਾਨੇ ਜੰਗ ਅੰਦਰ ਆਏ ਪਰ ਪੈਸੇ ਲੈ ਕੇ ਲਾਲਚ ਨਾਲ ਲੜਨ ਵਿੱਚ ਤੇ ਫ੍ਰੀ ਵਿੱਚ ਸੇਵਾ ਕਰਨ ਵਿੱਚ ਬੜਾ ਫਰਕ ਹੋਇਆ ਕਰਦਾ ਹੈ ਫ੍ਰੀ ਦੀ ਸੇਵਾ ਕਰਨ ਵਾਲਾ ਬੰਦਾ ਕਦੀ ਘੜੀ ਨਹੀਂ ਵੇਂਦਾ ਬਾਰ-ਬਾਰ ਵੀ ਘੜੀ ਦੇ ਟਾਈਮ ਕਿੰਨਾ ਕੁ ਹੋ ਗਿਆ ਪੈਸੇ ਲੈ ਕੇ ਕੰਮ ਕਰਨ ਵਾਲਾ ਬੰਦਾ ਬਾਰ-ਬਾਰ ਘੜੀ ਵੇਖੇਗਾ ਉਹਦੇ ਕੰਮ ਕਰਨ ਵਿੱਚ ਦੂਜੇ ਦੇ ਕੰਮ ਕਰਨ ਵਿੱਚ 100 ਗੁਣਾ ਫਰਕ ਹੋਵੇਗਾ ਉਹ ਕੰਮ ਜਿੱਥੇ ਰਹਿ ਗਿਆ ਉੱਥੇ ਛੱਡ ਕੇ ਕਹੇਗਾ ਦੂਜਾ ਆਪੇ ਕਰ ਲੂ ਪਰ ਜਿਹੜਾ ਬੰਦਾ ਸੇਵਾ ਵਾਸਤੇ ਆਇਆ ਹੋਵੇਗਾ ਉਹ ਇਹ ਨਹੀਂ ਆਖੇਗਾ ਵੀ ਮਗਰੋਂ ਕੋਈ ਕਰ ਲੇਗਾ ਆਖੇਗਾ ਜਿੰਨੀ ਸੇਵਾ ਕੀਤੀ ਜਾ ਸਕਦੀ ਮੈਂ ਕਰਾਂ ਕਿਉਂਕਿ ਉਹਨੇ ਪੈਸਾ ਕੋਈ ਨਹੀਂ ਲੈਣਾ ਬਹਾਦਰ ਲੜੇ ਉਸਮਾਨ ਖਾਨ ਆਪਣੇ ਬਹਾਦਰਾਂ ਸਮੇਤ ਆ ਕੇ ਲੜਿਆ ਖਾਲਸੇ ਪੰਥ ਦੇ ਹੱਥੋਂ ਮਾਰਿਆ ਜਾਂਦਾ ਉਹਦੇ ਭੋਰੇ ਨੂੰ ਘੇਰਾ ਪਿਆ ਅਬਲਾ ਦੇਵੀਆਂ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਦੇ ਭੋਰੇ ਚੋਂ ਕੱਢ ਕੇ ਆਜ਼ਾਦ ਕਰਵਾਈਆਂ ਗਈਆਂ ਇੱਕ ਥਾਂ ਦੇ ਉੱਤੇ ਖਾਲਸਾ ਪੰਥ ਇਕੱਠਾ ਹੋ ਕੇ ਖਲੋਤਾ ਜਥੇਦਾਰ ਆਇਆ ਉਹਨੇ ਆਖਿਆ ਕੀ ਗੱਲ ਆ ਇਕੱਠੇ ਕਿਉਂ ਹੋਏ ਹੋ ਉਹਨੇ ਆਖਿਆ ਜਥੇਦਾਰ ਜੀ ਇੱਕ ਚੀਜ਼ ਪਈ ਆ ਜਿਹੜੀ ਛੱਡ ਕੇ ਵੀ ਜਾਣ ਨੂੰ ਜੀ ਨਹੀਂ ਕਰਦਾ ਤੇ ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ ਉਹਨੇ ਆਖਿਆ ਕਿਹੜੀ ਉਹ ਕਹਿੰਦਾ ਉਸਮਾਨ ਖਾਨ ਦਾ ਹੁੱਕਾ ਪਿਆ ਹੁੱਕਾ ਪੀਂਦਾ ਉਹ
ਉਹਨੇ ਆਖਿਆ ਛੱਡ ਕੇ ਕਿਉਂ ਨਹੀਂ ਜਾਣਾ? ਕਹਿੰਦਾ ਛੱਡ ਕੇ ਜਾਣ ਨੂੰ ਇਸ ਕਰਕੇ ਜੀ ਨਹੀਂ ਕਰਦਾ, ਸਾਰੇ ਹੁੱਕੇ ਨੂੰ ਕਰੋੜਾਂ ਰੁਪਈਆਂ ਦੇ ਹੀਰੇ ਲੱਗੇ ਆ, ਇਹ ਪੰਥ ਦੇ ਹੱਥ ਆਉਣਗੇ, ਅਸੀਂ ਕਿਸੇ ਸੇਵਾ ਚ ਲਾਵਾਂਗੇ, ਪਰ ਹੱਥ ਇਸ ਕਰਕੇ ਨਹੀਂ ਲਾਉਣਾ ਵੀ ਸਾਡਾ ਗੁਰੂ ਕਹਿੰਦਾ ਤਮਾਕੂ ਨੂੰ ਹੱਥ ਨਹੀਂ ਲਾਉਣਾ। ਹੁਣ ਹੱਥ ਲਾਈਏ ਕਿ ਛੱਡੀਏ, ਸਾਨੂੰ ਸਮਝ ਨਹੀਂ ਆਉਂਦੀ। ਜਥੇਦਾਰ ਹੋਵੇ ਤੇ ਇਦਾਂ ਦਾ ਜਿਹੜਾ ਤੁਰੰਤ ਫੈਸਲਾ ਕਰਨਾ ਜਾਣਦਾ ਹੋਵੇ। ਜਥੇਦਾਰ ਨੇ ਸ੍ਰੀ ਸਾਹਿਬ ਬੇਮਿਆਨ ਕੀਤੀ, ਇੱਕ ਭਰਵਾਂ ਵਾਰ ਕੀਤਾ, ਹੁੱਕੇ ਦੇ 3-4 ਟੋਟੇ ਕਰਕੇ ਪਾਸੇ ਸੁੱਟ ਦਿੱਤੇ। ਕਹਿੰਦਾ ਹੁਣ ਹੁੱਕਾ ਨਹੀਂ ਰਿਹਾ, ਆਪੋ ਆਪਣਾ ਹਿੱਸਾ ਚੁੱਕੋ ਤੇ ਚੱਲਦੇ ਬਣੋ। ਇਧਰੋਂ ਪੰਡਤ ਵੇਖੇ ਰੁੱਖ ਦੇ ਥੱਲੇ ਬੈਠਾ ਵੀ ਸੂਰਜ ਡੋਬੀ ਜਾਵੇ ਤੇ ਮੈਂ ਭੱਜਾਂ। ਅਚਾਨਕ ਉਹਨੇ ਸਾਹਮਣੇ ਕਸੂਰ ਸ਼ਹਿਰ ਦੇ ਵਿੱਚੋਂ ਦਲ ਪੰਥ ਆਉਂਦਾ ਵੇਖਿਆ। ਅਜੇ ਉਹ ਭੱਜਣ ਦੀ ਤਿਆਰੀ ਕਰਦਾ ਸੀ, ਸ਼ਾਮਾਂ ਦਾ ਸੂਰਜ ਡੁੱਬਣ ਦੇ ਨੇੜੇ ਸੀ। ਜਦ ਜਥੇਦਾਰ ਹਰੀ ਸਿੰਘ ਭੰਗੀ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜਿੰਨਾ ਵੀ ਖਾਲਸਾ ਪੰਥ ਉਹਦੇ ਤੱਕ ਪਹੁੰਚਿਆ, ਸਾਰੇ ਜ਼ਖਮੀ, ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸੀ। ਜਿਹੜੇ ਜ਼ਖਮੀ ਸੀ, ਕਿਸੇ ਦੇ ਸਿਰ ਚੋਂ ਖੂਨ ਵਗਦਾ ਸੀ, ਲੱਤਾਂ ਬਾਹਾਂ ਚੋਂ ਖੂਨ ਵਗਦਾ ਸੀ। ਉਹਦੀ ਘਰ ਵਾਲੀ ਪੰਡਤ ਦੇ ਹਵਾਲੇ ਕਰਕੇ ਆਖਿਆ, ਲੈ ਪੰਡਤਾ, ਤੂੰ ਇਹ ਮਨ ਵਿੱਚ ਸ਼ੱਕ ਨਾ ਰੱਖੀ ਕਿ ਗੁਰੂ ਨਾਨਕ ਦੇ ਘਰ ਦੇ ਉੱਤੇ ਗਿਆ ਸਾਂ, ਗੁਰੂ ਨਾਨਕ ਦੇ ਘਰ ਦੇ ਤੇਰੀ ਸੁਣੀ ਨਹੀਂ। ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਮਾੜੇ ਵਾਸਤੇ, ਨਤਾਣੇ ਵਾਸਤੇ ਹਮੇਸ਼ਾ ਸਟੈਂਡ ਲੈਂਦਾ ਤੇ ਲੈਂਦਾ ਰਹੇਗਾ। ਇਹ ਗੁਰੂ ਨਾਨਕ ਦੇ ਘਰ ਦੀਆਂ ਬਰਕਤਾਂ ਨੇ ਕਿ ਇਸ ਦੇਸ਼ ਨੇ ਜੇ ਆਜ਼ਾਦੀ ਦਾ ਸੂਰਜ ਵੇਖਿਆ ਤੇ ਗੁਰੂ ਨਾਨਕ ਦੇ ਘਰ ਕਰਕੇ ਵੇਖਿਆ। ਇਹ ਚਰਖੇ ਚਲਾਇਆ ਦੇਸ਼ ਆਜ਼ਾਦ ਨਹੀਂ ਹੋਇਆ, ਇਹ ਚਰਖੜੀਆਂ ਤੇ ਚੜਨ ਕਰਕੇ ਦੇਸ਼ ਆਜ਼ਾਦ ਹੋਇਆ। ਜਿਹੜੇ ਅੱਜ ਤਖਤਾਂ ਦੇ ਉੱਤੇ ਚੜ ਕੇ ਬੈਠੇ ਆ, ਮੋਦੀ ਸ਼ੋਦੀ ਵਰਗੇ, ਇਹਨਾਂ ਦਾ ਕੋਈ ਰਿਕਾਰਡ ਕੱਢੋ, ਇਹਨਾਂ ਦੇ ਵੱਡਿਆਂ ਨੇ ਕਿਹੜੇ ਥਾਣੇ 'ਚ ਕੁੱਟ ਖਾਧੀ ਆ? ਤੁਹਾਡੇ ਵੱਡਿਆਂ ਨੇ ਤੇ ਥਾਣਿਆਂ 'ਚ ਕੁੱਟ ਖਾਧੀ ਆ, ਤੁਹਾਡੇ ਵੱਡਿਆਂ ਨੇ ਤੇ ਫਾਂਸੀਆਂ ਦੇ ਰੱਸੇ ਗਲਾਂ 'ਚ ਪਾਏ ਆ। ਜੇ ਕਾਲੇ ਪਾਣੀ ਨੂੰ ਰੋਕਾ ਲਾਉਣਾ ਆ ਤਾਂ ਤੁਹਾਡੇ ਵੱਡਿਆਂ ਨੇ ਕਾਲੇ ਪਾਣੀ ਦੇ ਵਿੱਚ ਸਜ਼ਾਵਾਂ ਲਈਆਂ, ਗੋਲੀਆਂ ਖਾਧੀਆਂ ਤੁਹਾਡੇ ਵੱਡਿਆਂ ਨੇ ਖਾਧੀਆਂ। ਤੁਸੀਂ 2% ਹੋ ਕੇ 90% ਕੁਰਬਾਨੀਆਂ ਦਿੰਦੇ ਹੋ, ਇਹਨਾਂ ਨੇ 1% ਵੀ ਕੁਰਬਾਨੀ ਨਹੀਂ ਦਿੱਤੀ। ਅੱਜ ਸਾਡੇ ਸਿਰਾਂ ਦੇ ਉੱਤੇ ਚੜ ਕੇ ਬਹਿ ਗਏ। ਕਿਉਂ? ਕਿਉਂਕਿ ਸਾਡੀ ਲੀਡਰਸ਼ਿਪ ਪੈਰਾਂ ਸਿਰ ਤੇ ਨਹੀਂ ਸੀ, ਸਾਡੀ ਲੀਡਰਸ਼ਿਪ ਕਮਜ਼ੋਰ ਨਿਕਲੀ। ਪੈਰ ਦੇ ਉੱਤੇ ਆ ਕੇ ਸਾਡੀ ਪਿੱਠ 'ਚ ਛੁਰਾ ਮਾਰਨਾ, ਇਹ ਸਾਡੀ ਲੀਡਰਸ਼ਿਪ ਦੇ ਹਿੱਸੇ ਆਉਂਦਾ ਰਿਹਾ ਹੈ। ਆਓ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਯੋਗ ਅਗਵਾਈ ਮਿਲ ਸਕੇ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੰਘ ਸੱਜੋ, ਕੇਸਾ ਧਾਰੀ ਹੋਵੋ, ਤਾਂ ਜੋ ਸਾਡੇ ਮਨਾਏ ਮੇਲੇ, ਇਹ ਜੋੜ ਮੇਲੇ ਸਾਰੇ ਸਫਲੇ ਹੋ ਸਕਣ। ਤੇ ਜਾਂਦਿਆਂ ਜਾਂਦਿਆਂ ਇੱਕ ਵਾਰੀ ਫੇਰ ਅਰਦਾਸ, ਦਿੱਲੀ ਧਰਨੇ ਵਿੱਚ ਬੈਠੇ ਹੋਏ ਸਾਡੇ ਉਹਨਾਂ ਭਰਾਵਾਂ ਵਾਸਤੇ, ਜਿੱਤ ਕੇ ਘਰਾਂ ਨੂੰ ਵਾਪਸ ਆਉਣ। ਉਦਣ ਸਾਡੀ ਦੀਵਾਲੀ ਹੋਵੇਗੀ, ਉਦਣ ਸਾਡਾ ਦੁਸ਼ਹਿਰਾ ਵੀ ਹੋਵੇਗਾ, ਜਿੱਦਣ ਉਹ ਜਿੱਤ ਕੇ ਘਰਾਂ ਨੂੰ ਵਾਪਸ ਆਉਣਗੇ। ਅਤੇ ਸਮੇਂ ਦੀਆਂ ਸਰਕਾਰਾਂ ਨੂੰ ਇਹ ਅਕਲ ਆ ਸਕੇ ਕਿ ਤੁਹਾਨੂੰ 2 ਬੰਦਿਆਂ, ਅੰਬਾਨੀ ਤੇ ਅਡਾਨੀ ਨੇ ਪ੍ਰਧਾਨ ਮੰਤਰੀ ਨਹੀਂ ਬਣਾਇਆ, ਤੁਹਾਨੂੰ ਇਹਨਾਂ ਕਰੋੜਾਂ ਲੋਕਾਂ ਨੇ ਪ੍ਰਧਾਨ ਮੰਤਰੀ ਬਣਾਇਆ, ਜਿਨ੍ਹਾਂ ਦਾ ਤੁਸੀਂ ਢਿੱਡ ਧੋਣ ਲੱਗੇ ਹੋ। ਵੱਖਰੀ ਗੱਲ ਹੈ ਜੇ ਕਿਸਾਨ ਅੱਗੇ ਲੱਗੇ ਨੇ, ਪਰ ਕਿਸਾਨਾਂ ਦੇ ਨਾਲ ਇਕੱਲੀ ਲੜਾਈ ਨਹੀਂ, ਇਹ ਲੜਾਈ ਸਾਰਿਆਂ ਦੀ ਆ। ਕੋਈ ਮਜ਼ਦੂਰ ਆ, ਕੋਈ ਦਿਹਾੜੀਦਾਰ ਆ, ਕੋਈ ਆੜਤੀਆ ਵਾ, ਕੋਈ ਵਪਾਰੀ ਆ, ਕੋਈ ਕੱਪੜੇ ਦਾ ਕੰਮ ਕਰਦਾ, ਜਿੱਦਾਂ ਜਿੱਦਾਂ ਦਾ ਕੰਮ ਕਰਦੇ ਹੋ, ਲੜਾਈ ਤੁਹਾਡੇ ਸਾਰਿਆਂ ਦੀ ਆ। ਤੁਹਾਨੂੰ ਦੁੱਕੇ ਦੁੱਕੇ ਤੇ ਮੁਤਾਜ ਕਰਨਾ ਚਾਹੁੰਦੀ ਆ ਸਰਕਾਰ, ਪਰ ਏਕੇ ਵਿੱਚ ਬਰਕਤ ਹੈ। ਧੰਨਵਾਦ ਕਰਦਾ ਹਾਂ ਗੁਰੂ ਕੀ ਸੰਗਤ ਦਾ, ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਟੇਜ ਸਕੱਤਰ ਸਾਹਿਬਾਨ ਭਾਈ ਤੇਜਿੰਦਰਪਾਲ ਸਿੰਘ ਜੀ ਉਹਨਾਂ ਦਾ, ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਆਦਰਣੀय ਸਰਦਾਰ ਅਜੀਤ ਸਿੰਘ ਹੋਣੀ, ਜਦੋਂ ਇਹਨਾਂ ਨੇ ਪਹਿਲੇ ਦਿਨ ਫੋਨ ਕੀਤਾ, ਕਹਿੰਦੇ ਅਸੀਂ ਵਿਦੇਸ਼ ਵਿੱਚ ਰਹਿੰਦੇ ਬੈਲਜੀਅਮ, ਬਹੁਤ ਤੁਹਾਡਾ ਦੀਵਾਨ ਸੁਣਿਆ, ਤੁਹਾਨੂੰ ਇੱਥੇ ਸੱਦਣਾ ਚਾਹੁੰਦੇ। ਮੈਂ ਕਿਹਾ ਜੀ ਸਾਡੇ ਧੰਨ ਭਾਗ ਹੋਣਗੇ। ਸੋ ਇਤਿਹਾਸ ਬਿਨੇ ਕਰਦਿਆਂ, ਏਕ ਨਹੀਂ ਅਨੇਕਾਂ ਹੀ ਮੈਂ ਗਲਤੀਆਂ ਕੀਤੀਆਂ, ਗਲਤੀਆਂ ਮੇਰੀ ਝੋਲੀ 'ਚ ਪਾ ਦਿਓ, ਕੋਈ ਚੰਗੀ ਗੱਲ ਲੱਗੇ ਤੇ ਆਪਣੇ ਦਿਲ ਤੱਕ ਲੈ ਕੇ ਜਾਇਓ। ਧੰਨਵਾਦ ਸਾਊਂਡ ਵਾਲੇ ਵੀਰਾਂ ਦਾ, ਬਾ ਕਮਾਲ ਉਹਨਾਂ ਨੇ ਪ੍ਰਬੰਧ ਕਰਕੇ ਸਾਰਾ ਪ੍ਰੋਗਰਾਮ ਸਿਰੇ ਚਾੜਿਆ। ਵੀਰਾਂ ਦੇ ਵੱਲੋਂ ਸਾਹਮਣੇ ਕੈਮਰਿਆਂ ਦੇ ਰਾਹੀਂ, ਨੈਟ ਦੇ ਰਾਹੀਂ ਸੇਵਾ ਕੀਤੀ ਜਾ ਰਹੀ ਹੈ। ਸਾਰਾ ਪ੍ਰੋਗਰਾਮ ਲਾਈਵ YouTube ਦੇ ਉੱਤੇ ਸਿੰਘ ਟੀਵੀ ਵਾਲੇ ਵੀਰ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ YouTube ਦੇ ਉੱਤੇ ਅਪਲੋਡ ਕਰਨਾ ਹੈ। ਸਾਰੀ ਦੁਨੀਆ ਨੇ ਪ੍ਰੋਗਰਾਮ ਸਦੀਆਂ ਤੱਕ ਵੇਖਣਾ ਹੈ। ਧੰਨਵਾਦ, ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ। ਇਤਿਹਾਸ ਭੇਟ ਗੁਰੂ ਕੀ ਸੰਗਤ ਨੇ ਬਹੁਤ ਸਾਰੀ ਮਾਇਆ ਦੇ ਕੇ ਨਵਾਜਿਆ। ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਢਾਡੀ ਜਥਾ ਜੀ ਦੀ ਸੇਵਾ ਕਰ ਰਿਹਾ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।